कि साडे वास्ते एक तरह मौत का कारण बन रही है और साडियां जिंदगियां जिहड़ियां ने वो तबाह हो रही ने। सरकार तक आवाज़ पहुंचाई गई कि ਇਹਦਾ कोई प्रबंध किया जाए और इस डिस्टिलरी ਨੂੰ बंद किया जाए। ਤੇ ਫੈਕਟਰੀ ਦਾ ਜਿਹੜਾ 10 ਤੋਂ ਲੈ ਕੇ 15 ਕਿਲੋਮੀਟਰ ਦਾ ਘੇਰਾ ਸੀਗਾ, ਉੱਥੇ ਜਿਹੜੀ ਪੁਲਿਸ ਦੀ ਬੇਸ਼ੁਮਾਰ ਨਫਰੀ ਚੱਪੇ ਦੇ ਉੱਤੇ ਪੁਲਿਸ ਲਾਈ ਗਈ ਸੀ। ਜਦੋਂ ਹੀ ਕਿਸੇ ਨੂੰ ਪਤਾ ਲੱਗਦਾ ਸੀ ਕਿ ਲੋਕ ਮੋਰਚੇ ਦੇ ਵਿੱਚ ਜਾ ਰਹੇ ਨੇ ਤਾਂ ਉੱਥੇ ਲੋਕਾਂ ਨੂੰ ਰੋਕ ਲਿਆ ਜਾਂਦਾ ਸੀਗਾ। 40-50 ਦੇ ਕਰੀਬ ਜਿਹੜੇ ਕਿਸਾਨ ਤੇ ਜਿਹੜੇ ਆਗੂ ਜਿਹੜੇ ਕੁਝ ਜੇਲ੍ਹਾਂ ਦੇ ਵਿੱਚ ਭੇਜੇ ਗਏ ਸੀਗੇ। कोई इस करके कार्रवाई नहीं कर रहे ਜਾਂ कर सकते कि ਉਹਦੇ ਪਿੱਛੇ ਜਿਹੜਾ ਉਹ ਸੁਪਰੀਮੋ ਹੈ, ਹਾਂਜੀ, ਉਹਦੀ ਸਾਂਝ ਜਿਹੜੀ ਹੈ ਉਸ ਡਿਸਟਿਲਰੀ ਦੇ ਮਾਲਕ ਦੇ ਨਾਲ ਹੈ, ਜਿਹੜਾ ਇੱਕ ਬਹੁਤ ਵੱਡਾ ਸ਼ਰਾਬ ਦਾ ਕਾਰੋਬਾਰੀ ਹੈ। ਜਿਹੜਾ ਪੰਜਾਬ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਹੈ, ਪੋਲਿਊਸ਼ਨ ਕੰਟਰੋਲ ਬੋਰਡ ਜਿਹਨੂੰ ਆਪਾਂ ਕਹਿ ਦਿੰਦੇ ਆ, ਉਹ ਜਿਹੜਾ ਆ ਇਹਨਾਂ ਫੈਕਟਰੀਆਂ ਦੇ ਨਾਲ ਮਿਲੀ ਭੁਗਤ ਕਰਕੇ ਇਹਨਾਂ ਦੇ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੇ ਉੱਤੇ ਰੋਕ ਨਹੀਂ ਲਾ ਰਿਹਾ, ਸਗੋਂ ਖੁੱਲੀ ਛੁੱਟੀ ਦੇ ਰਿਹਾ ਹੈ। ਭਗਵੰਤ ਸਿੰਘ ਮਾਨ ਨੇ ਇਲੈਕਸ਼ਨ ਲੜਨ ਤੋਂ ਪਹਿਲਾਂ ਉਹਨਾਂ ਨੇ ਲੋਕਾਂ ਨਾਲ ਇਹ ਵਾਅਦਾ ਕੀਤਾ ਕਿ ਪੰਜਾਬ ਵਿੱਚ ਕਿਸੇ ਨੂੰ ਧਰਨਾ ਨਹੀਂ ਦੇਣਾ ਪਊਗਾ, ਪਰ ਅੱਜ ਪੰਜਾਬ ਦਾ ਕੋਈ ਵਰਗ ਅਜਿਹਾ ਨਹੀਂ, ਕੋਈ ਡਿਪਾਰਟਮੈਂਟ ਅਜਿਹਾ ਨਹੀਂ, ਕੋਈ ਕਿੱਤਾ ਅਜਿਹਾ ਨਹੀਂ ਜਿਹੜਾ ਧਰਨਿਆਂ ਦੇ ਨਾ ਬੈਠਾ ਹੋ। ਜਿਹੜੇ ਕੋਈ ਧਰਨਾ ਲਾਏਗਾ ਉਹਦੇ ਉੱਤੇ ਫਿਰ ਪੁਲਿਸ ਕਾਰਵਾਈ ਹੋਏਗੀ, ਉਹਨਾਂ ਦੇ ਕੇਸ ਪਰਚੇ ਦਰਜ ਹੋਣਗੇ, ਉਹਨਾਂ ਦੇ ਲਾਠੀ ਚਾਰਜ ਹੋਏਗਾ। ਅਸੀਂ ਤਾਂ ਸਮਝਦੇ ਸੀ ਕਿ ਇਹ ਅਜਿਹਾ ਕੋਈ ਇੰਤਜ਼ਾਮ ਕਰਨਗੇ ਕਿ ਲੋਕਾਂ ਨੂੰ ਧਰਨੇ ਲਾਉਣ ਦੀ ਲੋੜ ਨਾ ਪਵੇ। ਕੇਂਦਰ ਦਾ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨੇ ਪਹਿਲਾਂ ਹੀ ਇਹਦੇ ਆਪਣਾ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਉਹਨਾਂ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਇਹਦੇ ਬਾਰੇ ਜੋ ਵੀ ਇਨਫੋਰਮੇਸ਼ਨ ਹੈ ਉਹ ਮੰਗ ਰਹੇ ਨੇ ਤੇ ਜੋ ਵੀ ਕਾਰਵਾਈ ਹੋਊਗੀ ਸੈਂਟਰ ਸਰਕਾਰ ਉਹ ਜ਼ਰੂਰ ਕਰੂਗੀ ਜੀ। ਜੇ ਅੱਜ ਇੱਥੇ ਇਹ ਹਾਲਾਤ ਬਣਿਆ ਤੇ ਉਹਨੂੰ ਕਿਉਂਕਿ ਸ਼ੈਲਟਰ ਕੀਤਾ ਜਾ ਰਿਹਾ ਹੈ, ਤੇ ਜਿਨ੍ਹਾਂ ਵੱਲੋਂ ਸ਼ੈਲਟਰ ਕੀਤਾ ਜਾ ਰਿਹਾ ਉਹ ਸ਼ਰਾਬ ਨੀਤੀ ਦਿੱਲੀ ਦੇ ਵਿੱਚ ਪੂਰੇ ਹਿੰਦੁਸਤਾਨ 'ਚ ਚੀਕਾਂ ਵੱਜੀਆਂ ਨੇ। ਵਲਟੋਆ ਸਾਹਿਬ ਨੂੰ ਮੈਂ ਕਹਿਣਾ ਚਾਹੂੰਗਾ ਕਿ ਜੇ ਤੁਹਾਨੂੰ 2010 ਦੇ ਵਿੱਚ ਇਸ ਗੱਲ ਦਾ ਪਤਾ ਲੱਗ ਗਿਆ ਸੀਗਾ ਕਿ ਪਾਣੀ ਜਿਹੜਾ ਅੰਦਰ ਪਾਉਂਦੇ ਨੇ, ਫਿਰ ਇਸ ਫੈਕਟਰੀ ਦੇ ਉੱਤੇ ਕਾਰਵਾਈ ਕਾਹਤੋਂ ਨਹੀਂ ਕੀਤੀ ਗਈ? ਹਮੇਸ਼ਾ ਤੋਂ ਹੀ ਸਰ 15 ਸਾਲਾਂ ਤੋਂ ਜਦੋਂ ਤੋਂ ਫੈਕਟਰੀ ਲੱਗੀ ਆ, ਚਾਹੇ ਉਹ ਕੋਈ ਸਰਕਾਰ ਹੋਵੇ, ਕੋਈ ਕੁਛ ਵੀ ਹੋਵੇ, ਇਹ ਇਲਾਕੇ ਨੂੰ ਇਹਨਾਂ ਨੇ ਬਹੁਤ ਬਰਬਾਦ ਕਰ ਦਿੱਤਾ, ਸਾਡੇ ਇਲਾਕੇ ਨੂੰ। ਕੋਰਟ ਨੇ ਇਹ ਗੱਲ ਥੋੜੀ ਕਹੀ ਹੈ ਵੀ ਧਰਨਾ ਚੁਕਵਾਓ ਤੇ ਲੋਕਾਂ ਨੂੰ ਡੰਡੇ ਮਾਰ ਕੇ ਭਜਾ ਦਿਓ। ਕੋਰਟ ਨੇ ਤਾਂ ਇਹ ਗੱਲ ਕਹੀ ਹੈ ਮਸਲੇ ਦਾ ਹੱਲ ਕਰਾਓ ਤੇ ਧਰਨਾ ਚੁਕਾਓ। ਧਰਨਾ ਚੁਕਾਓ ਦਾ ਮਤਲਬ ਇਹ ਨਹੀਂ ਹੈ ਵੀ ਉੱਥੇ ਜਾ ਕੇ ਡਿਪਟੀ ਕਮਿਸ਼ਨਰ ਲੋਕਾਂ ਨੂੰ ਧਮਕਾਵੇ। ਇਹ ਮਤਲਬ ਨਹੀਂ ਹੈ ਕਿ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਣ। ਪਹਿਲੀ ਵਾਰ ਸੁਣਿਆ ਹੈ ਕਿ ਕੋਈ ਧਰਨਾ ਦਿੱਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਹੈ ਪੰਜਾਬ ਦੇ ਮੰਤਰੀਆਂ ਵੱਲੋਂ, ਜਿਹੜੇ ਸੰਵਿਧਾਨਕ ਅਹੁਦਿਆਂ ਤੇ ਬੈਠੇ, ਕਹਿੰਦੇ ਕਿ ਗੈਰ ਸੰਵਿਧਾਨਕ ਇਹ ਜਿਹੜਾ ਧਰਨਾ ਹੈ। ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਉੱਥੇ ਪਾਣੀ ਪ੍ਰਦੂਸ਼ਿਤ ਹੋਇਆ ਹੈ ਉਹਨੂੰ ਠੀਕ ਕਰਾਇਆ ਜਾਵੇ। ਇਹ ਬਹੁਤ ਹੀ ਗਲਤ ਹੈ, ਨਿੰਦਣਯੋਗ ਹੈ। ਇਹਦੇ ਖਿਲਾਫ ਅਸੀਂ ਹਰ ਤਰ੍ਹਾਂ ਕਿਸਾਨ ਜਥੇਬੰਦੀਆਂ ਦਾ ਸਾਥ ਦੇਵਾਂਗੇ। ਅਸੀਂ ਆਪਣੀ ਪਾਰਟੀ ਨੂੰ ਕਹਾਂਗੇ ਕਿ ਇਸ ਚੀਜ਼ ਨੂੰ ਇਹਨਾਂ ਦੀ ਹਮਾਇਤ ਕੀਤੀ ਜਾਵੇ। ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਪੰਜਾਬ 'ਚ ਕਿਸਾਨ ਇਸ ਵੇਲੇ ਬੜੇ ਵੱਡੇ ਮੁੱਦੇ ਤੇ ਲੜਾਈ ਲੜ ਰਹੇ ਹੈ। ਮੁੱਦਾ ਆਮ ਲੋਕਾਂ ਦੀ ਜ਼ਿੰਦਗੀ ਬਚਾਉਣ ਦਾ ਹੈ, ਮਾਮਲਾ ਪ੍ਰਦੂਸ਼ਣ ਦਾ ਹੈ ਕਿ ਧਰਤੀ ਹੇਠਲਾ ਪਾਣੀ ਕਿਉਂ ਜ਼ਹਿਰੀਲਾ ਹੋ ਰਿਹਾ ਹੈ, ਫੈਕਟਰੀਆਂ ਦਾ ਗੰਦਲਾ ਪਾਣੀ ਕਿਉਂ ਧਰਤੀ ਹੇਠਾਂ ਸੁੱਟਿਆ ਜਾ ਰਿਹਾ ਹੈ। ਇਸ ਦੇ ਬਾਰੇ ਸਰਕਾਰਾਂ ਚੁੱਪ ਹੈ, ਪਰ ਕਿਸਾਨ ਇਹਨਾਂ ਮੁੱਦਿਆਂ ਤੇ ਲੜਾਈ ਲੜ ਰਹੇ ਹੈ। ਜਿਹੜੇ ਕਿਸਾਨਾਂ ਬਾਰੇ ਕਦੇ ਕਿਹਾ ਗਿਆ ਕਿ ਪ੍ਰਦੂਸ਼ਣ ਫੈਲਾਉਣ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੈ, ਉਹੀ ਕਿਸਾਨ ਹੋਕਾ ਦੇ ਰਿਹਾ ਹੈ ਕਿ ਅਸੀਂ ਪ੍ਰਦੂਸ਼ਣ ਦੇ ਖਿਲਾਫ ਲੜਾਈ ਲੜ ਰਹੇ ਹਾਂ। ਇਹਨਾਂ ਮੁੱਦਿਆਂ ਤੇ ਜਿਹੜੇ ਮਹਿਮਾਨ ਸਾਡੇ ਨਾਲ ਚਰਚਾ 'ਚ ਮੇਰੀ ਬੇਨਤੀ ਪ੍ਰਵਾਨ ਕਰਕੇ ਜੁੜੇ ਹੈ, ਉਹਨਾਂ ਦੇ 'ਚ ਸੰਦੀਪ ਸਿੰਘ ਢਿੱਲੋਂ ਨੇ, ਜਿਹੜੇ ਜ਼ੀਰਾ ਕਿਸਾਨ ਮੋਰਚੇ ਦੇ ਸੰਚਾਲਕ ਨੇ, ਵਿਰਸਾ ਸਿੰਘ ਵਲਟੋਹਾ ਜੀ ਸ਼੍ਰੋਮਣੀ ਅਕਾਲੀ ਦਲ ਦੇ ਕਦਾਵਰ ਆਗੂ ਨੇ, ਕਮਰ ਹਰਪ੍ਰੀਤ ਸਿੰਘ ਸੀਨੀਅਰ ਆਗੂ ਨੇ ਕਾਂਗਰਸ ਪਾਰਟੀ ਵੱਲੋਂ, ਅਕਵਾਲ ਸਿੰਘ ਢਿੱਲੋਂ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਨੁਮਾਇੰਦਗੀ ਕਰਦੇ ਆ। ਸਾਰੇ ਮਹਿਮਾਨਾਂ ਨੂੰ ਮੈਂ ਤੁਹਾਡੇ ਵੱਲੋਂ ਚੈਨਲ 'ਤੇ ਆਉਣ ਲਈ, ਪੈਨਲ 'ਤੇ ਆਉਣ ਲਈ ਜੀ ਆਖਦਾ, ਵੈਲਕਮ ਕਰਦਾ। ਸੰਦੀਪ ਜੀ, ਪਹਿਲਾ ਸਵਾਲ ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਲੈਣਾ ਚਾਹੁੰਦਾ ਹੈ। ਜਿਸ ਤਰੀਕੇ ਦੀ ਜ਼ੀਰੇ 'ਚ ਲੜਾਈ ਲੜੀ ਜਾ ਰਹੀ ਹੈ ਉਹ ਸਧਾਰਨ ਲੜਾਈ ਨਹੀਂ, ਪ੍ਰਦੂਸ਼ਣ ਦੇ ਖਿਲਾਫ ਹੈ। ਮੁੱਦਾ ਤਾਂ ਬੇਸ਼ੱਕ ਮੰਤਰੀ ਪੱਧਰ ਦਾ ਮੁੱਦਾ ਹੈ, ਪਰ ਪੰਜਾਬ ਦੇ ਕਿਸਾਨ ਲੜ ਰਹੇ ਇਸ ਲੜਾਈ ਨੂੰ ਕਿ ਧਰਤੀ ਹੇਠਲੇ ਜ਼ਹਿਰੀਲੇ ਪਾਣੀ ਨੂੰ ਕਿਵੇਂ ਜਿਹੜਾ ਹੈਗਾ ਬਚਾਇਆ ਜਾ ਸਕਦਾ ਹੈ।
ਕਿ ਕਿਸ ਤਰੀਕੇ ਨਾਲ ਪਵਿੱਤਰ ਪਾਣੀ ਹੈ ਉਸ ਨੂੰ ਗੰਦਲਾ ਕੀਤਾ ਜਾ ਰਿਹਾ। ਲੜਾਈ ਬਹੁਤ ਵੱਡੀ ਲੜ ਰਹੇ ਹੋ, ਮੌਜੂਦਾ ਸਥਿਤੀ ਕੀ ਹੈ ਇਸ ਵੇਲੇ ਮੋਰਚੇ ਦੀ, ਮੈਂ ਜਾਣਨਾ ਚਾਹਾਂਗਾ ਦਰਸ਼ਕਾਂ ਦੇ ਲਈ। ਹਾਂਜੀ ਸਿੱਧੂ ਸਾਹਿਬ, ਜਿੱਦਾਂ ਤੁਹਾਨੂੰ ਪਤਾ ਹੈ ਕਿ 4 ਦਿਨ ਤੋਂ ਮਾਹੌਲ ਜਿਹੜਾ ਇੱਥੇ ਮੋਰਚੇ ਦੇ ਵਿੱਚ ਤਣਾਅਪੂਰਨ ਬਣਿਆ ਹੋਇਆ ਸੀਗਾ। ਕੱਲ ਦੀ ਜਿਹੜੀ 20 ਤਰੀਕ ਹਾਈ ਕੋਰਟ ਦੇ ਵਿੱਚ ਤਰੀਕ ਸੀ ਕੱਲ, ਤੇ ਉਹਨੂੰ ਲੈ ਕੇ ਜਿਹੜਾ ਸਰਕਾਰ ਤੇ ਪ੍ਰਸ਼ਾਸਨ ਪੱਬਾਂ ਭਾਰ ਹੋਇਆ ਪਿਆ ਸੀ ਵੀ ਕਿਸੇ ਵੀ ਤਰੀਕੇ ਨਾਲ ਲੋਕਾਂ ਨੂੰ ਡਰਾ ਧਮਕਾ ਕੇ ਵੱਖ-ਵੱਖ ਤਰੀਕਿਆਂ ਦੇ ਨਾਲ ਮਤਲਬ ਕਿ ਲੋਕਾਂ ਦਾ ਮਨੋਬਲ ਜਿਹੜਾ ਉਹ ਡਿੱਗਿਆ ਜਾ ਸਕੇ। ਪਰ ਜਿਹੜੇ ਪੰਜਾਬ ਦਰਦੀ ਲੋਕ ਨੇ ਜਾਂ ਜਿਹੜੇ ਇਲਾਕੇ ਦੇ ਲੋਕ ਨੇ ਉਹਨਾਂ ਦੇ ਵਿੱਚ ਮਤਲਬ ਆਪਦੀ ਹੋਂਦ ਨੂੰ ਲੈ ਕੇ ਹੋਂਦ ਦੀ ਜਿਹੜੀ ਲੜਾਈ ਲੜ ਰਹੇ ਨੇ, ਉਸ ਕਰਕੇ ਕਿਸੇ ਦਾ ਵੀ ਮਨੋਬਲ ਸਰਕਾਰ ਕਿਸੇ ਵੀ ਤਰੀਕੇ ਨਾਲ ਡੇਗ ਨਹੀਂ ਸਕੀ। ਸੋ ਕੱਲ ਐਸਕੇਐਮ ਦੀ ਵੀ ਮੀਟਿੰਗ ਇੱਥੇ ਸਾਡੇ ਮਖੂ ਦੇ ਵਿਖੇ ਜਿਹੜੀ ਹੋ ਰਹੀ ਸੀਗੀ, ਉਹਦੇ ਵਿੱਚ ਆਈਜੀ ਜਸਕਰਨ ਸਿੰਘ ਤੇ ਸਾਡੇ ਫਿਰੋਜ਼ਪੁਰ ਤੋਂ ਡੀਸੀ ਅੰਮ੍ਰਿਤ ਸਿੰਘ ਉਹਨਾਂ ਨੇ ਵੀ ਮੀਟਿੰਗ ਐਸਕੇਐਮ ਨਾਲ ਕੀਤੀ ਸੀ। ਐਸਕੇਐਮ ਨੇ ਉਹ ਕਹਿ ਰਹੇ ਸੀ ਕਿ ਕੋਈ ਅਗਲਾ ਰਾਹ ਲੱਭੀਏ, ਆਪਾਂ ਗੱਲਬਾਤ ਅਗਲੀ ਤੋਰੀਏ, ਪਰ ਐਸਕੇਐਮ ਨੇ ਇਹ ਕਿਹਾ ਸੀਗਾ ਕਿ ਜਿਹੜੇ ਸਾਡੇ ਪਿਛਲੇ ਦਿਨਾਂ ਦੇ ਵਿੱਚ 100 ਦੇ ਲਗਭਗ ਜਿਹੜੀਆਂ FIR ਦਰਜ ਕੀਤੀਆਂ ਗਈਆਂ ਨੇ ਤੇ ਲੋਕਾਂ ਨੂੰ ਜੇਲ੍ਹ ਭੇਜਿਆ ਗਿਆ ਹੈਗਾ, ਤੇ ਜਿਹੜੇ ਪਿਛਲੇ ਸਮੇਂ ਦੇ ਵਿੱਚ ਲੋਕਾਂ ਦੇ ਅਸਲਾ ਲਾਇਸੈਂਸ ਜਿਹੜੇ ਆਗੂਆਂ ਦੇ ਰੱਦ ਕੀਤੇ ਗਏ ਨੇ, ਜਾਂ ਹੋਰ ਕਈ ਤਰੀਕਿਆਂ ਦੇ ਨਾਲ ਲੋਕਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਾਂ ਲੋਕਾਂ ਨੂੰ ਮੋਰਚੇ ਦੇ ਵਿੱਚ ਬੈਰੀਕੇਡਿੰਗ ਕਰਕੇ ਪਹੁੰਚਣ ਨਹੀਂ ਦਿੱਤਾ ਜਾ ਰਿਹਾ ਸੀਗਾ। ਤੇ ਫੈਕਟਰੀ ਦਾ ਜਿਹੜਾ 10 ਤੋਂ ਲੈ ਕੇ 15 ਕਿਲੋਮੀਟਰ ਦਾ ਘੇਰਾ ਸੀਗਾ, ਉੱਥੇ ਜਿਹੜੀ ਪੁਲਿਸ ਦੀ ਬੇਸ਼ੁਮਾਰ ਨਫਰੀ ਚੱਪੇ ਦੇ ਉੱਤੇ ਪੁਲਿਸ ਲਾਈ ਗਈ ਸੀ। ਜਦੋਂ ਹੀ ਕਿਸੇ ਨੂੰ ਪਤਾ ਲੱਗਦਾ ਸੀ ਕਿ ਲੋਕ ਮੋਰਚੇ ਦੇ ਵਿੱਚ ਜਾ ਰਹੇ ਨੇ ਤਾਂ ਉੱਥੇ ਲੋਕਾਂ ਨੂੰ ਰੋਕ ਲਿਆ ਜਾਂਦਾ ਸੀਗਾ, ਤੇ ਉਹਨਾਂ ਨੇ ਇਹ ਕਿਹਾ ਸੀ ਆਈਜੀ ਨੂੰ ਤੇ ਡੀਸੀ ਮੈਡਮ ਨੂੰ ਕਿ ਪਹਿਲਾਂ ਇਹ ਚੀਜ਼ ਦੇ ਉੱਤੇ ਤੁਸੀਂ ਗੌਰ ਕਰੋ ਤੇ ਫਿਰ ਅਗਲੀ ਜਿਹੜੀ ਉਹ ਗੱਲਬਾਤ ਹੋਊਗੀ। ਜੀ ਸੰਦੀਪ, ਜਿਸ ਤਰੀਕੇ ਨਾਲ ਗੱਲਬਾਤ ਹੋਈ ਹੈ ਉਹਦਾ ਇੱਕ ਹੋਰ ਸਵਾਲ ਜਿਹੜਾ ਇਹਦਾ ਚੁੱਭਰ ਕੇ ਆਉਂਦਾ ਇਹ ਵੀ ਹੈ ਕਿ ਦੇਖੋ ਆਪਾਂ ਸਾਰੇ ਜਾਣਦੇ ਜਿਸ ਤਰ੍ਹਾਂ ਦਾ ਮੌਸਮ ਜਾ ਰਿਹਾ ਹੈ, ਕੜਾਕੇ ਦੀ ਠੰਡ ਪੈ ਰਹੀ ਹੈ, ਧੁੰਦ ਪੈ ਰਹੀ ਹੈ, ਜਿੱਦਾਂ ਆਪਾਂ ਕਹਿੰਦੇ ਹਾਂ ਕਿ ਜਦੋਂ ਹੀ ਸ਼ਾਮ ਪੈਂਦੀ ਹੈ ਜਾਂ ਸਵੇਰ ਨੂੰ ਵੀ ਹੱਥ ਮਾਰਿਆ ਨਜ਼ਰ ਨਹੀਂ ਆਉਂਦਾ, ਪੰਜਾਬੀ ਜਿੱਦਾਂ ਆਪਾਂ ਆਖਦੇ ਹਾਂ। ਉਹੋ ਜਿਹੇ ਮੌਸਮ ਦੇ ਵਿੱਚ ਕਿਸਾਨਾਂ ਵੱਲੋਂ ਲੜਾਈ ਲੜੀ ਜਾਣੀ, ਲੱਗਦਾ ਕਿ ਕਿਸਾਨਾਂ ਦੇ ਹੌਸਲੇ ਬੁਲੰਦ ਹੈ ਕਿ ਪ੍ਰਦੂਸ਼ਣ ਦੇ ਖਿਲਾਫ ਅਸੀਂ ਲੜਾਈ ਲੜਾਂਗੇ ਜਦ ਤੱਕ ਫੈਸਲਾ ਨਹੀਂ ਹੋਏਗਾ। ਬਿਲਕੁਲ ਸਰ, ਕੱਲ ਸ਼ਾਮ ਤੱਕ ਜਿਹੜੀ ਵੱਖ-ਵੱਖ ਆਗੂਆਂ ਦੇ ਘਰੇ ਜਿਹੜੀ ਛਾਪੇਮਾਰੀ, ਇੱਥੋਂ ਤੱਕ ਕਿ ਜਿਹੜੇ ਕਿਸਾਨ ਆਗੂ ਸੀਗੇ ਉਹਨਾਂ ਦੇ ਘਰਾਂ ਦੇ ਵਿੱਚ ਬੀਬੀਆਂ ਦੇ ਜਿਹੜੇ ਪਰਚੇ ਦਰਜ ਕੀਤੇ ਗਏ ਨੇ, ਉਹਨਾਂ ਦੇ ਘਰੇ ਵੀ ਛਾਪੇਮਾਰੀ ਵਾਰ-ਵਾਰ ਜਿਹੜੀ ਹੋ ਰਹੀ ਸੀਗੀ। ਜਦੋਂ ਸ਼ਾਮ ਤੱਕ ਆਈਜੀ ਸਾਹਿਬ ਨਾਲ ਗੱਲ ਹੋਈ ਆ ਤੇ ਜਿਹੜੇ ਲੋਕ ਨੇ ਪੰਜਾਬ ਦਰਦੀ ਲੋਕ ਨੇ ਵੱਖ-ਵੱਖ ਜਥੇਬੰਦੀਆਂ ਤੋਂ, ਜਿਹੜੇ ਮਤਲਬ ਸਾਰੇ ਪੰਜਾਬ ਦਾ ਕੋਈ ਇਹੋ ਜਿਹਾ ਹਿੱਸਾ ਨਹੀਂ ਸੀਗਾ ਵੀ ਜਿੱਥੋਂ ਸੰਗਤ ਇੱਥੇ ਪਹੁੰਚ ਨਾ ਰਹੀ ਹੋਵੇ। ਇੰਨੀ ਧੁੰਦ ਹੋਣ ਦੇ ਬਾਵਜੂਦ ਤੇ ਦੂਰ ਤੋਂ ਲੋਕੀ ਜਿਹੜੇ ਪਹੁੰਚ ਰਹੇ ਸੀਗੇ, ਤੇ ਜਿਹੜਾ ਮਤਲਬ ਮਕਸਦ ਲੈ ਕੇ ਅਸੀਂ ਅੱਜ ਤੋਂ 150 ਦਿਨ ਪਹਿਲਾਂ ਬੈਠੇ ਸੀਗੇ, ਸਾਰਿਆਂ ਦੇ ਹੌਸਲੇ ਬੁਲੰਦ ਨੇ। ਤੇ ਜਿੰਨਾ ਚਿਰ ਇਹ ਫੈਕਟਰੀ ਜਿਹੜੀ ਜਿਹਨੇ ਸਾਡੇ ਇਲਾਕੇ ਦਾ ਬਹੁਤ ਜ਼ਿਆਦਾ ਨੁਕਸਾਨ ਕਰ ਦਿੱਤਾ ਵੱਖ-ਵੱਖ ਤਰੀਕਿਆਂ ਦੇ ਨਾਲ, ਜਿੰਨਾ ਚਿਰ ਇਹ ਪੂਰਨ ਤੌਰ ਤੇ ਬੰਦ ਨਹੀਂ ਹੁੰਦੀ ਤੇ ਲੋਕੀ ਏਦਾਂ ਡਟੇ ਰਹਿਣਗੇ, ਚਾਹੇ ਠੰਡ ਹੋਵੇ ਚਾਹੇ ਗਰਮੀ ਹੋਵੇ। ਇੱਕ ਸਵਾਲ ਸੰਦੀਪ ਹੋਰ, ਕਿਉਂਕਿ ਉਹ ਬਣਦਾ ਹੈ, ਮੈਂ ਮਹਿਮਾਨਾਂ ਦੀ ਜਾਣਕਾਰੀ ਲਈ ਵੀ ਲੈਣਾ ਚਾਹਾਂਗਾ, ਉਹ ਹੈ ਕਿ ਜਿਨ੍ਹਾਂ ਕਿਸਾਨਾਂ ਦੇ ਖਿਲਾਫ ਜਿੱਦਾਂ ਤੁਸੀਂ ਕਹਿ ਰਹੇ ਹੋ FIR ਦਰਜ ਕੀਤੀਆਂ ਗਈਆਂ, ਉਹਨਾਂ ਨੂੰ ਜੇਲ੍ਹਾਂ 'ਚ ਸੁੱਟਿਆ ਗਿਆ, ਉਹਨਾਂ ਦੀ ਸਥਿਤੀ ਇਸ ਵੇਲੇ ਕੀ ਹੈ? ਕੀ ਉਹਨਾਂ ਨੂੰ ਕੋਈ ਬਾਹਰ ਕੱਢਣ ਬਾਰੇ ਛੱਡਣ ਬਾਰੇ ਕੋਈ ਗੱਲਬਾਤ ਵੀ ਚੱਲ ਰਹੀ ਹੈ, ਜਾਂ ਅਜੇ ਜੇਲ੍ਹਾਂ 'ਚ ਨਜ਼ਰਬੰਦ ਨੇ ਜਿਹੜੇ ਆਗੂ ਜਾਂ ਆਮ ਜਿਹੜੇ ਕਿਸਾਨ ਆ ਫੜੇ ਜਾ ਚੁੱਕੇ ਹੈ? ਬਿਲਕੁਲ ਜੀ, ਜਿਹੜੇ ਕੋਈ 40-50 ਦੇ ਕਰੀਬ ਜਿਹੜੇ ਕਿਸਾਨ ਤੇ ਜਿਹੜੇ ਆਗੂ ਜਿਹੜੇ ਕੁਝ ਜੇਲ੍ਹਾਂ ਦੇ ਵਿੱਚ ਭੇਜੇ ਗਏ ਸੀਗੇ, ਕੱਲ ਅਸੀਂ ਗੱਲ ਕੀਤੀ ਸੀ ਕਿ ਉਹਨਾਂ ਨੂੰ ਜੇਲ੍ਹਾਂ ਤੋਂ ਰਿਹਾ ਕੀਤਾ ਜਾਵੇ। ਅਸੀਂ ਉਹਨਾਂ ਦੀ ਬੇਲ ਵਗੈਰਾ ਕੋਈ ਨਹੀਂ ਕਰਾਵਾਂਗੇ, ਕਿਉਂਕਿ ਵੱਖ-ਵੱਖ ਜਿਹੜੀਆਂ ਧਾਰਾਵਾਂ ਲੋਕਾਂ ਨੂੰ ਡਰਾਉਣ ਧਮਕਾਉਣ ਦੇ ਲਈ 8-8 10-10 ਧਾਰਾਵਾਂ ਲਾ ਕੇ ਲੋਕਾਂ ਤੇ FIR ਦਰਜ ਜਿਹੜੀਆਂ ਕੀਤੀਆਂ ਗਈਆਂ ਨੇ, ਉਹਦੇ ਬਾਰੇ ਆਈਜੀ ਸਾਹਿਬ ਨਾਲ ਅੱਜ ਸਵੇਰੇ ਉਹਨਾਂ ਨੇ ਮਤਲਬ ਕਿਹਾ ਸੀਗਾ ਸਾਡੇ ਪ੍ਰਬੰਧਕਾਂ ਨੂੰ ਕਿ ਅਸੀਂ ਜਲਦੀ ਇਸ ਬਾਰੇ ਨਿਰਣਾ ਜਿਹੜਾ ਲੈ ਲੈਂਦੇ ਆ। ਇੱਕ ਦੋ ਕੋਈ ਜ਼ਿਆਦਾ ਪ੍ਰੋਬਲਮ ਵਾਲੇ ਸੀਗੇ ਜਿਨ੍ਹਾਂ ਦੇ ਘਰੇ ਕੋਈ ਡੈਥ ਵਗੈਰਾ ਹੋ ਗਈ ਸੀਗੀ, ਤੇ ਉਹਨਾਂ ਨੂੰ ਮੇਬੀ ਉਹਨਾਂ ਨੇ ਸਵੇਰੇ ਜਦੋਂ ਮੀਟਿੰਗ 11 ਵਜੇ ਸਾਡੀ ਉਹਨਾਂ ਨਾਲ ਗੱਲਬਾਤ ਹੋਈ ਸੀ ਤੇ ਉਹ ਕਹਿੰਦੇ ਸੀ ਕਿ ਉਹਨੂੰ ਅਸੀਂ ਘਰੇ ਭੇਜ ਦਿੰਦੇ ਆ, ਬਾਕੀਆਂ ਬਾਰੇ ਤੁਸੀਂ 2 ਦਿਨ ਸਾਨੂੰ ਟਾਈਮ ਦੇ ਦਿਓ ਤੇ ਅਸੀਂ ਜਲਦੀ ਜਿਹੜੇ ਉਹਨਾਂ ਨੂੰ ਰਿਹਾ ਕਰਾਂਗੇ। ਸਮਾਂ ਮੰਗ ਰਹੀ ਹੈ ਸਰਕਾਰ। ਵਲਟੂਆ ਜੀ, ਇਸੇ ਮੁੱਦੇ ਦੇ ਉੱਤੇ ਜਿਸ ਤਰੀਕੇ ਨਾਲ ਜ਼ੀਰਾ ਦੇ ਵਿੱਚ ਤੁਸੀਂ ਆਪ ਵੀ ਇਲਾਕੇ ਦੇ ਉਧਰ ਨਜ਼ਦੀਕ ਤੋਂ ਹੀ ਆਉਨੇ ਹੋ, ਜੋ ਲੜਾਈ ਲੜੀ ਜਾ ਰਹੀ ਹੈ ਕਿਸਾਨਾਂ ਵੱਲੋਂ 5 ਮਹੀਨੇ ਹੋ ਗਏ, ਅਕਸਰ ਕਿਉਂ ਸਰਕਾਰਾਂ ਅਸੰਵੇਦਨਸ਼ੀਲ ਹੋ ਜਾਂਦੀਆਂ ਇਹੋ ਜਿਹੇ ਮੁੱਦਿਆਂ 'ਤੇ ਵੀ? ਜਿੱਦਾਂ ਮੈਂ ਪਹਿਲਾਂ ਵੀ ਕਿਹਾ, ਕੋਈ ਅਜਿਹਾ ਮੁੱਦਾ ਤਾਂ ਹੈ ਨਹੀਂ ਕਿ ਕਣਕ ਦਾ ਵਧੇਰੇ ਭਾਅ ਮੰਗਦੇ ਆ ਜਾਂ ਮੱਕੀ ਦਾ ਝੋਨੇ ਦਾ ਵਧੇਰੇ ਭਾਅ ਮੰਗਦੇ ਆ। ਕਿਸਾਨ ਇਹੀ ਕਹਿ ਰਹੇ ਕਿ ਧਰਤੀ ਹੇਠ ਜ਼ਹਿਰੀਲਾ ਪਾਣੀ ਨਾ ਸੁੱਟਿਆ ਜਾਵੇ। ਲੜਾਈ ਇਸ ਗੱਲ ਦੀ ਹੈ, ਸਰਕਾਰ ਕਿਉਂ ਬਿਜ਼ਦ ਹੈ ਇਸ ਗੱਲ 'ਤੇ ਕਿ ਨਹੀਂ ਤੁਹਾਡੀ ਸੁਣਵਾਈ ਨਹੀਂ ਕਰਾਂਗੇ? ਦੇਖੋ ਸਿੱਧੂ ਸਾਹਿਬ, ਸਭ ਤੋਂ ਪਹਿਲੀ ਤੇ ਗੱਲ ਹੈ ਕਿ ਮਨੁੱਖੀ ਜ਼ਿੰਦਗੀ ਜਿਹੜੀ ਹੈ ਪੌਣ ਤੇ ਪਾਣੀ ਦੇ ਸਿਰ ਤੇ ਚੱਲਦੀ ਹੈ। ਬਿਲਕੁਲ।
ਔਰ ਸਾਡੇ ਗੁਰੂ ਸਾਹਿਬਾਨ ਨੇ ਵੀ ਪਾਉਣ ਨੂੰ ਤੇ ਪਾਣੀ ਨੂੰ ਬਹੁਤ ਵੱਡੀ ਮਹੱਤਤਾ ਦਿੱਤੀ ਹੈ। ਔਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਕਿ ਲੋਕਾਂ ਨੇ ਦੁਖੀ ਹੋ ਕੇ ਇਹ ਜਿਹੜਾ ਕਦਮ ਚੁੱਕਿਆ ਹੈ ਕਿ ਇਹ ਜਿਹੜੀ ਡਿਸਟਿਲਰੀ ਹੈ ਇਹ ਸਾਡੇ ਵਾਸਤੇ ਇੱਕ ਤਰ੍ਹਾਂ ਮੌਤ ਦਾ ਕਾਰਨ ਬਣ ਰਹੀ ਹੈ ਔਰ ਸਾਡੀਆਂ ਜ਼ਿੰਦਗੀਆਂ ਜਿਹੜੀਆਂ ਨੇ ਉਹ ਤਬਾਹ ਹੋ ਰਹੀਆਂ ਨੇ। ਸਰਕਾਰ ਤੱਕ ਆਵਾਜ਼ ਪਹੁੰਚਾਈ ਗਈ ਕਿ ਇਹਦਾ ਕੋਈ ਪ੍ਰਬੰਧ ਕੀਤਾ ਜਾਵੇ ਔਰ ਇਸ ਡਿਸਟਿਲਰੀ ਨੂੰ ਬੰਦ ਕੀਤਾ ਜਾਵੇ ਔਰ ਨਹੀਂ ਸੁਣਵਾਈ ਹੋਈ, ਐਜੀਟੇਸ਼ਨ ਸ਼ੁਰੂ ਹੋਈ। ਤੇ ਮੇਰਾ ਖਿਆਲ ਹੈ ਕਿ ਜਿਸ ਸਿਦਕ ਦੇ ਨਾਲ, ਜਿਸ ਸ਼ਿੱਦਤ ਦੇ ਨਾਲ ਇਲਾਕੇ ਦੇ ਲੋਕਾਂ ਨੇ ਉੱਥੇ ਪਹਿਰਾ ਦਿੱਤਾ ਔਰ ਅੱਜ ਉਹ ਜਿਹੜੀ ਐਜੀਟੇਸ਼ਨ ਹੈ ਏਡਾ ਵੱਡਾ ਰੂਪ ਧਾਰਨ ਕਰ ਗਈ ਹੈ ਕਿ ਜਿਹੜੀ ਸਰਕਾਰ ਕਦਾਚਿਤ ਵੀ ਉਸ ਮੋਰਚੇ ਵਾਲੇ ਪਾਸੇ ਜਾਂ ਉਹਨਾਂ ਲੋਕਾਂ ਦੀ ਮੰਗ ਵਾਲੇ ਪਾਸੇ ਧਿਆਨ ਦੇਣਾ ਵੀ ਮੁਨਾਸਬ ਨਹੀਂ ਸੀ ਸਮਝਦੀ, ਅੱਜ ਉਹਨੂੰ ਵੀ ਮੈਂ ਮਹਿਸੂਸ ਕਰਦਾ ਕਿ ਹੱਥਾਂ ਪੈਰਾਂ ਦੇ ਜ਼ਰੂਰ ਪਈ ਹੋਊਗੀ। ਉਹਦੇ ਪਿੱਛੇ ਉਹਨਾਂ ਦੀਆਂ ਮਜਬੂਰੀਆਂ ਹੋ ਸਕਦੀਆਂ ਨੇ ਜਿਹੜੇ ਅੱਜ ਸਰਕਾਰ ਚਲਾ ਰਹੇ ਨੇ ਪੰਜਾਬ ਦੇ ਅੰਦਰ, ਕਿ ਉਹ ਡਿਸਟਿਲਰੀ ਦੇ ਵਿਰੁੱਧ, ਉਸ ਸ਼ਰਾਬ ਫੈਕਟਰੀ ਦੇ ਵਿਰੁੱਧ ਕੋਈ ਇਸ ਕਰਕੇ ਕਾਰਵਾਈ ਨਹੀਂ ਕਰ ਰਹੇ ਜਾਂ ਕਰ ਸਕਦੇ ਕਿ ਉਹਦੇ ਪਿੱਛੇ ਜਿਹੜਾ ਉਹ ਸੁਪਰੀਮੋ ਹੈ, ਹਾਂਜੀ, ਉਹਦੀ ਸਾਂਝ ਜਿਹੜੀ ਹੈ ਉਸ ਡਿਸਟਿਲਰੀ ਦੇ ਮਾਲਕ ਦੇ ਨਾਲ ਹੈ, ਜਿਹੜਾ ਇੱਕ ਬਹੁਤ ਵੱਡਾ ਸ਼ਰਾਬ ਦਾ ਕਾਰੋਬਾਰੀ ਹੈ। ਔਰ ਜਿਹੜੀ ਦਿੱਲੀ ਦੀ ਸ਼ਰਾਬ ਨੀਤੀ ਸੀਗੀ ਉਹਦਾ ਵੀ ਬਹੁਤ ਵੱਡਾ ਹਿੱਸੇਦਾਰ ਸੀਗਾ। ਔਰ ਇੱਥੇ ਮੈਂ ਨਾਂ ਲੈਣਾ ਵੀ ਮੁਨਾਸਬ ਸਮਝੂ ਕਿ ਕੇਜਰੀਵਾਲ ਤੇ ਸਿਸੋਦੀਆ ਜੀ ਜੇ ਦਿੱਲੀ ਦੀ ਸ਼ਰਾਬ ਨੀਤੀ ਦੇ ਉੱਤੇ ਸਵਾਲ ਉੱਠੇ ਤੇ ਉਹਦੇ ਵਿੱਚ ਇਸ ਸ਼ਰਾਬ ਫੈਕਟਰੀ ਦੇ ਮਾਲਕ ਦਾ ਨਾਮ ਵੀ ਉਚੇਚੇ ਤੌਰ ਤੇ ਆਇਆ। ਹੁਣ ਜਦੋਂ ਸਾਂਝਾਂ ਇੱਥੋਂ ਤੱਕ ਹੋਣਗੀਆਂ ਤੇ ਫਿਰ ਜਿਹੜਾ ਇਹ ਕੁਦਰਤੀ ਹੈ ਕਿ ਕਿਸਾਨਾਂ ਦੀ ਜਾਂ ਲੋਕਾਂ ਦੀ ਜਾਂ ਉੱਥੋਂ ਦੀ ਵਸੋਂ ਦੀ ਸੁਣਵਾਈ ਜਿਹੜੀ ਹੈ ਉਹਦੀ ਸੰਭਾਵਨਾ ਨਹੀਂ। ਹੁਣ ਦੇਖੋ ਇਹ 'ਚ ਕੋਈ ਡਰਾਮਾ ਨਹੀਂ ਗਿਆ ਕਿ ਪੰਜਾਬ ਦੀਆਂ ਜਿਹੜੀਆਂ ਡਿਸਟਿਲਰੀਜ਼ ਨੇ ਜਾਂ ਜਿਹੜੀਆਂ ਫੈਕਟਰੀਆਂ ਨੇ, ਖਾਸ ਕਰਕੇ ਡਿਸਟਿਲਰੀਜ਼ ਤੇ ਖੰਡ ਮਿੱਲਾਂ, ਇਹ ਜਿਹੜਾ ਆਪਣਾ ਜਿਹੜਾ ਇਹਨਾਂ ਦਾ ਗੰਦ ਹੈ ਉਹਨੂੰ ਜਿਹੜਾ ਟਰੀਟ ਕਰਕੇ ਨਹੀਂ, ਟਰੀਟਮੈਂਟ ਪਲਾਂਟ ਦੇ ਰਾਹੀਂ ਨਹੀਂ ਇਹਨੂੰ ਡਿਸਚਾਰਜ ਕਰਦੇ ਆ, ਇਹ ਸਿੱਧੇ ਦਾ ਸਿੱਧਾ ਜਿਹੜਾ ਉਹ ਧਰਤੀ ਦੇ ਹੇਠ ਘੱਲਦੇ ਆ ਜੀ। ਔਰ ਮੈਂ ਤੁਹਾਨੂੰ ਇੱਕ ਦੱਸਣਾ ਚਾਹੁੰਦਾ ਕਿ ਸ਼ਾਇਦ ਤੁਸੀਂ ਵੀ ਉਸ ਸਮੇਂ ਵਿਧਾਨ ਸਭਾ ਕਵਰੇਜ ਕਰਦੇ ਹੁੰਦੇ ਸੀ। 2008 ਦੀ ਗੱਲ ਹੈ ਕਿ ਇੱਕ ਵਿਧਾਨ ਸਭਾ ਦੀ ਸਪੈਸ਼ਲ ਕਮੇਟੀ ਖੰਡ ਮਿੱਲਾਂ ਤੇ ਡਿਸਟਿਲਰੀਆਂ ਦੇ ਪ੍ਰਦੂਸ਼ਣ ਨੂੰ ਲੈ ਕੇ ਬਣੀ ਸੀ। ਜਦੋਂ ਲੌਕਾ ਸ਼ਰਾਬ ਫੈਕਟਰੀ ਜਿਹੜੀ ਰਾਣਾ ਗੁਰਜੀਤ ਸਿੰਘ ਹੋਰਾਂ ਦੀ ਹੈ ਤੇ ਇਲਾਕੇ ਦੇ ਲੋਕਾਂ ਨੇ ਉੱਥੇ ਐਜੀਟੇਸ਼ਨ ਕੀਤੀ ਸੀਗੀ ਤੇ ਵਿਧਾਨ ਸਭਾ ਦੀ ਸਪੈਸ਼ਲ ਕਮੇਟੀ ਬਣੀ ਸੀ ਜਿਹਨੇ ਸਾਰੀਆਂ ਹੀ ਇਹ ਲਗਭਗ ਜਿਹੜੀਆਂ ਡਿਸਟਿਲਰੀਆਂ ਨੇ, ਖੰਡ ਮਿੱਲਾਂ ਨੇ, ਉਹਨਾਂ ਦਾ ਦੌਰਾ ਕੀਤਾ ਔਰ ਇਸ ਮਿੱਲ ਦਾ ਵੀ ਦੌਰਾ ਕੀਤਾ, ਉਹਦਾ ਮੈਂ ਵੀ ਮੈਂਬਰ ਸੀਗਾ। ਔਰ ਇਹਦੇ ਵਿੱਚ ਤੁਸੀਂ ਦੇਖੋ ਕਿ ਇਹਦੇ ਚ ਜਿਹੜਾ ਮੈਲਬਰੋਜ਼ ਬਾਰੇ ਲਿਖਿਆ ਆ ਇਸ ਫੈਕਟਰੀ ਬਾਰੇ, ਕਮੇਟੀ ਨੇ ਦੇਖਿਆ ਕਿ ਡਿਸਟਿਲਰੀ ਵਿੱਚ ਲੱਗਿਆ ਹੋਇਆ ਆਰਓ ਸਿਸਟਮ ਦਾ ਖਰਾਬ ਪਾਣੀ ਫਾਈਨਲ ਟ੍ਰੀਟਡ ਪਾਣੀ ਵਿੱਚ ਨਹੀਂ ਪਾਇਆ ਜਾ ਰਿਹਾ ਸੀ। ਇਸ ਲਈ ਕਮੇਟੀ ਨੇ ਹਦਾਇਤ ਕੀਤੀ ਕਿ ਪਾਣੀ। ਬਲਟੋਆ ਜੀ ਵੀ ਜਰਨਲਿਸਟ, ਤੁਸੀਂ ਬੜਾ ਇੰਪੋਰਟੈਂਟ ਗੱਲ ਕਹਿ ਰਹੇ ਹੋ। ਮੈਂ ਦਰਸ਼ਕਾਂ ਦੀ ਸਪਸ਼ਟੀਕਰਨ ਲਈ ਸਵਾਲ ਲੈ ਰਿਹਾ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਗੰਦਾ ਪਾਣੀ ਉਸ ਤਰੀਕੇ ਨਾਲ ਪਾਇਆ ਜਾ ਰਿਹਾ, ਤੁਸੀਂ ਉਸ ਕਮੇਟੀ ਦੇ ਮੈਂਬਰ ਸੀ, ਇਹ ਕਮੇਟੀ ਦੀ ਔਨ ਰਿਕਾਰਡ ਜਿਹੜੀ ਰਿਪੋਰਟ ਆਉਂਦੀ ਹੁੰਦੀ ਹੈ ਵਿਧਾਨ ਸਭਾ ਦੇ ਅੰਦਰ, ਉਸ ਰਿਪੋਰਟ 'ਚ ਦਰਜ ਹੋਇਆ ਇਹ ਪੁਆਇੰਟ? ਬਕਾਇਦਾ ਜੀ ਅਕਤੂਬਰ 2010 ਚ ਇਹ ਕਮੇਟੀ ਦੀ ਰਿਪੋਰਟ ਜਿਹੜੀ ਹੈ ਵਿਧਾਨ ਸਭਾ ਦਾ ਕਾਰਵਾਈ ਦਾ ਹਿੱਸਾ ਬਣੀ ਔਰ ਇਹਦੇ ਵਿੱਚ ਕਿੱਥੇ ਕਿੱਥੇ ਕਿਸ ਰੂਪ ਚ ਦੌਰਾ ਕੀਤਾ, ਕੀ ਉੱਥੇ ਪਾਇਆ ਗਿਆ, ਉੱਥੋਂ ਸੈਂਪਲ ਭਰੇ ਗਏ, ਉਹਨਾਂ ਦੀਆਂ ਰਿਪੋਰਟਾਂ ਨਾਲ ਦਰਜ ਨੇ ਔਰ ਨਾਲ ਜਿਹੜੀਆਂ ਕਮੇਟੀ ਦੀਆਂ ਰეკਮੈਂਡੇਸ਼ਨਸ ਨੇ ਕਿ ਔਰ ਇੱਥੋਂ ਤੱਕ ਪਾਇਆ ਗਿਆ ਕਿ ਜਿਹੜਾ ਇਹ ਅਨਟ੍ਰੀਟਡ ਜਿਹੜਾ ਗੰਦਮੰਦ ਆ ਸ਼ਰਾਬ ਦਾ, ਜਿਹਨੂੰ ਆਪਾਂ ਲਾਹਣ ਕਹਿ ਸਕਦੇ ਹਾਂ, ਉਹ ਜਿਹੜਾ ਧਰਤੀ ਹੇਠ ਪਾਇਆ ਜਾ ਰਿਹਾ, ਉੱਥੇ ਟ੍ਰੀਟਮੈਂਟ ਪਲਾਂਟ ਜਿਹੜਾ ਇਹਨਾਂ ਦਾ ਚਲਾਉਣਾ ਫਰਜ਼ ਬਣਦਾ ਆ ਉਹ ਨਹੀਂ ਚਲਾਇਆ ਜਾ ਰਿਹਾ। ਇਹ ਬਕਾਇਦਾ ਜਿਹੜੀ ਕਮੇਟੀ ਦੀ ਰਿਪੋਰਟ ਹੈ ਔਰ ਇੱਥੋਂ ਤੱਕ ਵੀ ਦਰਜ ਕੀਤਾ ਉਹਦੇ ਵਿੱਚ ਕਿ ਜਿਹੜਾ ਪੰਜਾਬ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਹੈ, ਪੋਲਿਊਸ਼ਨ ਕੰਟਰੋਲ ਬੋਰਡ ਜਿਹਨੂੰ ਆਪਾਂ ਕਹਿ ਦਿੰਦੇ ਹਾਂ,
ਉਹ ਜਿਹੜਾ ਆ ਇਹਨਾਂ ਫੈਕਟਰੀਆਂ ਦੇ ਨਾਲ ਮਿਲੀ ਭੁਗਤ ਕਰਕੇ ਇਹਨਾਂ ਦੇ ਵੱਲੋਂ ਫੈਲਾਏ ਜਾ ਰਹੇ ਪ੍ਰਦੂਸ਼ਣ ਦੇ ਉੱਤੇ ਰੋਕ ਨਹੀਂ ਲਾ ਰਿਹਾ, ਸਗੋਂ ਖੁੱਲੀ ਛੁੱਟੀ ਦੇ ਰਿਹਾ ਹੈ। ਇਹ ਵੀ ਉਹਦੇ ਵਿੱਚ ਦਰਜ ਹੈ ਔਰ ਕਾਫੀ ਉਹਦੇ ਵਿੱਚ ਸਿਫਾਰਸ਼ਾਂ ਜਿਹੜੀਆਂ ਕੀਤੀਆਂ ਸੀਗੀਆਂ ਕਿ ਆਹ ਜਿਹੜਾ ਹੈ ਇੱਥੇ ਲਾਗੂ ਹੋਣਾ ਚਾਹੀਦਾ ਹੈ। ਔਰ ਬਕਾਇਦਾ ਜਿਹੜਾ ਆ ਸਕਾਟਲੈਂਡ ਦੀ ਵੀ ਜਿਹੜੀ ਉਸ ਕਮੇਟੀ ਉੱਥੇ ਪਹੁੰਚੀ ਸੀਗੀ ਕਿ ਉੱਥੇ ਬੜੇ ਵੱਡੇ ਪੱਧਰ ਤੇ ਸ਼ਰਾਬ ਫੈਕਟਰੀਆਂ ਨੇ ਔਰ ਇੱਥੋਂ ਤੱਕ ਕਮੇਟੀ ਨੇ ਉਹ 'ਚ ਮੈਂਸ਼ਨ ਕੀਤਾ ਕਿ ਜਿਹੜੇ ਉੱਥੋਂ ਦੀਆਂ ਸ਼ਰਾਬ ਫੈਕਟਰੀਆਂ ਨੇ ਉਹ ਇੰਝ ਜਾਪਦਾ ਜਿਵੇਂ 5 ਸਟਾਰ ਹੋਟਲ 'ਚ ਆ ਗਏ ਆ, ਕਿਸੇ ਤਰ੍ਹਾਂ ਦੀ ਕੋਈ ਸਮੈਲ ਨਹੀਂ ਉੱਥੇ। ਵਾਤਾਵਰਣ ਜਿਹੜਾ ਆ ਇਹੋ ਜਿਹਾ ਆ ਤੇ ਇੱਥੇ ਸਾਡੇ ਜਿਹੜਾ ਕਿ ਲਾਗੋਂ ਲੰਘਣਾ ਮੁਸ਼ਕਲ ਹੋ ਜਾਂਦਾ ਤੇ ਰਹਿਣਾ ਮੁਸ਼ਕਲ ਹੋ ਜਾਂਦਾ। ਮੱਖੀ ਮੱਛਰ ਤੇ ਪਾਣੀ ਜਿਹੜਾ ਸਾਡਾ ਦੂਸ਼ਿਤ ਹੋ ਰਿਹਾ। ਤੁਸੀਂ ਵਾਜਬ ਫਰਮਾ ਰਹੇ ਹੋ। ਇੱਕ ਸਵਾਲ ਹੋਰ, ਕਿਉਂਕਿ ਤੁਸੀਂ ਸੀਨੀਅਰ ਆਗੂ ਹੈਗੇ ਹੋ, ਵਿਧਾਨ ਸਭਾ 'ਚ ਲੰਬਾ ਸਮਾਂ ਨੁਮਾਇੰਦਗੀ ਕਰਦੇ ਰਹੇ ਹੋ, ਕਮੇਟੀਆਂ ਦੇ ਮੈਂਬਰ ਰਹੇ ਹੋ। ਆਪਾਂ ਰਾਸ਼ਟਰੀ ਪੱਧਰ ਤੋਂ ਉੱਪਰ ਉੱਠ ਕੇ ਸਵਾਲ ਦਾ ਮੈਂ ਜਵਾਬ ਲੈਣਾ ਚਾਹਾਂਗਾ, ਕਿਉਂਕਿ ਆਮ ਆਦਮੀ ਪਾਰਟੀ ਦੇ ਬੁਲਾਰੇ ਤਾਂ ਸਪੋਕਸਪਰਸਨ ਤਾਂ ਹੈ ਨਹੀਂ ਕਿ ਉਹਨਾਂ ਮੁੱਦਿਆਂ 'ਤੇ ਜਵਾਬ ਦੇਣਗੇ। ਸਵਾਲ ਇਹ ਹੈ ਕਿ ਵੀ ਠੀਕ ਹੈ, ਕਮੇਟੀ ਨੇ ਰਿਪੋਰਟ ਦਿੱਤੀ ਕਿ ਇੱਦਾਂ ਜਿਹੜਾ ਗੰਦਾ ਪਾਣੀ ਹੈ ਧਰਤੀ ਹੇਠਾਂ, ਹੋਰ ਵੀ ਤੁਸੀਂ ਕਹਿ ਰਹੇ ਕਿ ਫੈਕਟਰੀਆਂ 'ਚ ਇੱਦਾਂ ਦਾ ਵਰਤਾਰਾ ਵਾਪਰਿਆ। ਦੇਖੋ, ਆਪ ਤਾਂ ਸਰਕਾਰ ਆਈ ਹੈ, ਇਸ ਤੋਂ ਪਹਿਲਾਂ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ, ਕਾਂਗਰਸ ਦੀ ਸਰਕਾਰ ਰਹੀ, ਕਿਧਰੇ ਪਿਛਲੀਆਂ ਸਰਕਾਰਾਂ ਵੱਲੋਂ ਵੀ ਅਣਦੇਖੀ ਕੀਤੀ ਗਈ ਹੈ ਇਸ ਮੁੱਦੇ ਤੇ। ਮੈਂ ਸਵਾਲ ਵੀ ਲੈਣਾ ਚਾਹਾਂਗਾ ਤੁਹਾਡੇ ਤੋਂ। ਨਹੀਂ, ਇਹ 'ਚ ਕੋਈ ਦੁਰਾਵਾ ਨਹੀਂ ਗਿਆ ਕਿ ਕਸਰਾਂ ਤੇ ਰਹੀਆਂ ਕਸਰਾਂ, ਕਿਉਂਕਿ ਹਰ ਸਿਸਟਮ ਦੇ ਉੱਤੇ ਸੰਬੰਧਿਤ ਡਿਪਾਰਟਮੈਂਟ ਨੇ ਨਜ਼ਰ ਰੱਖਣੀ ਹੁੰਦੀ। ਬਿਲਕੁਲ। ਔਰ ਇੱਥੋਂ ਤੱਕ ਕਿ ਉਸ ਕਮੇਟੀ ਨੇ ਵੀ ਆਪਣੇ ਸਵਾਲ ਜਿਹੜੇ ਸੰਬੰਧਿਤ ਡਿਪਾਰਟਮੈਂਟ ਜਿਹੜਾ ਪੋਲੂਸ਼ਨ ਕੰਟਰੋਲ ਬੋਰਡ ਤੇ ਉਠਾਏ ਸੀ, ਪਰ ਕਿਉਂਕਿ ਉਸ ਤੋਂ ਅਗਲੀ ਕਾਰਵਾਈ ਸੀ ਜਿਹੜੀ, ਕਿਉਂਕਿ ਜਦੋਂ ਕਮੇਟੀ ਦੀ ਰਿਪੋਰਟ ਜਿਹੜੀ ਹੈ ਵਿਧਾਨ ਸਭਾ ਦਾ ਹਿੱਸਾ ਬਣ ਜਾਂਦੀ ਹੈ, ਉਹ ਫਿਰ ਇੰਪਲੀਮੈਂਟੇਸ਼ਨ ਵਾਸਤੇ ਜਿਹੜਾ ਆ ਉਹ ਵਿਧਾਨ ਸਭਾ ਦੀ ਜਿਹੜੀਆਂ ਕਮੇਟੀਆਂ ਹੁੰਦੀਆਂ ਉਹਨਾਂ ਨੇ ਪੁੱਛਗਿੱਛ ਕਰਨੀ ਹੁੰਦੀ ਹੈ, ਜਿਹੜੀਆਂ ਉਸ ਤੋਂ ਅੱਗੇ ਜਿਹੜੀਆਂ ਉਹਦੀ ਪੈਰਵਾਈ ਕਰਦੀਆਂ ਨੇ, ਜਾਂ ਜਿਹੜਾ ਚੀਫ ਸੈਕਟਰੀ ਨੇ ਲਾਗੂ ਕਰਾਉਣੀਆਂ ਹੁੰਦੇ ਆ ਜਿਹੜੇ ਉਹ 'ਚ ਰეკਮੈਂਡੇਸ਼ਨ ਕੀਤੀਆਂ ਹੁੰਦੀਆਂ ਨੇ। ਬਿਲਕੁਲ। ਉਹਦੇ 'ਚ ਕਿੰਨੀਆਂ ਲਾਗੂ ਹੋਈਆਂ ਕਿੰਨੀਆਂ ਨਹੀਂ ਹੋਈਆਂ, ਜਾਂ ਅਗਲਿਆਂ ਨੇ ਇਹ ਦੇਖ ਲਿਆ ਕਿ ਹੁਣ ਢਿੱਲ ਆ ਗਈ ਹੈ, ਢਿੱਲ ਤੋਂ ਬਾਅਦ ਭੌਂ ਕੇ ਫਿਰ ਉਹਨਾਂ ਨੇ ਉਹੀ ਰਸਤਾ ਫੜ ਲਿਆ, ਜਿਸ ਤਰ੍ਹਾਂ ਕਿ ਮੈਲਬਰੋਜ਼ ਦਾ ਆ ਰਿਹਾ ਹੈ ਜਾਂ ਹੋਰ ਨਾ ਫੈਕਟਰੀਆਂ ਦਾ ਵੀ ਆ ਰਿਹਾ ਹੈ। ਇਹ ਕੱਲੀ ਇੱਥੋਂ ਦੀ ਗੱਲ ਨਹੀਂ, ਪਰ ਜਿਸ ਤਰ੍ਹਾਂ ਦਾ ਇੱਥੇ ਸੰਬੰਧਿਤ ਫੈਕਟਰੀ ਮਾਲਕ ਵੱਲੋਂ ਦਿਲਬਦੀ ਕੀਤੀ ਗਈ, ਕਹਿ ਲਈਏ ਕਿ ਮੈਨੂੰ ਕਿਹੜਾ ਕੋਈ ਪੁੱਛਣ ਵਾਲਾ ਆ, ਤੇ ਅੱਜ ਮਹਿਕਮੇ ਨੇ ਤਾਂ ਪੁੱਛਣਾ ਕਿਧਰੇ ਰਹਿ ਗਿਆ। ਮਹਿਕਮਾ ਤੇ ਅੱਜ ਵੀ ਨਾਲ ਖੜੋਤਾ ਹੈ, ਸਰਕਾਰ ਵੀ ਅੱਜ ਵੀ ਨਾਲ ਖੜੋਤੀ ਹੈ। ਬਿਲਕੁਲ, ਮਿਹਰਬਾਨੀ ਪਟੋਆ ਜੀ, ਥੈਂਕ ਯੂ। ਤੁਹਾਡਾ ਵਿਊ ਪੁਆਇੰਟ ਆ ਗਿਆ। ਮੈਂ ਫੇਰ ਆਵਾਂਗਾ, ਬਾਕੀ ਮਹਿਮਾਨਾਂ ਤੋਂ ਵੀ ਆਪਾਂ ਜਵਾਬ ਲੈ ਲਈਏ। ਸਾਡੇ ਨਾਲ ਇਕਬਾਲ ਜੀ ਭਾਰਤੀ ਜਨਤਾ ਪਾਰਟੀ ਦੀ ਨੁਮਾਇੰਦਗੀ ਕਰ ਰਿਹਾ। ਇਕਬਾਲ ਜੀ, ਇਸ ਮੁੱਦੇ ਤੇ ਕਿਉਂਕਿ ਕੇਂਦਰ ਦੀ ਭੂਮਿਕਾ ਵੀ ਬਹੁਤ ਵੱਡੀ ਭੂਮਿਕਾ ਹੈ, ਜਦੋਂ ਆਪਾਂ ਗੱਲ ਕਰਦੇ ਹਾਂ ਪ੍ਰਦੂਸ਼ਣ ਦੀ, ਧਰਤੀ ਹੇਠਲੇ ਪਾਣੀ ਨੂੰ ਕਿਸ ਤਰ੍ਹਾਂ ਬਚਾਉਣਾ ਹੈ, ਜ਼ਹਿਰੀਲਾ ਪਾਣੀ ਕਿਉਂ ਹੋ ਰਿਹਾ, ਕਿਸੇ ਇੱਕ ਵਜ੍ਹਾ ਕਰਕੇ ਨਹੀਂ, ਇਹ ਤਾਂ ਹੁਣ ਹਾਈ ਹੈ ਸ਼ਰਾਬ ਫੈਕਟਰੀ ਦੀ, ਪਰ ਹੋਰ ਬਹੁਤ ਸਾਰੇ ਕਾਰਨ ਹੈ ਜਿਨ੍ਹਾਂ ਕਰਕੇ ਧਰਤੀ ਦੇ ਪਵਿੱਤਰ ਪਾਣੀ ਨੂੰ ਬਚਾਉਣ ਦੀ ਜ਼ਰੂਰਤ ਹੈ। ਤੇ ਕਿਸਾਨ ਲੜ ਰਹੇ ਆ ਲੜਾਈ ਇਸ ਮੁੱਦੇ ਤੇ, ਕਿਵੇਂ ਦੇਖਦੇ ਹੋ ਇਕਬਾਲ ਜੀ? ਬੜੀ ਹੈਰਾਨੀ ਦੀ ਗੱਲ ਹੈ ਜੀ, ਜਿਹੜੀ ਇਹ ਸਰਕਾਰ ਬਣੀ, ਜਿਸ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਲੈਕਸ਼ਨ ਲੜਨ ਤੋਂ ਪਹਿਲਾਂ ਉਹਨਾਂ ਨੇ ਲੋਕਾਂ ਨਾਲ ਇਹ ਵਾਅਦਾ ਕੀਤਾ ਕਿ ਪੰਜਾਬ ਵਿੱਚ ਕਿਸੇ ਨੂੰ ਧਰਨਾ ਨਹੀਂ ਦੇਣਾ ਪਊਗਾ, ਪਰ ਅੱਜ ਪੰਜਾਬ ਦਾ ਕੋਈ ਵਰਗ ਅਜਿਹਾ ਨਹੀਂ, ਕੋਈ ਡਿਪਾਰਟਮੈਂਟ ਅਜਿਹਾ ਨਹੀਂ, ਕੋਈ ਖਿੱਤਾ ਅਜਿਹਾ ਨਹੀਂ ਜਿਹੜਾ ਧਰਨਿਆਂ ਤੇ ਨਾ ਬੈਠਾ ਹੋਵੇ। ਆਹ ਜਿਹੜਾ ਧਰਨਾ ਜੀਰਾ ਦੀ ਸ਼ਰਾਬ ਫੈਕਟਰੀ ਦਾ ਹੈ, ਮੈਲਬਰੋਜ਼ ਕੰਪਨੀ ਦੇ ਖਿਲਾਫ, ਇਹਨੂੰ ਮੈਨੂੰ ਲੱਗਦਾ ਅੱਜ ਪੂਰੇ 5 ਮਹੀਨੇ ਹੋ ਗਏ ਤੇ ਸਰਕਾਰ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕੀ। 5 ਮਹੀਨੇ 'ਚ ਸਰਕਾਰ ਨੇ ਕੁਛ ਨਹੀਂ ਲਿਆ, ਨਾ ਤਾਂ ਸਰਕਾਰ ਨੇ ਫੈਕਟਰੀ ਵਾਲਿਆਂ ਵੱਲ ਕੋਈ ਧਿਆਨ ਦਿੱਤਾ ਨਹੀਂ, ਜਿਹੜੀਆਂ ਕਮੀਆਂ ਨੇ ਉਹਨਾਂ ਨੂੰ ਦੂਰ ਕਰਾਇਆ ਜਾਵੇ, ਨਾ ਕਿਸਾਨਾਂ ਨੂੰ ਕੋਈ ਭਰੋਸਾ ਦਿੱਤਾ। ਜਦ ਕਿ ਜਿਹੜਾ ਭਰੋਸਾ ਦਿੱਤਾ 2 ਦਿਨ ਪਹਿਲਾਂ ਜਦੋਂ ਮੀਟਿੰਗ ਕੀਤੀ, ਸੀਐਮ ਨੇ ਕੁਲਦੀਪ ਸਿੰਘ ਧਾਲੀਵਾਲ ਨੇ ਆ ਕੇ ਇੱਥੇ ਭਰੋਸੇ ਦਿੱਤੇ ਤੇ ਕਿਸਾਨਾਂ ਨੂੰ ਵਰਗਲਾ ਕੇ ਦੂਜੇ ਦਿਨ ਉਹਨਾਂ ਤੇ ਲਾਠੀਚਾਰਜ ਕਰ ਦਿੱਤਾ, ਜਿਹੜਾ ਕਿ ਬਹੁਤ ਹੀ ਨਿੰਦਣਯੋਗ ਹੈ। ਮੈਂ ਸਮਝਦਾ ਇਹ ਸਰਕਾਰ ਦੀ ਨਾ ਅਹਿਲੀਅਤ ਹੈ, ਦੋਨੇ ਪਾਸੇ ਤੋਂ ਉਹਨੂੰ ਟੈਕਲ ਕਰਨ ਤੋਂ ਧਰਨੇ ਨੂੰ ਤੇ ਜਿਹੜੀ ਫੈਕਟਰੀ ਹੈ ਉਹਦੇ ਨੋਰਮਸ ਨੂੰ ਠੀਕ ਕਰਾਉਣ ਵਿੱਚ। ਇਸ ਲਈ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਨੂੰ ਜੋ ਉਹਨਾਂ ਦੀ ਬਣਦੇ ਹੱਕ ਨੇ ਉਹ ਦਿੱਤੇ ਜਾਣ, ਪਾਣੀ ਦੀ ਸਫਾਈ ਹੋਵੇ। ਇਕਬਾਲ ਜੀ ਬਿਲਕੁਲ। ਇਕਬਾਲ ਜੀ ਇੱਕ ਸਵਾਲ ਮੈਂ ਤੁਹਾਡੇ ਤੋਂ ਲੈਣਾ ਚਾਹਾਂਗਾ। ਬਿਲਕੁਲ, ਪੰਜਾਬ ਸਰਕਾਰ ਨੇ ਜਿੱਦਾਂ ਆਪਣੀ ਜ਼ਿੰਮੇਵਾਰੀ ਨਿਭਾਈ ਹੈ, ਜੋ ਪ੍ਰੋਟੈਸਟ ਹੈ ਸਾਰਿਆਂ ਦੇ ਸਾਹਮਣੇ ਹੈ, ਕੇਂਦਰ ਦੇ ਪੱਧਰ ਤੇ ਵੀ ਅਜਿਹੇ ਵਿਭਾਗ ਹੈਗੇ ਆ, ਟੀਮਾਂ ਹੈਗੀਆਂ, ਜਦੋਂ ਇੱਦਾਂ ਦਾ ਗੰਦਲੇ ਪਾਣੀ ਦਾ ਮਾਮਲਾ ਆਉਂਦਾ ਤਾਂ ਕੇਂਦਰ ਵੀ ਆਪਣੀਆਂ ਟੀਮਾਂ ਭੇਜ ਕੇ ਜਾਂਚ ਕਰਾ ਸਕਦਾ ਹੈ।
ਸਵਾਲ ਇਹ ਹੈ ਕਿ ਪੰਜਾਬ ਦਾ ਬਹੁਤ ਵੱਡਾ ਬਿਲਕੁਲ। ਇਸ਼ੂ ਇਸ ਵੇਲੇ ਬਣਿਆ ਹੋਇਆ ਹੈ। ਅਸੀਂ ਉਮੀਦ ਕਰ ਬਿਲਕੁਲ ਸਕਦੇ ਹਾਂ ਜੀ। ਕਿ ਕੇਂਦਰ ਦੀ ਸਰਕਾਰ ਇਸ ਮਾਮਲੇ ਦਖਲ ਦੇਗੀ। ਬਿਲਕੁਲ ਜੀ, ਕੇਂਦਰ ਦਾ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨੇ ਪਹਿਲਾਂ ਹੀ ਇਹ ਤੇ ਆਪਣਾ ਐਕਸ਼ਨ ਸ਼ੁਰੂ ਕਰ ਦਿੱਤਾ ਹੈ। ਉਹਨਾਂ ਨੇ ਪੰਜਾਬ ਸਰਕਾਰ ਨੂੰ ਨੋਟਿਸ ਭੇਜ ਦਿੱਤਾ ਇਹਦੇ ਬਾਰੇ ਜੋ ਵੀ ਇਨਫੋਰਮੇਸ਼ਨ ਹੈ ਉਹ ਮੰਗ ਰਹੇ ਨੇ, ਤੇ ਜੋ ਵੀ ਕਾਰਵਾਈ ਹੋਊਗੀ ਸੈਂਟਰ ਸਰਕਾਰ ਉਹ ਜ਼ਰੂਰ ਕਰੂਗੀ। ਉਹਨਾਂ ਨੇ ਪਹਿਲਾਂ ਹੀ ਇਹ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ। ਜੀ ਮਿਹਰਬਾਨੀ ਇਕਬਾਲ ਜੀ, ਫਿਰ ਆਵਾਂਗੇ ਆਪਾਂ ਤੁਹਾਡੇ ਵੱਲ ਇਹਨਾਂ ਮਾਮਲਿਆਂ ਲੈ ਕੇ। ਸਾਡੇ ਨਾਲ ਕਾਂਗਰਸ ਪਾਰਟੀ ਵੱਲੋਂ ਕਮਰ ਹਰਪ੍ਰੀਤ ਜੀ। ਕਮਰ ਹਰਪ੍ਰੀਤ ਜੀ, ਮਾਮਲਾ ਵੱਡਾ ਹੈ, ਪ੍ਰਦੂਸ਼ਣ ਦੇ ਮੁੱਦੇ ਤੇ ਪੰਜਾਬ ਜਿਹੜੀ ਲੜਾਈ, ਬਹੁਤ ਸਾਰੇ ਮੁੱਦਿਆਂ ਤੇ ਪੰਜਾਬ ਜਿੱਦਾਂ ਇਕਬਾਲ ਜੀ ਕਹਿ ਰਿਹਾ ਧਰਨੇ ਮੋਰਚੇ ਲੱਗਦੇ ਹੈ, ਪਰ ਪ੍ਰਦੂਸ਼ਣ ਦੇ ਮੁੱਦੇ ਤੇ ਮੈਂ ਬੀਇੰਗ ਏ ਜਰਨਲਿਸਟ ਦੇਖਦਾ ਕਿ ਪਹਿਲੀ ਵੱਡੀ ਲੜਾਈ ਹੈ ਜਿਹਦੇ ਤੇ ਸਾਰਾ ਪੰਜਾਬ ਇਕੱਠਾ ਹੋਇਆ ਨਜ਼ਰ ਆਉਂਦਾ ਹੈ। ਕਿਵੇਂ ਦੇਖਦੇ ਹੋ ਇਸ ਲੜਾਈ ਨੂੰ? ਕਿਉਂਕਿ ਲੱਗਦਾ ਹੈ ਕਿ ਰਾਜਸੀ ਧਿਰਾਂ ਨੂੰ ਜਿਹੜਾ ਗਾ ਰਾਜਸੀ ਪਾਰਟੀਆਂ ਦੇ ਲਕੀਰਾਂ ਖਿੱਚਣ ਤੋਂ ਉੱਪਰ ਉੱਠ ਕੇ ਲੜਾਈ ਲੜਨ ਦੀ ਜ਼ਰੂਰਤ ਹੈ ਜੇ ਪੰਜਾਬ ਬਚਾਉਣਾ ਆਪਾਂ। ਦੇਖੋ ਸਿੱਧੂ ਸਾਹਿਬ, ਜਿਹੜੀ ਇਹ ਆਮ ਆਦਮੀ ਪਾਰਟੀ ਆਮ ਆਦਮੀ ਦੀ ਝੰਡਾ ਬਰਦਾਰ ਬਣ ਕੇ ਤੇ ਆਮ ਆਦਮੀ ਦੇ ਹਿੱਤਾਂ ਦੀ ਕਸਟੋਡੀਅਨ ਬਣ ਕੇ ਸੱਤਾ 'ਚ ਆਈ ਸੀ ਨਾ, ਇਹਨਾਂ ਕੋਲੋਂ ਘੱਟੋ ਘੱਟ ਇਸ ਤਰ੍ਹਾਂ ਦੇ ਚਰਿੱਤਰ ਦੀ ਉਮੀਦ ਬਿਲਕੁਲ ਨਹੀਂ ਕੀਤੀ ਜਾ ਸਕਦੀ ਸੀ। ਜਿਸ ਤਰੀਕੇ ਨਾਲ ਇਹ ਜੋ ਵਰਤਾਰਾ ਸਾਰਾ ਵਾਪਰ ਰਿਹਾ ਹੈ, ਇਹ ਤੁਸੀਂ ਵੀ ਜਾਣਦੇ ਹੋ ਤੇ ਸਾਰਾ ਪੰਜਾਬ ਜਾਣਦਾ ਹੈ ਕਿ ਇਹ ਜਿਹੜੇ ਕਿਸਾਨ ਲੜਾਈ ਲੜ ਰਹੇ ਨੇ, ਇਹ ਕਿਸਾਨ ਕੋਈ ਆਪਣੇ ਨਿੱਜੀ ਹਿੱਤਾਂ ਦੀ ਲੜਾਈ ਨਹੀਂ ਲੜ ਰਹੇ। ਇਹ ਤਾਂ ਆਮ ਲੋਕਾਂ ਦੇ ਸਿਹਤ ਦਾ ਮਸਲਾ ਹੈ, ਇਹ ਚੁਗਿਰਦੇ ਦਾ ਮਸਲਾ ਹੈ, ਇਹ ਆਉਣ ਵਾਲੀਆਂ ਨਸਲਾਂ ਦਾ ਮਸਲਾ ਹੈ, ਇਹ ਆਉਣ ਵਾਲੀਆਂ ਫਸਲਾਂ ਦਾ ਮਸਲਾ ਹੈ। ਮਸਲਾ ਇਸ ਗੱਲ ਦਾ ਕਿ ਜਿਹੜਾ ਪਾਣੀ ਹੈ ਉਹ ਕੇਵਲ ਕਿਸਾਨ ਨਹੀਂ ਯੂਜ਼ ਕਰਦੇ, ਕਿਸਾਨਾਂ ਦੇ ਬੱਚੇ ਜਾਂ ਕਿਸਾਨ ਪਰਿਵਾਰ ਨਹੀਂ ਪਾਣੀ ਪੀਂਦੇ ਇਕੱਲੇ। ਪਾਣੀ ਤਾਂ ਜਿਨ੍ਹਾਂ ਕੋਲ 1 ਇੰਚ ਜ਼ਮੀਨ ਵੀ ਨਹੀਂ ਹੈ, ਪਾਣੀ ਤਾਂ ਉਹ ਵੀ ਪੀਂਦੇ ਨੇ। ਪਾਣੀ ਤਾਂ ਵਪਾਰੀ ਵੀ ਪੀਂਦਾ, ਵਪਾਰੀ ਵਰਗ ਪੀਂਦਾ, ਪਾਣੀ ਮੁਲਾਜ਼ਮ ਵਰਗ ਪੀਂਦਾ। ਪਾਣੀ ਦੀ ਤਾਂ ਲੋੜ ਸਾਰੇ ਜਾਨਵਰ ਵੀ ਪੀਂਦੇ ਆ। ਬਿਲਕੁਲ, ਤਾਂ ਪਾਣੀ ਤੋਂ ਬਿਨਾਂ ਤਾਂ ਗੁਜ਼ਾਰਾ ਹੀ ਨਹੀਂ। ਹੁਣ ਕੇਵਲ ਕਿਸਾਨ ਇਸ ਮੁੱਦੇ ਦੇ ਉੱਤੇ ਅੱਗੇ ਹੋ ਕੇ ਲੜਾਈ ਲੜ ਰਹੇ ਆ। ਇਹ ਇੱਕ ਤਰ੍ਹਾਂ ਨਾਲ ਇਹਨਾਂ ਦੇ, ਮੈਂ ਸਮਝਦਾ ਆਮ ਆਦਮੀ ਪਾਰਟੀ ਦੇ ਟਾਰਗੇਟ ਤੇ ਆ ਗਏ ਆ। ਆਮ ਆਦਮੀ ਪਾਰਟੀ ਜੋ ਇਹਨਾਂ ਨੇ ਗੱਲਾਂ ਕਹੀਆਂ ਸੀ, ਜੋ ਵਾਅਦੇ ਕੀਤੇ ਸੀ ਕਿ ਅਸੀਂ ਪੰਜਾਬ ਦੇ ਵਿੱਚ ਧਰਨੇ ਲੱਗਣ ਨਹੀਂ ਦਿਆਂਗੇ, ਇਹਦਾ ਮਤਲਬ ਤਾਂ ਸਾਨੂੰ ਅੱਜ ਸਮਝ ਆ ਰਹੀ ਹੈ ਕਿ ਜਿਹੜੇ ਕੋਈ ਧਰਨਾ ਲਾਏਗਾ ਉਹਦੇ ਉੱਤੇ ਫਿਰ ਪੁਲਿਸ ਕਾਰਵਾਈ ਹੋਏਗੀ, ਉਹਨਾਂ ਦੇ ਕੇਸ ਪਰਚੇ ਦਰਜ ਹੋਣਗੇ, ਉਹਨਾਂ ਦੇ ਲਾਠੀ ਚਾਰਜ ਹੋਏਗਾ। ਅਸੀਂ ਤਾਂ ਸਮਝਦੇ ਸੀ ਕਿ ਇਹ ਅਜਿਹਾ ਕੋਈ ਇੰਤਜ਼ਾਮ ਕਰਨਗੇ ਕਿ ਲੋਕਾਂ ਨੂੰ ਧਰਨੇ ਲਾਉਣ ਦੀ ਲੋੜ ਨਾ ਪਵੇ। ਲੇਕਿਨ ਅੱਜ ਮਤਲਬ ਸਮਝ ਆ ਰਿਹਾ ਕਿ ਜਿਹੜਾ ਇਹ ਕਹਿੰਦੇ ਸੀ ਧਰਨੇ ਲਈ ਨਹੀਂ ਲੱਗਣ ਦਿਆਂਗੇ, ਇਹਦਾ ਮਤਲਬ ਸੀ ਕਿ ਅਸੀਂ ਗੁੰਡਾਗਰਦੀ ਕਰਕੇ, ਧੱਕੇਸ਼ਾਹੀ ਨਾਲ ਧਮਕੀਆਂ ਦੇ ਕੇ, ਕੇਸ ਪਰਚੇ ਦਰਜ ਕਰਕੇ, ਲਾਠੀ ਚਾਰਜ ਕਰਕੇ ਧਰਨੇ ਹਟਾਵਾਂਗੇ। ਜੇ ਅੱਜ ਆਮ ਆਦਮੀ ਪਾਰਟੀ ਦਾ ਕੋਈ ਬੁਲਾਰਾ ਇਸ ਡਿਬੇਟ ਦੇ ਵਿੱਚ ਸਿੱਧੂ ਸਾਹਿਬ ਮੌਜੂਦ ਹੁੰਦਾ ਤਾਂ ਬਿਲਕੁਲ ਉਹਨਾਂ ਕੋਲੋਂ ਇਹ ਸਵਾਲ ਪੁੱਛਣਾ ਬਣਦਾ ਸੀ ਕਿ ਕੀ ਜਿਹੜਾ ਪਾਣੀ ਦੀ ਵਰਤੋਂ ਤੁਹਾਡੇ ਪਰਿਵਾਰ ਨਹੀਂ ਕਰਦੇ, ਕਿ ਉਹਨਾਂ ਨੂੰ ਪਾਣੀ ਦੀ ਲੋੜ ਨਹੀਂ? ਸਾਡੇ ਗੁਰੂ ਸਾਹਿਬਾਨ ਦਾ ਕਹਿਣਾ ਪਵਨ ਗੁਰੂ ਪਾਣੀ ਪਿਤਾ, ਤੇ ਇਹ ਜੇਕਰ ਇਹਨਾਂ ਦੇ ਪਰਿਵਾਰਾਂ ਦੇ ਨਾਲ ਅਜਿਹਾ ਕੁਝ ਹੋਵੇ ਜਿੱਥੇ ਇਹਨਾਂ ਦੇ ਰਿਹਾਇਸ਼ ਹੈ, ਉੱਥੋਂ ਦਾ ਪਾਣੀ ਇਸ ਤਰੀਕੇ ਨਾਲ ਜ਼ਹਿਰੀਲਾ ਹੋ ਜੇ, ਤਾਂ ਇਹਨਾਂ ਕੋਲ ਕੀ ਆਲਟਰਨੇਟਿਵ ਹੈ ਇਹ ਦੱਸਣ। ਤੇ ਜੇ ਇਹ ਕੋਈ ਚੰਗਾ ਆਲਟਰਨੇਟਿਵ ਇਹਨਾਂ ਕੋਲ ਹੈ ਤਾਂ ਇਹ ਸਾਡੇ ਕਿਸਾਨ ਵੀ ਜਾਂ ਜਿਹੜੇ ਸਾਡੇ ਪਰਿਵਾਰ ਇੱਥੇ ਲੋਕ ਇੱਥੇ ਇਸ ਇਲਾਕੇ ਦੇ ਵਿੱਚ ਰਹਿਣ ਵਾਲੇ ਨੇ, ਜ਼ੀਰੇ ਦੇ ਇਲਾਕੇ ਦੇ ਵਿੱਚ, ਉਹ ਵੀ ਆਪਣਾ ਆਲਟਰਨੇਟਿਵ ਉਹ ਕਰ ਲੈਣ। ਘੱਟੋ ਘੱਟ ਸਰਕਾਰ ਇਹੀ ਹੱਲ ਦੱਸ ਦੇਵੇ। ਲੇਕਿਨ ਹੱਲ ਅਸਲ ਦੇ ਵਿੱਚ ਹੈ ਕੋਈ ਨਹੀਂ। ਇਹਨਾਂ ਦੇ ਜਿਹੜੇ ਨਿੱਜੀ ਹਿੱਤ ਹੈ ਉਹਨਾਂ ਦੀ ਪੂਰਤੀ ਜਿਹੜੇ ਲੋਕ ਕਰਦੇ ਨੇ, ਉਹਨਾਂ ਨੂੰ ਕਿਸੇ ਵੀ ਤਰੀਕੇ ਨਾਲ ਪ੍ਰੋਟੈਕਟ ਕਰਨ ਦਾ ਯਤਨ ਕੀਤਾ ਜਾ ਰਿਹਾ। ਇੱਕ ਗੱਲ ਮੈਂ ਇੱਥੇ ਹੋਰ ਵੀ ਕਹੂੰਗਾ, ਵਲਟੋਆ ਸਾਹਿਬ ਨੇ ਬੜੀਆਂ ਵੱਡੀਆਂ ਗੱਲਾਂ ਕਹੀਆਂ, ਇਹ ਜੀ ਉਹ ਵਿਅਕਤੀ ਹੈ, ਇਹ ਵਿਅਕਤੀ ਹੈ। ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਉਹੀ ਵਿਅਕਤੀ ਹੈ ਜਿਹਨੂੰ ਵਲਟੋਆ ਸਾਹਿਬ ਦੀ ਸ਼੍ਰੋਮਣੀ ਅਕਾਲੀ ਦਲ ਨੇ 20 ਟਿਕਟ ਦੇ ਕੇ ਤੇ MLA ਬਣਵਾਇਆ ਸੀ। ਇਹਨਾਂ ਦੀ ਪੁਸ਼ਤਪਨਾਹੀ ਦੇ ਵਿੱਚ ਵੀ ਬੜਾ ਕੁਝ ਹੋਇਆ। ਇਹ ਸਿਰਫ ਇੱਕ ਆਮ ਆਦਮੀ ਪਾਰਟੀ ਦੇ ਉੱਤੇ ਜਾਂ ਕਿ ਮੌਜੂਦਾ ਸਰਕਾਰ ਦੇ ਉੱਤੇ ਇਲਜ਼ਾਮਬਾਜ਼ੀ ਕੀਤਿਆਂ ਗੁਜ਼ਾਰਾ ਨਹੀਂ ਹੋਣਾ। ਮਸਲਾ ਤਾਂ ਇਸ ਗੱਲ ਦਾ ਹੈ ਕਿ ਇਹ ਲੋਕ ਦੇਖਦੇ ਨੇ ਕਿ ਸਾਡੇ ਜਿਹੜੇ ਹੈ ਵਿੱਤੀ ਮੁਫਾਦ ਉਹ ਕਿਹੜੀ ਸਿਆਸੀ ਪਾਰਟੀ, ਸੱਤਾ ਧਿਰ ਪਾਰਟੀ ਜਿਹੜੀ ਹੈ ਉਹ ਪੂਰੇ ਕਰਦੀ ਹੈ, ਤੇ ਇਹ ਲੋਕ ਤਾਂ ਅਜਿਹੇ ਲੋਕ ਉਹਨਾਂ ਨਾਲ ਜਾ ਰਲਦੇ ਨੇ। ਇਹ ਤਾਂ ਸਿਆਸੀ ਪਾਰਟੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦੇਖ ਕੇ ਜਿਹਨੇ ਬੰਦਿਆਂ ਦਾ ਕੋਈ ਅਜਿਹਾ ਚਰਿੱਤਰ ਹੈ, ਜਿਹੜੇ ਬੰਦੇ ਸਿਰਫ ਵਿੱਤੀ ਮੁਫਾਦ ਲੈਣ ਲਈ ਅੱਗੇ ਆਉਂਦੇ ਨੇ, ਉਹਨਾਂ ਨੂੰ ਬਿਲਕੁਲ ਐਂਟਰਟੇਨ ਨਾ ਕੀਤਾ ਜਾਵੇ। ਔਰ ਜੇ ਕੀਤਾ ਜਾ ਰਿਹਾ ਤਾਂ ਇਹ ਬਿਲਕੁਲ ਸਿਆਸੀ ਪਾਰਟੀ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ। ਔਰ ਮੈਂ ਸਮਝਦਾ ਕਿ ਇਹ ਜੋ ਗੱਲ ਇਹਨਾਂ ਨੇ ਕੀਤੀ ਸੀ ਰਾਣਾ ਗੁਰਜੀਤ ਦੀ, ਤੇ ਅੱਜ ਧਰਨਾ ਜ਼ੀਰੇ ਹੈ, ਜ਼ੀਰੇ ਦੇ ਵਿੱਚ ਜਿਹੜਾ ਦੀਪ ਮਲਹੋਤਰਾ ਉਹਦੀ ਫੈਕਟਰੀ ਦੇ ਬਾਹਰ ਆ, ਆਪਾਂ ਗੱਲ ਉਹਦੀ ਕਰੀਏ। ਐਵੇਂ ਇੱਧਰ ਉੱਧਰ ਦੀਆਂ ਗੱਲਾਂ ਕਰਕੇ ਆਪਾਂ ਮੁੱਦੇ ਤੋਂ ਜਿਹੜਾ ਭਟਕਾਉਣ ਦਾ ਯਤਨ ਨਾ ਕਰੀਏ। ਜੀ ਤੁਹਾਡਾ ਵੀ ਬਣਾ ਗਿਆ ਬਲਟੋਆ ਜੀ। ਮੈਂ ਸੰਦੀਪ ਹੋਣਾ ਤੋਂ ਸਵਾਲ ਜ਼ਰੂਰ ਲੈਣਾ, ਪਰ ਕਿਉਂਕਿ ਤੁਹਾਡੀ ਪਾਰਟੀ ਬਾਰੇ ਜਾਂ ਸਵਾਲ ਇਦਾਂ ਦਾ ਆਇਆ, ਇਸ ਕਰਕੇ ਮੈਂ ਸੰਖੇਪ ਵਿੱਚ ਜਵਾਬ ਜ਼ਰੂਰ ਚਾਹਾਂਗਾ। ਉਹ ਕਹਿੰਦੇ ਜਿਹੜਾ ਦੀਪ ਮਲਹੋਤਰਾ ਦੀ ਆਪਾਂ ਗੱਲ ਕਰਦੇ ਹਾਂ, ਅਕਾਲੀ ਦਲ ਨੇ ਵੀ ਤਾਂ ਟਿਕਟ ਦੇ ਕੇ ਨਵਾਜਿਆ ਉਸ ਨੂੰ। ਦੇਖੋ ਮੈਂ ਬੇਨਤੀ ਕਰਾਂ ਜੀ,
ਜਿਸ ਸਮੇਂ ਉਹਨਾਂ ਨੂੰ ਟਿਕਟ ਦਿੱਤੀ ਗਈ ਉਸ ਸਮੇਂ ਅਜਿਹੀ ਨਾ ਤਾਂ ਕੋਈ ਇਲਾਕੇ ਵਾਲਿਆਂ ਵੱਲੋਂ ਸ਼ਿਕਾਇਤ ਸੀਗੀ ਤੇ ਨਾ ਹੀ ਮਤਲਬ ਕੋਈ ਉਹਨਾਂ ਦੇ ਸਾਹਮਣੇ ਕੋਈ ਅਜਿਹੀ ਗੱਲ ਆਈ ਸੀਗੀ। ਹੁਣ ਗੱਲ ਰਹਿ ਗਈ ਜਿਹੜੀ ਗੱਲ ਹੈ ਕਿ ਜੇ ਉਹ ਅਕਾਲੀ ਦਲ ਦੇ ਨਾਲ ਸੰਬੰਧਿਤ ਰਹੇ ਤੇ ਕਾਂਗਰਸ ਨੇ ਤੇ ਸੱਦ ਕੇ ਨਵਾਜਿਆ। ਅਕਾਲੀ ਦਲ ਤੋਂ ਜਦੋਂ ਅਕਾਲੀ ਦਲ ਨੂੰ ਉਹ ਅਕਾਲੀ ਦਲ ਚੋਂ ਬਾਹਰ ਕੱਢ ਦਿੱਤਾ ਗਿਆ, ਅਕਾਲੀ ਦਲ ਨੇ ਬਾਹਰ ਕੱਢਿਆ ਸੀਗਾ ਔਰ ਅਕਾਲੀ ਦਲ ਨੇ ਜੇ ਬਾਹਰ ਕੱਢਿਆ ਤੇ ਉਹਨੂੰ ਹਿੱਕ ਨਾਲ ਕਿਹਨੇ ਲਾਇਆ? ਕਾਂਗਰਸ ਪਾਰਟੀ ਨੇ। ਔਰ ਕਾਂਗਰਸ ਪਾਰਟੀ ਨੇ ਜਿਸ ਤਰੀਕੇ ਨਾਲ ਉਹਦੀ ਸਰਪ੍ਰਸਤੀ ਕੀਤੀ, ਜਦੋਂ ਇਹ ਫੈਕਟਰੀ ਵੀ ਖੁੱਲੀ ਹੈ ਉਸ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸੀ ਔਰ ਕਿਸੇ ਤਰ੍ਹਾਂ ਦੀਆਂ ਸ਼ਰਤਾਂ ਨਹੀਂ ਦੱਸਦੇ ਪੂਰੀਆਂ ਕੀਤੀਆਂ ਗਈਆਂ। ਲੋਕਾਂ ਨੂੰ ਭਰੋਸੇ 'ਚ ਨਹੀਂ ਲਿਆ ਗਿਆ। ਜਿਹੜਾ ਲੋਕ ਗੱਲਾਂ ਕਰਦੇ ਨੇ, ਅੱਜ ਜਿਹੜੀਆਂ ਗੱਲਾਂ ਠਾਉਂਦੇ ਨੇ, ਜਿਹੜੇ ਮਸਲੇ ਠਾਉਂਦੇ ਨੇ, ਉਹ ਇਹੀ ਠਾਉਂਦੇ ਆ ਕਿ ਸਾਨੂੰ ਇੱਥੇ ਕਿਹਾ ਗਿਆ ਸੀ ਕਿ ਇੱਥੇ ਆਹ ਕਰਨਾ ਜੇ ਤੇ ਉਹ ਕਰਨਾ ਆ, ਤੇ ਸਾਨੂੰ ਕੁਝ ਦੱਸਿਆ ਹੀ ਨਹੀਂ ਗਿਆ, ਸਾਡੇ ਕੋਲੋਂ ਕੋਈ ਮਤੇ ਨਹੀਂ ਪਵਾਏ ਗਏ, ਸਾਨੂੰ ਭਰੋਸੇ 'ਚ ਨਹੀਂ ਲਿਆ ਗਿਆ ਤੇ ਸਾਡੇ ਨਾਲ ਜਿਹੜੀ ਆ ਇਹ ਵੱਡੀ ਖੇਡ ਦਿੱਤੀ ਗਈ। ਜੀ ਵਲਟੋਆ ਜੀ, ਆ ਗਈ ਤੁਹਾਡੀ ਗੱਲ। ਸਿੰਘ ਦਾ ਰਾਜ ਸੀਗਾ ਤੁਹਾਡਾ ਆ ਗਿਆ ਕੈਪਟਨ ਅਮਰਿੰਦਰ ਸਿੰਘ ਦਾ ਰਾਜ ਸੀਗਾ। ਮੇਰੀ ਸੁਣੋ ਸਿੱਧੂ ਸਾਹਿਬ, ਮੈਂ ਤਾਂ ਨਾ ਕੋਈ ਸਿਆਸੀ ਗੱਲ ਕਰਨੀ ਚਾਹੁੰਦਾ ਸੀਗਾ। ਮੈਂ ਇਸ ਕਰਕੇ ਕਿ ਅੱਜ ਜੇ ਉੱਥੇ ਇਹ ਹਾਲਾਤ, ਇੱਕ ਮਿੰਟ ਜੀ, ਜੇ ਅੱਜ ਉੱਥੇ ਇਹ ਹਾਲਾਤ ਬਣਿਆ ਤੇ ਉਹਨੂੰ ਕਿਉਂਕਿ ਸ਼ੈਲਟਰ ਕੀਤਾ ਜਾ ਰਿਹਾ ਹੈ ਤੇ ਜਿਨ੍ਹਾਂ ਵੱਲੋਂ ਸ਼ੈਲਟਰ ਕੀਤਾ ਜਾ ਰਿਹਾ ਉਹ ਸ਼ਰਾਬ ਨੀਤੀ ਦਿੱਲੀ ਦੇ ਵਿੱਚ ਪੂਰੇ ਹਿੰਦੁਸਤਾਨ 'ਚ ਚੀਕਾਂ ਵੱਜੀਆਂ ਨੇ। ਮੈਂ ਤਾਂ ਉਹਦੀ ਗੱਲ ਕੀਤੀ। ਔਰ ਜਿਹੜੀ ਕਮੇਟੀ ਬਣੀ ਸੀਗੀ 2008 ਦੇ ਵਿੱਚ, ਉਹ ਬਕਾਇਦਾ ਰਾਣਾ ਗੁਰਜੀਤ ਸਿੰਘ ਹੋਰਾਂ ਦੀ ਲੋਕਾ ਫੈਕਟਰੀ ਨੂੰ ਲੈ ਕੇ ਬਣੀ ਸੀ। ਮੈਂ ਤਾਂ ਸਿਰਫ ਇੰਨੀ ਗੱਲ ਕੀਤੀ ਹੈ। ਜੀ ਤੁਹਾਡਾ ਵਿਊ ਪੁਆਇੰਟ ਆ ਗਿਆ। ਹੁਣ ਲਵਾਂਗੇ ਛੋਟੀ ਜਿਹੀ ਬ੍ਰੇਕ ਤੋਂ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਜ਼ੀਰਾ 'ਚ ਕਿਸਾਨ ਮੋਰਚਾ ਉੱਠ ਰਿਹਾ ਸਵਾਲ, ਹਾਕਮ ਧਿਰਾਂ ਤੇ ਵਿਰੋਧੀ ਧਿਰਾਂ ਤੇ। ਲਵਾਂਗੇ ਸਵਾਲ ਬ੍ਰੇਕ ਦੇ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਮੁੱਦਾ ਜ਼ੀਰਾ ਦੀ ਜਿਹੜੀ ਸ਼ਰਾਬ ਫੈਕਟਰੀ ਹੈ ਕਿਸ ਤਰੀਕੇ ਨਾਲ ਧਰਤੀ ਹੇਠਲੇ ਪਾਣੀ ਨੂੰ ਗੰਦਲਾ ਕਰ ਰਹੀ ਹੈ, ਪ੍ਰਦੂਸ਼ਿਤ ਕਰ ਰਹੀ ਹੈ। ਪੰਜਾਬ ਭਰ ਦੇ ਕਿਸਾਨ ਉਸ ਮੋਰਚੇ ਤੇ ਲੜ ਰਹੇ, ਲੜਾਈ ਉੱਠ ਰਿਹਾ ਸਵਾਲ। ਇਹਨਾਂ ਮੁੱਦਿਆਂ ਤੇ ਆਪਾਂ ਮਹਿਮਾਨਾਂ ਨਾਲ ਲੈ ਰਹੇ ਹਾਂ ਸਵਾਲ। ਹਰਪ੍ਰੀਤ ਜੀ, ਬ੍ਰੇਕ ਤੋਂ ਪਹਿਲਾਂ ਇਸ ਮੁੱਦੇ ਤੇ ਤੁਸੀਂ ਆਪਣਾ ਵਿਊ ਪੁਆਇੰਟ ਰੱਖਣਾ ਚਾਹੁੰਦੇ ਸੀ, ਫਿਰ ਮੈਂ ਸੰਦੀਪ ਜੀ ਤੋਂ ਸਵਾਲ ਲਵਾਂਗਾ। ਮੈਂ ਤਾਂ ਇਹ ਕਹਿਣਾ ਚਾਹ ਰਿਹਾ ਸੀ ਕਿ ਦੇਖੋ, ਇਹ ਕਿਹਾ ਜਾ ਰਿਹਾ ਕਿ ਅਕਾਲੀ ਦਲ ਨੇ ਉਹਨੂੰ ਕੱਢ ਦਿੱਤਾ ਤੇ ਕਾਂਗਰਸ ਨੇ ਗੱਲ ਨਾਲ ਲਾ ਲਿਆ। ਕਾਂਗਰਸ ਦਾ ਉਹ ਕੀ ਰਿਹਾ ਜੀ ਦੱਸੋ? ਕਾਂਗਰਸ ਪਾਰਟੀ ਦੇ ਕਿਹੜੇ ਅਹੁਦੇ ਤੇ ਰਿਹਾ? ਜਾਂ ਉਹ ਕਾਂਗਰਸ ਪਾਰਟੀ ਦਾ ਕਦੇ ਕੋਈ ਕਾਉਂਸਲਰ ਵੀ ਰਿਹਾ ਹੋਵੇ? ਐਮਐਲਏ ਤਾਂ ਦੂਰ ਦੀ ਗੱਲ ਹੈ। ਕਾਂਗਰਸ ਪਾਰਟੀ ਨੇ ਕੋਈ ਉਹਨੂੰ ਗੱਲ ਨਾਲ ਕਿਸੇ ਨੂੰ ਨਹੀਂ ਲਾਇਆ। ਇਹ ਤਾਂ ਹੁਣ ਜੇ ਤੁਸੀਂ ਧੱਕੇ ਨਾਲ ਜਿਹੜਾ ਨਾਂ ਜੋੜਨਾ ਚਾਹੋ ਤਾਂ ਤੁਹਾਡੀ ਮਰਜ਼ੀ ਹੈ, ਅਦਰਵਾਈਜ਼ ਸਾਬਤ ਤਾਂ ਤੁਹਾਡਾ ਹੁੰਦਾ, ਤੁਸੀਂ ਐਮਐਲਏ ਬਣਾਇਆ ਉਹਨੂੰ ਔਰ ਉਸ ਤੋਂ ਬਾਅਦ ਉਹ ਜਾ ਕੇ ਆਪਣੇ ਨਿੱਜੀ ਹਿੱਤਾਂ ਨੂੰ ਦੇਖ ਕੇ, ਵਿੱਤੀ ਮਫਾਦਾਂ ਨੂੰ ਦੇਖਦੇ ਆ, ਉਹ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਜੁੜਿਆ, ਉੱਥੋਂ ਦੀ ਐਕਸਾਈਜ਼ ਪਾਲਿਸੀ ਨੂੰ ਪ੍ਰਭਾਵਿਤ ਕਰਕੇ ਉੱਥੋਂ ਦੀ ਸਾਰੀ ਜਿਹੜੀ ਆ ਸ਼ਰਾਬ ਜਿਹੜੀ ਹੈ ਕਾਰੋਬਾਰ ਦੇ ਉੱਤੇ ਉਹਨੇ ਕਬਜ਼ਾ ਕੀਤਾ। ਉਸੇ ਤਹਿਤ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਫਾਇਦਾ ਲੈ ਕੇ ਜਿਸ ਤਰੀਕੇ ਨਾਲ ਰੂਲਸ ਐਂਡ ਰੈਗੂਲੇਸ਼ਨਸ ਦੀ ਜਿੱਦਾਂ ਵਾਇਲੇਸ਼ਨ ਹੋ ਰਹੀ ਹੈ, ਤਾਂ ਉਹਦੇ ਬਿਲਕੁਲ ਸਵਾਲ ਤਾਂ ਸਰਕਾਰ ਤੋਂ ਪੁੱਛਣਾ ਬਣਦਾ ਹੀ ਹੈ। ਲੇਕਿਨ ਇਹਦੇ ਵਿੱਚ ਤੁਸੀਂ ਕਾਂਗਰਸ ਨੂੰ ਵਿੱਚ ਇਨਵੋਲਵ ਨਹੀਂ ਕਰ ਸਕਦੇ, ਕਾਂਗਰਸ ਨੂੰ ਕਿਸੇ ਤਰ੍ਹਾਂ ਨਾਲ ਟਾਰਗੇਟ ਕਰਨਾ ਨਹੀਂ ਬਣਦਾ। ਆ ਗਿਆ ਤੁਹਾਡਾ ਵਿਊ ਪੁਆਇੰਟ। ਇਹ ਤਾਂ ਇੱਕ ਮੈਂ ਸਮਝਦਾ ਵੀ ਗੱਲ ਮੁੱਦੇ ਤੋਂ ਹਟ ਰਹੀ ਹੈ। ਮੈਂ ਤਾਂ ਟੋਕਿਆ ਸੀ। ਅਕਾਲੀ ਦਲ ਔਰ ਕਾਂਗਰਸ ਦੋਨਾਂ ਨੇ ਡਿਸਓਨ ਕੀਤਾ ਉਸ ਆਗੂ ਨੂੰ, ਇਸ ਕਰਕੇ ਹੁਣ ਉਸ ਮੁੱਦੇ ਤੇ ਆਪਾਂ ਨੂੰ ਦੋਨਾਂ ਵੱਲੋਂ ਸਵਾਲ ਲੈਣਾ ਬਣਦਾ ਨਹੀਂ। ਸੰਦੀਪ ਜੀ, ਤੁਹਾਡੇ ਮੁੱਦੇ ਤੇ ਹੀ ਮੈਂ ਆ ਰਿਹਾ ਵਾਪਸ। ਜਿਹੜਾ ਹੈਗਾ ਜਿਸ ਤਰ੍ਹਾਂ ਦੀ ਸਥਿਤੀ ਇਸ ਵੇਲੇ ਬਣੀ ਵੀ ਹੈ, ਇੱਕ ਗੱਲ ਜਿਹੜੀਆਂ ਪਿਛਲੀਆਂ ਸਰਕਾਰਾਂ ਰਹੀਆਂ ਉਹਨਾਂ ਵੱਲੋਂ ਵੀ ਕਿਤੇ ਅਣਗਹਿਲੀਆਂ ਹੁੰਦੀਆਂ ਰਹੀਆਂ ਜਿਹਦਾ ਖਮਿਆਜ਼ਾ ਹੁਣ ਭੁਗਤਣਾ ਪੈ ਰਿਹਾ। ਦੂਜੀ ਗੱਲ, ਜੋ ਇਸ ਵੇਲੇ ਜਾਂਚ ਦਾ ਮਾਮਲਾ ਚੱਲ ਰਿਹਾ, ਪੰਜਾਬ ਸਰਕਾਰ ਨੇ ਪਹਿਲਾਂ ਜਿੱਦਾਂ ਉਸ ਪਾਣੀ ਦੀ ਜਾਂਚ ਕਰਵਾਈ ਕਿ ਜੀ ਪਾਣੀ ਸਾਫ਼ ਸੁਥਰਾ ਪੀਣ ਦੇ ਕਾਬਲ ਹੈ, ਕੇਂਦਰ ਹੁਣ ਇਸ ਮਾਮਲੇ ਦਖਲ ਦੇ ਕੇ ਕਹਿ ਰਿਹਾ ਕਿ ਅਸੀਂ ਇਸ ਮੁੱਦੇ ਤੇ ਪਾਣੀ ਪ੍ਰਦੂਸ਼ਿਤ ਹੈ ਕਿ ਨਹੀਂ ਹੈ ਜਾਂਚ ਕਰਨ ਲਈ ਤਿਆਰ ਹੈ। ਇਹਨਾਂ ਦੋਨਾਂ ਮੁੱਦਿਆਂ ਤੇ ਕਿਵੇਂ ਦੇਖਦੇ ਹੋ ਤੁਸੀਂ? ਬਿਲਕੁਲ ਜੀ, ਉਸ ਤੋਂ ਪਹਿਲਾਂ ਮੈਂ ਇੱਕ ਛੋਟੀ ਜੀ ਗੱਲ ਕਰਨੀ ਚਾਹਾਂਗਾ। ਜਿੰਨੇ ਵੀ ਸਰਕਾਰਯੋਗ ਸਾਥੀ ਨਾਲ ਜੁੜੇ ਨੇ, ਸਾਰੀ ਮਤਲਬ ਰਾਜਸੀ ਪਾਰਟੀਆਂ ਵੱਲੋਂ ਨੇ ਤੇ ਸਾਰਿਆਂ ਨੇ ਇਹਨਾਂ ਦੇ ਇੱਕ ਦੂਜੇ ਤੇ ਅਟੈਕ ਕਰਨੇ ਹੁੰਦੇ ਆ। ਪਰ ਜਿਹੜੇ ਪਿਛਲੇ 5 ਮਹੀਨੇ ਤੋਂ ਇੱਥੇ ਆਮ ਲੋਕ ਬੈਠੇ ਨੇ, ਅਸੀਂ ਜਿਹੜੇ ਬੈਠੇ ਆ, ਸਾਡਾ ਮਕਸਦ ਕਿਸੇ ਇੱਕ ਨੂੰ ਭੰਡਣਾ ਜਾਂ ਇਹ ਨਹੀਂ ਹੈਗਾਗਾ। 2006 ਦੇ ਵਿੱਚ ਇਸ ਜਿਹੜੀ ਫੈਕਟਰੀ ਹੈਗੀ ਆ, ਐਨਓਸੀ ਵਗੈਰਾ ਕਲੀਅਰ ਇਹਨਾਂ ਦੀਆਂ ਹੁੰਦੀਆਂ ਨੇ ਜਦੋਂ ਕੈਪਟਨ ਸਾਹਿਬ ਦੀ ਪਹਿਲੀ ਸਰਕਾਰ ਸੀ। ਉਸ ਤੋਂ ਬਾਅਦ ਜਿੱਦਾਂ ਵਲਟੋਆ ਸਾਹਿਬ ਨੇ ਦੱਸਿਆ ਹੈਗਾ ਕਿ 2007 ਦੇ ਵਿੱਚ ਸਤੰਬਰ ਦੇ ਵਿੱਚ ਇਹ ਫੈਕਟਰੀ ਜਿਹੜੀ ਚਾਲੂ ਹੁੰਦੀ ਆ ਤੇ ਇਹਨਾਂ ਦੇ ਸੰਸਦੀ ਸਕੱਤਰ ਸੀ ਸ਼ਾਇਦ ਸੋਹਣ ਸਿੰਘ ਠੰਡਲ, ਉਹਨਾਂ ਦਾ ਉੱਥੇ ਨੀਂਹ ਪੱਥਰ ਵੀ ਲੱਗਾ ਹੋਇਆ ਤੇ ਸੁਖਬੀਰ ਸਿੰਘ ਬਾਦਲ ਜੀ ਇਹਦਾ ਉਦਘਾਟਨ ਕਰਦੇ ਨੇ ਇਸ ਫੈਕਟਰੀ ਦਾ। ਤੇ ਵਲਟੋਆ ਸਾਹਿਬ ਤੋਂ ਅੱਜ ਮੈਂ ਇੱਕ ਨਵੀਂ ਗੱਲ ਸੁਣੀ ਹੈ ਕਿ ਕਹਿ ਰਹੇ ਸੀ ਕਿ ਵਿਧਾਨ ਸਭਾ ਦੀ ਕਮੇਟੀ ਬਣੀ ਸੀ ਤੇ ਉਹ ਵੀ ਇਸ ਦੇ ਮੈਂਬਰ ਸੀਗੇ ਤੇ ਇਹਨਾਂ ਨੇ ਜਿਹੜੀ ਜਾਂਚ ਕੀਤੀ ਹੈ। ਮੈਂ ਵਲਟੋਆ ਸਾਹਿਬ ਨੂੰ ਚਾਹੂੰਗਾ ਕਿ ਮੈਂ ਪ੍ਰੋਗਰਾਮ ਤੋਂ ਬਾਅਦ ਚਾਹੂੰਗਾ ਜੇ ਤੁਹਾਡੇ ਕੋਲੇ ਉਹ ਰਿਪੋਰਟ ਹੈਗੀ ਆ ਤੇ ਕਿਰਪਾ ਕਰਕੇ ਉਹ ਵੀ ਮੈਨੂੰ ਜ਼ਰੂਰ ਦੇ ਰਿਹਾ ਜੋ। ਤੇ ਮੈਂ ਵਲਟੋਆ ਸਾਹਿਬ ਨੂੰ ਕਹਿਣਾ ਚਾਹੂੰਗਾ
ਤੀਜੇ ਜਿਹੜੇ ਸਾਥੀ ਬੈਠੇ ਨੇ ਬੀਜੇਪੀ ਵਾਲੇ, ਉਹ ਵੀ 2 ਸਰਕਾਰਾਂ ਦੇ ਵਿੱਚ ਭਾਈਵਾਲ ਰਹੇ ਨੇ। ਤੇ ਬਲਟੋਹਾ ਸਾਹਿਬ ਨੂੰ ਮੈਂ ਕਹਿਣਾ ਚਾਹੂੰਗਾ ਕਿ ਜੇ ਤੁਹਾਨੂੰ 2010 ਦੇ ਵਿੱਚ ਇਸ ਗੱਲ ਦਾ ਪਤਾ ਲੱਗ ਗਿਆ ਸੀਗਾ ਕਿ ਪਾਣੀ ਜਿਹੜਾ ਅੰਦਰ ਪਾਉਂਦੇ ਨੇ, ਫਿਰ ਇਸ ਫੈਕਟਰੀ ਦੇ ਉੱਤੇ ਕਾਰਵਾਈ ਕਾਹਤੋਂ ਨਹੀਂ ਕੀਤੀ ਗਈ? ਤੇ ਜਿੱਦਾਂ 2012 ਦੇ ਵਿੱਚ ਫਿਰ ਇਸੇ ਦੇ ਮਾਲਕ ਨੂੰ ਜਿਹੜਾ ਤੁਸੀਂ ਟਿਕਟ ਦੇ ਕੇ ਐਮਐਲਏ ਬਣਾਇਆ, ਤੇ ਫਿਰ ਉਸ ਤੋਂ ਬਾਅਦ ਫਿਰ ਜਿਹੜਾ ਇਹ ਜਿਹੜੇ ਬਲਟੋਹਾ ਸਾਹਿਬ ਨੇ ਕਿਹਾ ਕਿ ਮੁੱਦੇ ਨਹੀਂ ਉੱਠਦੇ ਰਹੇ, ਜਿੱਦੇ ਤੋਂ ਸਾਰੇ ਫੈਕਟਰੀ ਲੱਗੀ ਆ ਸਾਡੇ ਕੋਲੇ ਬਕਾਇਦਾ ਉਸਦੇ ਸਬੂਤ ਹੈਗੇ ਨੇ। ਅਸੀਂ ਜਿਹੜੀਆਂ ਸ਼ਿਕਾਇਤਾਂ ਜਿਹੜੀਆਂ ਡੀਸੀ ਨੂੰ ਜਾਂ ਜਿਹਨੂੰ ਵੀ ਦੇਣੀਆਂ ਸੀਗੀਆਂ ਉਹ ਦਿੰਦੇ ਰਹੇ, ਤੇ ਕਈ ਵਾਰੀ ਇਸ ਫੈਕਟਰੀ ਦੇ ਸਾਹਮਣੇ ਧਰਨੇ ਵੀ ਲੱਗੇ ਨੇ। ਤੇ ਵੱਖ-ਵੱਖ ਮੁੱਦੇ ਜਿਹੜੇ ਬਹੁਤ ਮੈਂ ਉਠਾਏ ਵੀ ਹੈਗੇ ਨੇ ਕਿ ਸ਼ੂਗਰ ਮਿਲ ਦਾ ਜਿਹੜਾ ਇਹਨਾਂ ਨੇ ਜੰਗਲ ਸੁਕਾਤਾ ਸੀ, ਸੇਮ ਨਾਲੇ ਦੇ ਵਿੱਚ ਪਾਣੀ ਛੱਡਣਾ, ਲੋਕਾਂ ਦੀਆਂ ਕਣਕਾਂ ਸੁੱਕ ਜਾਣੀਆਂ, ਪਸ਼ੂ ਮਰਨੇ। ਇਹ ਜਦੋਂ ਤੋਂ ਫੈਕਟਰੀ ਲੱਗੀ ਹੈ ਉਦੋਂ ਤੋਂ ਹੀ ਇਹੋ ਜਿਹੀਆਂ ਆਉਂਦੇ ਨੇ ਟੈਂਕਰ ਜਿਹੜੇ ਪਾਣੀ ਦੇ ਵੱਡੇ ਭਰ ਕੇ ਲੋਕਾਂ ਦੀਆਂ ਜ਼ਮੀਨਾਂ ਸੜਕ ਦੇ ਸਾਈਡ ਤੇ ਜਿਹੜਾ ਇਹ ਡੋਲ ਕੇ ਆਉਂਦੇ ਸੀਗੇ। ਇਹ ਸਾਰੇ ਸਤਿਕਾਰਯੋਗ ਸਾਥੀ ਨੇ। ਮੈਨੂੰ ਲੱਗਦਾ ਵੀ ਆਪਾਂ ਜਿਹੜੀ ਮੁੱਦੇ ਦੀ ਗੱਲ ਜਿਹੜੀ ਆ ਉਹਦੇ ਤੇ ਕਰਨਾ ਚਾਹੀਦਾ, ਸਵਾਏ ਕਿ ਇੱਕ ਦੂਜੇ ਨੂੰ ਆਪਾਂ ਭੰਡਣ ਦੀ ਗੱਲ ਕਰੀਏ ਕਿ ਉਹ ਕਹਿ ਦਈਏ ਕਿ ਉਹਦਾ। ਪਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਵੀ ਕਿਸੇ ਵੀ ਜਿੰਨੀਆਂ ਵੀ ਹੁਣ ਤੱਕ ਸਰਕਾਰਾਂ ਰਹਿ ਗਈਆਂ ਨੇ, 2 ਸਰਕਾਰਾਂ ਅਕਾਲੀ ਦਲ ਤੇ ਭਾਜਪਾ ਦੀਆਂ ਸਾਂਝੀਆਂ ਰਹਿ ਗਈਆਂ ਨੇ, ਤੇ ਐਂਡ ਤੇ ਜਾਂਦੀ ਸਰਕਾਰ ਇਹਨਾਂ ਦੀ ਕਾਂਗਰਸ ਦੀ ਪਹਿਲੀ ਸੀ। ਉਸ ਤੋਂ ਬਾਅਦ 5 ਸਾਲ ਇਹ ਫਿਰ ਹੰਢਾ ਗਏ ਨੇ। ਹਮੇਸ਼ਾ ਤੋਂ ਹੀ ਸਰ 15 ਸਾਲਾਂ ਤੋਂ ਜਦੋਂ ਤੋਂ ਫੈਕਟਰੀ ਲੱਗੀ ਆ, ਚਾਹੇ ਉਹ ਕੋਈ ਸਰਕਾਰ ਹੋਵੇ, ਕੋਈ ਕੁਛ ਵੀ ਹੋਵੇ, ਇਹ ਇਲਾਕੇ ਨੂੰ ਇਹਨਾਂ ਨੇ ਬਹੁਤ ਬਰਬਾਦ ਕਰ ਦਿੱਤਾ, ਸਾਡੇ ਇਲਾਕੇ ਨੂੰ। ਪਰ ਮਤਲਬ ਲੋਕੀ ਐਂਡ ਦੇ ਉੱਤੇ ਜਦੋਂ ਪਾਣੀ ਬੋਰਾਂ ਦੇ ਵਿੱਚੋਂ ਨਿਕਲਣ ਲੱਗ ਗਿਆ, ਤੇ ਫਿਰ ਲੋਕਾਂ ਨੇ ਆਪਦੀ ਲੜਾਈ ਜਿਹੜੀ ਆਪ ਲੜਨੀ ਸਮਝੀ। ਤੇ ਜਿਹੜੀ ਹੁਣ ਮੌਜੂਦਾ ਬਦਲਾਅ ਵਾਲੀ ਸਰਕਾਰ ਆਈ ਸੀਗੀ, ਉਹਦੇ ਤੋਂ ਲੋਕਾਂ ਨੂੰ ਬੜੀਆਂ ਉਮੀਦਾਂ ਸੀਗੀਆਂ, ਤੇ ਉਹਨਾਂ ਨੇ ਮਤਲਬ ਉਦੋਂ ਵੀ ਸਿਰਾ ਕਰਾਤਾ ਵੀ ਜਿਹੜਾ ਸਾਡੇ ਇਲਾਕੇ ਦੇ ਵਿੱਚ ਅੱਜ ਤੱਕ ਅਸੀਂ ਕਦੇ ਇੰਨੀ ਫੋਰਸ ਲੱਗੀ ਨਹੀਂ ਦੇਖੀ ਸੀਗੀ, ਵੀ ਜਿਹੜੀ ਸਾਰੇ ਪੰਜਾਬ ਦੀ ਫੋਰਸ ਜਿਹੜੀ ਇੱਥੇ ਜਿਹੜੀ ਉਹਨਾਂ ਨੇ ਲਿਆਂਦੀ ਹੋਈ ਹੈ। ਜੀ ਬਲਟੋਹਾ ਜੀ, ਜਿੱਦਾਂ ਸੰਦੀਪ ਜੀ ਨੇ ਇਹ ਗੱਲ ਕਹੀ ਹੈ ਕਿ ਪਿਛਲੀਆਂ ਸਰਕਾਰਾਂ ਦੇ ਬਾਰੇ 'ਚ ਉਹਨਾਂ ਨੇ ਨੀਂਹ ਪੱਥਰ ਦੀ ਗੱਲ ਕੀਤੀ ਹੈ, ਸੁਖਬੀਰ ਬਾਦਲ ਦੇ ਸਮੇਂ 'ਚ ਰੱਖਿਆ ਗਿਆ, ਉਹਨਾਂ ਨੇ ਠੰਡੇ ਜਿਹੜੇ ਮੰਤਰੀ ਰਹੇ ਉਹਨਾਂ ਦੇ ਸਮੇਂ ਦੀ ਗੱਲ ਕੀਤੀ ਹੈ। ਮੈਂ ਸੰਖੇਪ ਜਵਾਬ ਇਸ ਕਰਕੇ ਲੈਣਾ ਚਾਹਾਂਗਾ ਬਲਟੋਹਾ ਜੀ, ਤੁਸੀਂ ਸੀਨੀਅਰ ਆਗੂ ਹੋ, ਕਿ ਪਿਛਲੀਆਂ ਸਰਕਾਰਾਂ में एक ਸਰਕਾਰ ਦੀ ਗੱਲ ਜਿੱਦਾਂ ਸੰਦੀਪ ਜੀ ਨੇ ਗੱਲ ਕੀਤੀ ਹੈ, ਮੈਂ ਇਸ ਕਰਕੇ ਤੁਹਾਡੇ ਤੋਂ ਸਵਾਲ ਲੈ ਰਿਹਾ ਕਿਉਂਕਿ ਅਕਾਲੀ ਦਲ ਦੀ ਸਰਕਾਰ ਦੀ ਗੱਲ ਕਰ ਰਹੇ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਹਨਾਂ ਨੂੰ ਅਣਦੇਖੀ ਕੀਤਾ ਗਿਆ ਔਰ ਇਹਨਾਂ ਮਾਮਲਿਆਂ ਨੂੰ ਸੰਜੀਦਗੀ ਨਾਲ ਨਹੀਂ ਲਿਆ ਗਿਆ, ਜਿਹਦੇ ਕਰਕੇ ਅੱਜ 40 ਪਿੰਡਾਂ ਦੇ ਹਜ਼ਾਰਾਂ ਲੋਕਾਂ ਨੂੰ ਭੁਗਤਣਾ ਪੈ ਰਿਹਾ। ਕਿਧਰੇ ਨਾ ਕਿਧਰੇ ਬਹੁਤ ਵੱਡੀ ਅਣਗਹਿਲੀ ਤਾਂ ਹੈ ਹੀ ਹੈ ਨਾ ਬਲਟੋਹਾ ਜੀ ਇਸ ਮਾਮਲੇ ਦੇ ਵਿੱਚ। ਮੌਜੂਦਾ ਸਰਕਾਰ ਨੂੰ ਆਪਾਂ ਇਹਦੇ ਤੋਂ ਪਾਸੇ ਨਹੀਂ ਕਰਦੇ, ਪਰ ਪਿਛਲੀ ਸਰਕਾਰ ਵੀ ਜਵਾਬਦੇਹ ਤਾਂ ਬਣਦੀ ਹੈ। ਦੇਖੋ, ਮੈਂ ਬੇਨਤੀ ਕਰਾਂ ਜੀ, ਸਭ ਤੋਂ ਪਹਿਲੀ ਤੇ ਗੱਲ ਹੈ ਕਿ ਕੋਈ ਵੀ ਫੈਕਟਰੀ ਸ਼ੁਰੂ ਹੁੰਦੀ ਹੈ, ਉਹਨੂੰ ਐਨਓਸੀ ਦੇਣ ਤੋਂ ਪਹਿਲਾਂ ਜੋ ਨੋਰਮਸ ਨੇ ਜਿਹੜੇ ਤੈਅ ਨੇ, ਉਹ ਉਸ ਇੰਡਸਟਰੀ ਮਾਲਕ ਵੱਲੋਂ ਜਾਂ ਉਹਦੇ ਪ੍ਰਬੰਧਕਾਂ ਵੱਲੋਂ ਪੂਰੇ ਕਰਨੇ ਜ਼ਰੂਰੀ ਹੈ। ਹੁਣ ਇੱਥੇ ਸਭ ਤੋਂ ਪਹਿਲਾ ਸਵਾਲ ਇਹ ਉੱਠਦਾ ਹੈ, ਹੁਣ ਜਿਹੜਾ ਉੱਠਣਾ ਸ਼ੁਰੂ ਹੋਇਆ ਹੈ, ਕਿ ਇਹਦੇ ਸ਼ੁਰੂਆਤੀ ਦੌਰ ਜਿਹੜੇ ਨੋਰਮਸ ਪੂਰੇ ਨਹੀਂ ਕੀਤੇ ਗਏ, ਲੋਕਾਂ ਵੱਲੋਂ ਸਵਾਲ ਉਠਾਇਆ ਜਾ ਰਿਹਾ। ਹੁਣ ਗੱਲ ਆ ਜੀ ਕਿ 2006 ਦੇ ਵਿੱਚ ਇਹ ਜਿਹੜੀ ਫੈਕਟਰੀ ਬਣਨੀ ਸ਼ੁਰੂ ਹੁੰਦੀ ਤੇ 2007 ਦੇ ਵਿੱਚ ਕੰਪਲੀਟ ਹੁੰਦੀ ਹੈ। 2006 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਜਿਨ੍ਹਾਂ ਨੇ ਐਨਓਸੀ ਦਿੱਤੀ ਜਦੋਂ ਬਣਨੀ ਸ਼ੁਰੂ ਹੋਈ। 2007 ਦੇ ਵਿੱਚ ਅਕਾਲੀ ਸਰਕਾਰ ਆ ਜਾਂਦੀ ਹੈ। ਔਰ ਕੁਦਰਤੀ ਹੈ ਕਿ ਹਰ ਕੋਈ ਸਰਕਾਰ ਚਾਹੁੰਦੀ ਹੁੰਦੀ ਹੈ ਕਿ ਸਾਡੇ ਇੱਥੇ ਇਨਵੈਸਟਮੈਂਟ ਹੋਵੇ, ਸਾਡੇ ਇੱਥੇ ਇੰਡਸਟਰੀ ਆਵੇ ਔਰ ਸਾਡੇ ਇੱਥੇ ਜਿਹੜਾ ਪੈਸਾ ਜਿਹੜਾ ਆ ਬਾਜ਼ਾਰ ਦੇ ਵਿੱਚ ਘੁੰਮੇ। ਔਰ ਇਹ 'ਚ ਕੋਈ ਗਰਾਵਾਂ ਨੇ ਜਿਹਦੀ ਸਰਕਾਰ ਸੀ ਉਹਨੇ ਜਾ ਕੇ ਉਦਘਾਟਨ ਕਰਨਾ ਸੀਗਾ। ਪਰ ਇਹਦੇ ਨਾਲ ਬਲਟੋਹਾ ਜੀ ਐਮ ਸੌਰੀ ਦੇਖੋ ਟੋਕਣ ਲੱਗਿਆ ਬਲਟੋਹਾ ਜੀ, ਜ਼ਰੂਰੀ ਹੈ ਦੇਖੋ ਤੁਸੀਂ ਜਵਾਬ ਦਿਓਗੇ, ਬੜਾ ਦੁਨੀਆ ਭਰ 'ਚ ਬੈਠੇ ਪੰਜਾਬੀ ਤੁਹਾਨੂੰ ਸੁਣ ਰਹੇ ਹੈ। ਸਵਾਲ ਇਹ ਬਣਦਾ ਕਿ ਦੇਖੋ ਵਿਕਾਸ ਜਮ ਕੇ ਸਰਕਾਰਾਂ ਕਰਨ, ਵਿਕਾਸ ਬਾਰੇ ਕੋਈ ਰੌਲਾ ਨਹੀਂ, ਵਿਕਾਸ ਦੇ ਨਾਂ ਤੇ ਜ਼ਿੰਦਗੀਆਂ ਨਾਲ ਜਦੋਂ ਖਲਵਾੜ ਕਰਦੀਆਂ ਸਰਕਾਰਾਂ, ਸਵਾਲ ਉਦੋਂ ਉੱਠਦੇ ਆ ਬਲਟੋਹਾ ਜੀ। ਵਿਕਾਸ ਹੋਵੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਏਗਾ। ਦੇਖੋ ਸਿੱਧੂ ਸਾਹਿਬ, ਮੈਂ ਮੋਟੀ ਜੀ ਗੱਲ ਕਰਾਂ ਜੀ, ਚੰਨੀ ਜੀ ਮਾਰਿਆ ਜੇ ਨੋਰਮਸ, ਹਾਂਜੀ, ਜੇ ਨੋਰਮਸ ਜਿਹੜੇ ਤੈਅ ਕੀਤੇ ਨੇ ਉਹਨਾਂ ਦੀ ਪੂਰਤੀ ਕੀਤੀ ਜਾਂਦੀ ਹੈ ਔਰ ਜਿਹੜੀ ਫੈਕਟਰੀ ਹੈ ਉਹ ਸਿਸਟਮ ਦੇ ਵਿੱਚ ਚੱਲਦੀ ਹੈ। ਹਾਂਜੀ, ਟ੍ਰੀਟਮੈਂਟ ਪਲਾਂਟ ਹੁੰਦੇ ਨੇ ਜਿੱਥੇ ਤੁਸੀਂ ਕਿਸੇ ਤਰ੍ਹਾਂ ਦਾ ਵੀ ਜਿਹੜਾ ਵਾਧੂ ਗੰਦ ਹੈ ਜਿਹੜਾ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਡਿਸਚਾਰਜ ਹੈ ਉਹਨੂੰ ਤੁਸੀਂ ਖੁੱਲੇ ਆਮ ਨਹੀਂ ਛੱਡਦੇ, ਧਰਤੀ 'ਚ ਨਹੀਂ ਛੱਡਦੇ। ਉਹ ਜਿਸ ਤਰ੍ਹਾਂ ਟੈਂਕਰ ਭਰ ਕੇ ਬਾਹਰ ਸੁੱਟਦੇ ਰਹੇ ਆ, ਸਵਾਹ ਦੇ ਸੁੱਟਦੇ ਰਹੇ ਆ। ਹਾਂਜੀ, ਅਜਿਹੀਆਂ ਜਦੋਂ ਕਹਾਣੀਆਂ ਵਾਪਰਦੀਆਂ ਨੇ ਉਹ ਜਿਹੜਾ ਸਿਸਟਮ ਤੋਂ ਬਾਹਰ ਦੀ ਗੱਲ ਹੈ। ਫੈਕਟਰੀਆਂ ਤਾਂ ਪੂਰੇ ਦੁਨੀਆ 'ਚ ਚੱਲਦੀਆਂ ਨੇ, ਪਰ ਫੈਕਟਰੀਆਂ ਨੂੰ ਗੱਲ ਤੇ ਇਹ ਹੈਗੀ ਹੈ ਕਿ ਉਹ ਆਰਥਿਕ ਬੋਝ ਝੱਲਣ ਦੀ ਥਾਂ ਤੇ ਆਪ ਤੇ ਲੋਕਾਂ ਦੇ ਉੱਤੇ ਆਰਥਿਕ ਫਾਇਦਾ ਲੈਂਦੇ ਲੋਕਾਂ ਦੀ ਜ਼ਿੰਦਗੀਆਂ ਨਾਲ ਜਦੋਂ ਖਿਲਵਾੜ ਕਰਦੇ ਆ, ਉਹ ਜਿਹੜਾ ਹੁੰਦਾ ਹੈ ਕਿ ਕਾਨੂੰਨ ਤੋਂ ਬਾਹਰ ਜਾਣਾ। ਔਰ ਸਮੇਂ ਦੀਆਂ ਸਰਕਾਰਾਂ ਨੇ ਚੈੱਕ ਕਰਨਾ, ਦੇਖੋ ਸਮੇਂ ਦੀਆਂ ਸਰਕਾਰਾਂ ਨੇ ਚੈੱਕ ਕਰਨਾ ਨਾ ਬਲਟੋਹਾ ਜੀ। ਮੇਰੀ ਬੇਨਤੀ ਸੁਣੋਗੇ ਜੀ?
ਜੀ ਮੈਨੂੰ ਗੱਲ ਪੂਰੀ ਕਰ ਲੈਂਦੇ ਜੀ ਜੀ ਜੇ ਕਹੋ ਤਾਂ ਮੈਂ ਗੱਲ ਪੂਰੀ ਕਰ ਲੈਣੀ, ਨਹੀਂ ਤਾਂ ਤੁਸੀਂ ਕਰ ਦਿਓ। ਨਹੀਂ ਨਹੀਂ ਤੁਸੀਂ ਗੱਲ ਪੂਰੀ ਕਰੋ, ਮੈਂ ਫਿਰ ਸਿੱਧੂ ਸਾਹਿਬ, ਸਵਾਲ ਲਵਾਂਗਾ, ਤੁਸੀਂ ਹਾਂਜੀ। ਜਵਾਬ ਗੱਲ ਕਰੋ। ਹੁਣ ਗੱਲ ਜਿਹੜੀ ਗੱਲ ਇਹ ਕੀਤੀ ਜਾਂਦੀ ਹੈ ਕਿ ਅਕਾਲੀ ਸਰਕਾਰ ਵੇਲੇ ਹੀ ਇਹ ਇਕੱਲੀ ਇੱਕ ਡਿਸਟਿਲਰੀ ਦੀ ਨਹੀਂ, ਪੰਜਾਬ ਦੇ ਅੰਦਰ ਜਿੰਨੀਆਂ ਡਿਸਟਿਲਰੀਆਂ ਸੀ ਉਹਨਾਂ ਦੀ ਚੈਕਿੰਗ ਕੀਤੀ ਗਈ ਔਰ ਬਕਾਇਦਾ ਜਿਹੜੀ ਆ ਬੜੀ ਸਹੀ ਤੱਥਾਂ ਦੇ ਆਧਾਰ ਤੇ ਜਿੱਥੇ ਜਿੱਥੇ ਜੋ ਕੁਝ ਪਾਇਆ ਗਿਆ ਉਹਦੇ ਆਧਾਰ ਤੇ ਰਿਪੋਰਟ ਦਿੱਤੀ ਗਈ ਔਰ ਉਸ ਸਮੇਂ ਜਿਹੜਾ ਆ ਇਹ ਸਾਰਾ ਕੁਝ ਲਾਗੂ ਹੋ ਗਿਆ। ਹੁਣ ਗੱਲ ਤਾਂ ਹੈਗੀ ਹੈ, ਜੇ ਤੁਸੀਂ ਸਾਲ ਪਾਣੀ ਗੰਦਾ ਪਾਉਂਦੇ ਰਹੋ, 2 ਸਾਲ ਪਾਉਂਦੇ ਰਹੋ, 3 ਸਾਲ ਪਾਉਂਦੇ ਰਹੋ, ਇਹ 2000 ਤੁਸੀਂ ਹਿਸਾਬ ਲਾ ਲਓ ਕਦੋਂ ਦੀ ਗੱਲ ਹੈ ਤੇ ਕਦੋਂ ਤੋਂ ਲੈ ਕੇ ਹੁਣ ਤੱਕ ਕੀ ਕੁਝ ਵਾਪਰਿਆ। ਹਾਂਜੀ, ਉਸ ਤੋਂ ਬਾਅਦ ਕਦੋਂ ਤੋਂ ਸ਼ੁਰੂ ਹੋਇਆ। ਹਾਂਜੀ, ਇਸ ਫੈਕਟਰੀ ਦੇ ਵਿੱਚ ਹਾਂਜੀ ਉਹ ਤਾਂ ਕੋਈ ਪਤਾ ਨਹੀਂ ਨਾ। ਉਸ ਸਮੇਂ ਜੇ ਅਸੀਂ ਇਹ ਤੈਅ ਕੀਤਾ, ਉੱਥੇ ਰეკਮੈਂਡੇਸ਼ਨ ਕੀਤੀਆਂ, ਆਪਦੀਆਂ ਜਿਹੜੀਆਂ ਸਿਫਾਰਸ਼ਾਂ ਲਾਗੂ ਕਰਨ ਵਾਸਤੇ ਕਿਹਾ ਗਿਆ ਔਰ ਜੇ ਕਾਰਵਾਈ ਹੋਈ ਹੈ ਵਿਧਾਨ ਸਭਾ ਦੇ ਉੱਤੇ ਤਾਂ ਕੋਈ ਨਹੀਂ ਹੈਗਾ। ਜੇ ਸਰਕਾਰ ਜੇ ਗੰਭੀਰ ਸੀ, ਵਿਧਾਨ ਸਭਾ ਗੰਭੀਰ ਸੀਗੀ, ਤਾਦੀ ਕਮੇਟੀ ਬਣਾਈ ਗਈ, ਤਾਦੀ ਰਿਪੋਰਟ ਲਿਆਂਦੀ ਗਈ, ਤਾਦੀ ਰਿਪੋਰਟ ਦੇ ਵਿੱਚ ਸਾਰੀਆਂ ਜਿਹੜੇ ਨੁਕਤੇ ਨਿਗਾਹ ਉਠਾਏ ਗਏ ਔਰ ਉਹਦੇ ਚ ਸਿਫਾਰਸ਼ਾਂ ਕੀਤੀਆਂ ਗਈਆਂ। ਸਿਫਾਰਸ਼ਾਂ ਕਿਸੇ ਦਾ ਲਿਹਾਜ਼ ਨਹੀਂ ਕੀਤਾ ਗਿਆ। ਜੀ ਜੀ ਬਲਟੋਆ ਜੀ, ਹੁਣ ਸਵਾਲ ਲਿਹਾਜ਼ ਕੀਤਾ ਗਿਆ ਤਾਂ ਦੱਸ ਦਿਓ। ਜੀ ਬਲਟੋਆ ਜੀ, ਹੁਣ ਸਵਾਲ ਦੇਖੋ ਤੁਹਾਡੇ ਤੋਂ ਲੈਣਾ ਬਣਦਾ ਹੈ। ਸਵਾਲ ਇਹ ਹੈ ਕਿ ਕਮੇਟੀ ਦੀ ਤੁਸੀਂ ਗੱਲ ਕਰਦੇ ਹੋ, ਸੰਦੀਪ ਹੁਣੀ ਖੁਦ ਵੀ ਕਹਿ ਰਹੇ ਕਿ ਕਮੇਟੀ ਦੀ ਰਿਪੋਰਟ ਤੁਹਾਡੇ ਕੋਲ ਮੰਗ ਰਹੇ ਹੈ, ਉਹ ਇੱਕ ਪੋਜ਼ਿਟਿਵ ਪਹਿਲੂ ਹੈ, ਪਰ ਗੱਲ ਹੈ ਕਿ ਇੰਪਲੀਮੈਂਟੇਸ਼ਨ ਨਹੀਂ ਹੋਈ। ਉਸ ਮੁੱਦੇ ਤੇ ਸਵਾਲ ਹੈ ਕਿ ਲਾਗੂ ਵੀ ਦੇਖੋ, ਇੰਪਲੀਮੈਂਟ ਵੀ ਤਾਂ ਸਰਕਾਰਾਂ ਨੇ ਕਰਨਾ ਹੁੰਦਾ ਨਾ, ਇਹ ਸਵਾਲ ਹੈ। ਦੇਖੋ, ਮੈਂ ਜਗਤਾਰ ਜੀ ਇੱਕ ਬੇਨਤੀ ਕਰਾਂ, ਸਾਨੂੰ ਗਿਆਨ ਨੂੰ 6 ਸਾਲਾਂ ਤੋਂ ਉੱਤੇ ਹੋ ਗਿਆ, ਠੀਕ ਹੈ, ਤੇ 6 ਸਾਲਾਂ ਦਾ ਪਹੁੰਚ ਹੋ ਕੇ ਹਰ ਗੱਲ ਅਕਾਲੀ ਦਲ ਦੇ ਨਾਲ ਜੋੜ ਦੇਣੀ, ਹਰ ਗੱਲ ਅਕਾਲੀ ਦਲ ਦੇ ਨਾਲ ਜੋੜ ਦੇਣੀ, ਇਹ ਕਦਾਚਿਤ ਮਨਾਸਬ ਨਹੀਂ। ਹੁਣ ਥੋੜਾ ਜਿਹਾ ਗੇਅਰ ਬਦਲੋ। ਇਕਬਾਲ ਜੀ, ਇਸ ਮੁੱਦੇ ਤੇ ਤੁਸੀਂ ਆਪਣੀ ਗੱਲ ਕਹਿਣਾ ਚਾਹੁੰਦੇ ਸੀ। ਮੈਂ ਪਹਿਲਾਂ ਤਾਂ ਸੰਦੀਪ ਸਿੰਘ ਜੀ ਜੋ ਕਹਿ ਰਹੇ ਨੇ ਉਹਨਾਂ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ। ਜੋ ਹਾਲਾਤ ਨੇ ਉਹ ਅੱਜ ਪਿਛਲੀਆਂ ਸਰਕਾਰਾਂ ਨੂੰ ਵੀ ਆਪਾਂ ਬਰੀ ਨਹੀਂ ਕਰ ਸਕਦੇ, ਪਰ ਗੱਲ ਇਹ ਹੈ ਪਿਛਲੀਆਂ ਸਰਕਾਰਾਂ ਨੂੰ ਲੋਕਾਂ ਨੇ ਜੇ ਉਹਨਾਂ 'ਚ ਕਮੀਆਂ ਸੀ ਤਾਂ ਉਹਨੂੰ ਘਰ ਬਿਠਾ ਦਿੱਤਾ। ਗੱਲ ਇਹ ਹੈ ਵੀ ਜਿਹੜੀ ਇਹ ਸਰਕਾਰ ਬਣੀ ਹੈ, ਇਹ ਸਰਕਾਰ ਪਿਛਲੀਆਂ ਸਰਕਾਰਾਂ ਦਾ ਵਿਰੋਧ ਕਰਕੇ ਬਣੀ, ਉਹਨਾਂ ਨੂੰ ਬਦਨਾਮ ਕਰਕੇ ਬਣੀ, ਉਹਨਾਂ ਦੀਆਂ ਕਮੀਆਂ ਦਿਖਾ ਕੇ ਲੋਕਾਂ ਨੂੰ ਬਣੀ ਤੇ ਲੋਕਾਂ ਨਾਲ ਵਾਅਦੇ ਕੀਤੇ ਕਿ ਅਸੀਂ ਆਮ ਆਦਮੀ ਪਾਰਟੀ ਦੇ ਆਮ ਆਦਮੀ ਦੇ ਹੱਕ ਦੀ ਰਾਖੀ ਕਰਾਂਗੇ। ਪਰ ਅੱਜ ਜਿਹੜੀ ਇਹ ਸਰਕਾਰ ਹੈ, ਜੋ ਕੁਝ ਅੱਜ ਉੱਥੇ ਹੋ ਰਿਹਾ ਹੈ ਜੀਰੇ ਵਿੱਚ, ਜੋ ਬਾਕੀ ਥਾਵਾਂ ਤੇ ਹੋ ਰਿਹਾ ਹੈ, ਜੋ ਲਾਠੀਚਾਰਜ ਕੀਤੇ ਜਾ ਰਹੇ ਨੇ, ਜੋ ਲੋਕਾਂ ਦੇ ਪਰਚੇ ਦਰਜ ਕੀਤੇ ਜਾ ਰਹੇ ਨੇ, ਉਹ ਕਿਸ ਤਰ੍ਹਾਂ ਜਾਇਜ਼ ਹੋ ਸਕਦੇ ਨੇ। ਇਸ ਲਈ ਮੈਂ ਸਮਝਦਾ ਕਿ ਆਮ ਆਦਮੀ ਪਾਰਟੀ ਦੀ ਸਭ ਤੋਂ ਵੱਧ ਅੱਜ ਜ਼ਿੰਮੇਵਾਰੀ ਹੈ ਉਹ ਇਸ ਫੈਕਟਰੀ ਤੇ ਐਕਸ਼ਨ ਲਵੇ, ਉਹ ਜਿਹੜੇ ਕਿਸਾਨ ਉੱਥੇ ਬੈਠੇ ਨੇ ਉਹਨਾਂ ਨੂੰ ਸੈਟੀਸਫਾਈ ਕਰੇ, ਜੋ ਉੱਥੇ ਦੀ ਪ੍ਰੋਬਲਮ ਹੈ ਉਹਨੂੰ ਜਿਵੇਂ ਮਰਜ਼ੀ ਹੱਲ ਕਰੇ। ਇਹ ਜ਼ਿੰਮੇਵਾਰੀ ਪੰਜਾਬ ਦੀ ਸਰਕਾਰ ਦੀ ਹੈ। ਉਸ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇ ਉੱਥੇ ਪਾਣੀ ਪ੍ਰਦੂਸ਼ਿਤ ਹੋਇਆ ਹੈ ਉਹਨੂੰ ਠੀਕ ਕਰਾਇਆ ਜਾਵੇ। ਇਕਬਾਲ ਜੀ, ਬਿਲਕੁਲ ਇਕਬਾਲ ਜੀ, ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਬਿਲਕੁਲ, ਜਿਹੜਾ ਤੁਸੀਂ ਮੁੱਦੇ ਤੇ ਜਿਹੜੀ ਤੇ ਗੱਲ ਕਰ ਰਹੇ ਹੋ ਉਹ ਆਪਣੀ ਜਗ੍ਹਾ ਤੇ ਹੈਗੀ ਹੈ, ਪਰ ਜਿਸ ਮਾਮਲੇ ਤੇ ਤੁਸੀਂ ਸਹਿਮਤੀ ਦਿੱਤੀ ਹੈ ਕਿ ਕੇਂਦਰ ਵੱਲੋਂ ਵੀ ਇਸ ਮਾਮਲੇ ਤੇ ਜਾਂਚ ਕਰਵਾਈ ਜਾਏਗੀ, ਅਸੀਂ ਇਸ ਗੱਲ ਦੀ ਵੀ ਤਵੱਕੁ ਕਰਦੇ ਹਾਂ ਕਿ ਕੇਂਦਰ ਇਸ ਮਾਮਲੇ 'ਚ ਲਾਜ਼ਮੀ ਦਖਲ ਦੇਗਾ। ਨਹੀਂ, ਮੈਂ ਪਹਿਲੇ ਹੀ ਦੱਸ ਚੁੱਕਿਆ ਕਿ ਜਿਹੜਾ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਹੈ ਉਹ ਨੋਟਿਸ ਇਸ਼ੂ ਕਰ ਚੁੱਕਿਆ ਹੈ। ਜੇ ਨੋਟਿਸ ਤੇ ਸਹੀ ਜਵਾਬ ਨਹੀਂ ਦਊਗਾ ਤਾਂ ਅਗਲੀ ਕਾਰਵਾਈ ਜ਼ਰੂਰ ਹੋਊਗੀ। ਜੀ ਜੀ, ਮਿਹਰਬਾਨੀ। ਕਮਰਾ ਵੀ ਇਸ ਮਾਮਲੇ ਤੇ ਇੱਕ ਸਵਾਲ ਤੁਹਾਡੇ ਕੋਲੋਂ ਵੀ ਬਣਦਾ ਹੈ, ਜਿੱਦਾਂ ਬਲਟੋਆ ਜੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੂੰ ਮੀਡੀਆ ਵਾਲੇ ਕੋਸਦੇ ਰਹਿੰਦੇ ਆ। ਸਵਾਲ ਪਿਛਲੀ ਸਰਕਾਰ ਨੂੰ ਕੋਸਣ ਦਾ ਨਹੀਂ, ਕਮਰਾ ਹਰਪ੍ਰੀਤ ਜੀ, ਜਿਸ ਮਾਮਲੇ ਤੇ ਆਪਾਂ ਚਰਚਾ ਕਰ ਰਹੇ ਹਾਂ, ਮੌਜੂਦਾ ਸਰਕਾਰ ਦੀ ਜ਼ਿੰਮੇਵਾਰੀ ਤਾਂ ਹੈ ਹੀ ਆ, ਵੱਡਾ ਮੋਰਚਾ ਲੱਗਿਆ, ਪਰ ਜਿਸ ਸਮੇਂ ਦੇ ਵਿੱਚ ਫੈਕਟਰੀਆਂ ਲਾਗੂ ਹੋਈਆਂ, ਉਹਨਾਂ ਨੌਰਮ ਨੂੰ ਇੰਪਲੀਮੈਂਟ ਕਰਨ ਦੀ ਗੱਲ ਆਈ, ਇੰਨੀਆਂ ਵੱਡੀਆਂ ਅਣਗਹਿਲੀਆਂ ਕੀਤੀਆਂ ਗਈਆਂ, ਉਹ ਜਿਹੜੀਆਂ ਸਰਕਾਰਾਂ ਗੁਜ਼ਰਦੀਆਂ ਗਈਆਂ, ਜ਼ਿੰਮੇਵਾਰੀ ਤਾਂ ਕਿਧਰੇ ਨਾ ਕਿਧਰੇ ਤੈਅ ਹੁੰਦੀ ਆ ਉਹਨਾਂ ਦੀ ਨਾ। ਮੌਜੂਦਾ ਸਰਕਾਰ ਦਾ ਜ਼ਿੰਮੇਵਾਰ ਹੈ ਹੀ ਹੈ। ਸਿੱਧੂ ਸਾਹਿਬ, ਮੈਂ ਨਾ ਇਸ ਗੱਲ ਦਾ ਸਿਆਸੀਕਰਨ ਕਰਨਾ ਨਹੀਂ ਚਾਹੁੰਦਾ ਸੀ ਕਿਉਂਕਿ ਇਹ ਮਾਮਲਾ ਚੁਗਿਰਦੇ ਨਾਲ ਜੁੜਿਆ ਹੈ ਜੀ, ਲੇਕਿਨ ਹੁਣ ਜੇ ਗੱਲ ਤੁਰੀ ਹੈ ਤੇ ਤੁਸੀਂ ਇੱਕ ਗੱਲ ਦਾ ਜਵਾਬ ਦਿਓ। 2007 ਸਤੰਬਰ ਦੇ ਵਿੱਚ ਫੈਕਟਰੀ ਦਾ ਉਦਘਾਟਨ ਹੁੰਦਾ ਹੈ, ਸੁਖਬੀਰ ਸਿੰਘ ਬਾਦਲ ਸਾਹਿਬ ਉਦਘਾਟਨ ਕਰਨ ਤੇ ਕ੍ਰੈਡਿਟ ਲੈਣ ਤੇ ਪਹੁੰਚ ਜਾਂਦੇ ਨੇ। ਚੈੱਕ ਕਿਹਨੇ ਕਰਨਾ ਸੀ ਕਿ ਜਿਹੜਾ ਕੁਝ ਇਹਨਾਂ ਨੇ ਉੱਥੇ ਫੈਕਟਰੀ ਦੇ ਵਿੱਚ ਜੋ ਨਹੀਂ, ਪਰ ਬਲਟੋਆ ਜੀ ਦਾ ਕਹਿਣਾ ਕਿ 6 ਸਾਲ ਲੰਘੇ, 7 ਸਾਲ ਲੰਘੇ ਆ ਉਸ ਮਾਮਲੇ ਨੂੰ। ਮੈਂ ਤਾਂ ਗੱਲ ਨਹੀਂ ਕਰ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਕਹਿੰਦੇ ਥੋੜੀ ਹੈ, ਉਸ ਸਮੇਂ ਦੀ ਜ਼ਿੰਮੇਵਾਰੀ ਸੀ। ਨਹੀਂ ਥੋੜੀ ਨਹੀਂ ਹੈ, ਜ਼ਿੰਮੇਵਾਰੀ ਬਿਲਕੁਲ ਬਣਦੀ ਹੈ
ਕਿਉਂਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਉੱਥੇ ਇਨੈਗੋਰੇਸ਼ਨ ਕਰਨ ਗਏ ਨੇ ਤਾਂ ਕੀ ਉਹਨਾਂ ਨੇ ਸ਼ਰਤਾਂ ਵੀ ਪੂਰੀਆਂ ਕੀਤੀਆਂ ਕਿ ਨਹੀਂ ਕੀਤੀਆਂ, ਇਹ ਵੀ ਤਾਂ ਦੇਖਣਾ ਉਸ ਵੇਲੇ ਦੀ ਸਰਕਾਰ ਦਾ ਫਰਜ਼ ਬਣਦਾ ਸੀ ਨਾ। ਜੇ ਉਹ ਸਰਕਾਰ ਨੇ ਉੱਥੇ ਕ੍ਰੈਡਿਟ ਲੈਣ ਜਾਣਾ ਸੀ ਫੈਕਟਰੀ ਦਾ, ਲੋਕਾਂ ਨੂੰ ਝੂਠੇ ਲਾਰੇ ਲਾਉਣ ਲਈ ਵੀ ਇੱਥੇ ਹੁਣ ਰੁਜ਼ਗਾਰ ਮਿਲਣ ਲੱਗ ਜਾਣਾ, ਇਹ ਸਾਰੀਆਂ ਗੱਲਾਂ ਕੀਤੀਆਂ। ਔਰ ਉਸ ਤੋਂ ਬਾਅਦ ਜਿਹੜੀ ਕਮੇਟੀ ਦੀ ਗੱਲ ਹੋ ਰਹੀ ਹੈ, ਕਮੇਟੀ ਜੇ ਕਹਿੰਦੇ ਨੇ ਕਮੇਟੀ ਬਣੀ, ਕਮੇਟੀ ਨੇ ਬੜੀ ਜਿਹੜੀ ਹੈ ਨਿਰਪੱਖ ਰਿਪੋਰਟ ਦਿੱਤੀ। ਉਹ ਰਿਪੋਰਟ ਦਾ ਫਿਰ ਨਤੀਜਾ ਕੀ ਨਿਕਲਿਆ? ਉਹਦਾ ਰਿਪੋਰਟ ਦਾ ਨਤੀਜਾ ਇਹ ਨਿਕਲਿਆ ਕਿ 2012 ਦੇ ਵਿੱਚ ਇਹਨਾਂ ਨੇ ਉਸੇ ਵਿਅਕਤੀ ਨੂੰ ਐਮਐਲਏ ਬਣਾਇਆ। ਚਲੋ ਇਹ ਤਾਂ ਤੁਹਾਡੀ ਦੇਖੋ ਪਤਾ ਕਿ ਇਸ ਇਸ਼ੂ ਤੇ ਨਾ ਆਈਏ, ਸਿਰਫ ਇੰਨੀ ਗੱਲ ਹੈਗੀ ਹੈ ਕਿ ਕੈਪਟਨ ਅਮਰਿੰਦਰ ਦੀ ਸਰਕਾਰ ਵੀ ਉਸ ਦੌਰ 'ਚ ਰਹੀ ਹੈ ਜਦੋਂ ਹੁਣ ਲੋਕ ਭੁਗਤ ਰਹੇ ਆ। ਸੰਦੀਪ ਹੁਣੀ ਕਹਿ ਰਹੇ ਕਿ ਪਿਛਲੀਆਂ ਸਰਕਾਰਾਂ ਵੱਲੋਂ ਅਣਗਹਿਲੀ ਕੀਤੀ ਗਈ ਹੈ। ਜਦੋਂ ਕਿਸੇ ਸਰਕਾਰ ਦੀ ਗੱਲ ਆਉਂਦੀ ਹੈ ਤਾਂ ਉਹਦੀ ਲੀਡਰਸ਼ਿਪ ਨੂੰ ਇਸ ਮਾਮਲੇ ਤਕਲੀਫ ਜ਼ਰੂਰ ਹੁੰਦੀ ਹੈ, ਪਰ ਇਹ ਕਹਿੰਦੇ ਕਿ ਪਿਛਲੀਆਂ ਸਰਕਾਰਾਂ ਦੀ ਵੀ ਅਣਗਹਿਲੀ ਰਹੀ, ਗੱਲ ਇਹ ਨਹੀਂ ਹੈ। ਮੌਜੂਦਾ ਸਰਕਾਰ ਦਾ ਜ਼ਿੰਮੇਵਾਰ ਹੈ ਹੀ ਹੈ। ਸਾਹਿਬ ਸਾਡੀ ਸਰਕਾਰ ਵੇਲੇ ਅਗਰ ਮਾਮਲਾ ਉੱਠਿਆ ਹੁੰਦਾ ਬਿਲਕੁਲ ਐਕਸ਼ਨ ਲਿਆ ਜਾਂਦਾ। ਤੁਹਾਨੂੰ ਵੀ ਪਤਾ 2 ਸਾਲ ਕਰੋਨਾ ਦਾ ਸਮਾਂ, ਜਿਸ ਤਰ੍ਹਾਂ ਦੀ ਰਿਸਟ੍ਰਿਕਸ਼ਨ ਲੱਗੀਆਂ ਰਹੀਆਂ, ਉਹ ਚੀਜ਼ਾਂ ਜਿਹੜੀਆਂ ਆਪਾਂ ਨਹੀਂ ਖੁੱਲ੍ਹ ਕੇ ਪਤਾ ਲੱਗ ਸਕਿਆ ਕਿ ਕਿੱਥੇ ਕੀ ਚੱਲ ਰਿਹਾ। ਲੇਕਿਨ ਮੈਂ ਕਹਿੰਦਾ ਫਿਰ ਵੀ ਜੇ ਸਾਡੀ ਸਰਕਾਰ ਵੇਲੇ ਮੁੱਦਾ ਉੱਠਿਆ ਹੁੰਦਾ ਬਿਲਕੁਲ ਐਕਸ਼ਨ ਲਿਆ ਜਾਂਦਾ, ਹਰ ਤਰ੍ਹਾਂ ਦੀ ਕਾਰਵਾਈ ਕੀਤੀ ਜਾਂਦੀ। ਜੇ ਅੱਜ ਕੋਰਟ ਨੇ, ਆਪਾਂ ਮੌਜੂਦਾ ਸਰਕਾਰ ਦੀ ਗੱਲ ਕਰ ਲਈਏ, ਪਿਛਲੀਆਂ ਸਰਕਾਰਾਂ ਦੀ ਤਾਂ ਤੁਹਾਨੂੰ ਸਾਰੀ ਗੱਲ ਪਤਾ ਲੱਗ ਗਈ, ਦਰਸ਼ਕਾਂ ਨੂੰ ਸਾਰਾ ਪਤਾ ਲੱਗ ਗਿਆ, ਮੈਨੂੰ ਕੋਈ ਕਹਿਣ ਦੀ ਲੋੜ ਨਹੀਂ। ਮਸਲਾ ਇਸ ਗੱਲ ਦਾ ਕਿ ਜਿਹੜਾ ਅੱਜ ਦੀ ਸਰਕਾਰ ਦੀ ਆਪਾਂ ਗੱਲ ਕਰੀਏ, ਕੋਰਟ ਦਾ ਇਹ ਕਹਿੰਦੇ ਨੇ ਹਵਾਲਾ ਦਿੰਦੇ ਨੇ ਵੀ ਕੋਰਟ ਨੇ ਕਿਹਾ ਧਰਨਾ ਚੁਕਵਾਓ। ਬਈ ਕੋਰਟ ਨੇ ਇਹ ਗੱਲ ਥੋੜ੍ਹੀ ਕਹੀ ਹੈ ਵੀ ਧਰਨਾ ਚੁਕਵਾਓ ਤੇ ਲੋਕਾਂ ਨੂੰ ਡੰਡੇ ਮਾਰ ਕੇ ਭਜਾ ਦਿਓ। ਕੋਰਟ ਨੇ ਤਾਂ ਇਹ ਗੱਲ ਕਹੀ ਹੈ ਮਸਲੇ ਦਾ ਹੱਲ ਕਰਾਓ ਤੇ ਧਰਨਾ ਚੁਕਾਓ। ਧਰਨਾ ਚੁਕਾਓ ਦਾ ਮਤਲਬ ਇਹ ਨਹੀਂ ਹੈ ਵੀ ਉੱਥੇ ਜਾ ਕੇ ਡਿਪਟੀ ਕਮਿਸ਼ਨਰ ਲੋਕਾਂ ਨੂੰ ਧਮਕਾਵੇ। ਇਹ ਮਤਲਬ ਨਹੀਂ ਹੈ ਕਿ ਉਹਨਾਂ ਦੇ ਉੱਤੇ ਪਰਚੇ ਦਰਜ ਕੀਤੇ ਜਾਣ। ਇਹ ਮਤਲਬ ਨਹੀਂ ਹੈ ਤੁਸੀਂ ਉਹਨਾਂ ਤੇ ਫੋਰਸ ਚਾੜ ਦਿਓ ਜਿਵੇਂ ਕੋਈ ਬਾਹਰੋਂ ਹਮਲਾਵਰ ਆਇਆ ਹੁੰਦਾ। ਇਹ ਨਹੀਂ ਮਤਲਬ ਇਹਦਾ ਮਤਲਬ ਇਹ ਹੈ ਕਿ ਮਸਲੇ ਦਾ ਹੱਲ ਕਰਵਾ ਕੇ ਧਰਨਾ ਚੁਕਵਾਇਆ ਜਾਵੇ। ਸੋ ਧਰਨਾ ਚੁਕਵਾਉਣ ਦੇ ਵਿੱਚ ਇਹ ਸਰਕਾਰ ਵਿਫਲ ਹੈ। ਉਹ ਇਸ ਕਰਕੇ ਹੈ ਕਿ ਉਸ ਵਿਅਕਤੀ ਕੋਲੋਂ ਇਹਨਾਂ ਦੇ ਵਿੱਤੀ ਮਫਾਦ ਜਿਹੜੇ ਹੈ ਉਹ ਪੂਰੇ ਹੁੰਦੇ ਨੇ। ਥੈਂਕ ਯੂ ਵੈਰੀ ਮਚ। ਇਸ ਕਰਕੇ ਇਹ ਸਰਕਾਰ ਜਿਹੜੀ ਹੈ ਐਕਸ਼ਨ ਨਹੀਂ ਲੈ ਰਹੀ ਔਰ ਉਲਟਾ ਜਿਹੜਾ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਜਿਹੜੇ ਚੁਗਿਰਦੇ ਦੀ ਲੜਾਈ ਲੜ ਰਹੇ ਨੇ, ਜਿਹੜੇ ਆਮ ਲੋਕਾਂ ਦੇ ਬੱਚਿਆਂ ਦੀ ਨਸਲਾਂ ਦੀ ਲੜਾਈ ਲੜ ਰਹੇ ਨੇ, ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਜੋ ਕਿ ਬਹੁਤ ਮੰਦਭਾਗਾ ਹੈ। ਕਾਂਗਰਸ ਪਾਰਟੀ ਇਹ ਜਿਹੜੇ ਐਜੀਟੇਸ਼ਨ ਕਰ ਰਹੇ ਨੇ ਕਿਸਾਨ ਨੇ, ਇਹਨਾਂ ਦੇ ਨਾਲ ਖੜੀ ਹੈ ਹਮੇਸ਼ਾ। ਜੋ ਵੀ ਤੁਹਾਡਾ ਵਿਊ ਪੁਆਇੰਟ ਆ ਗਿਆ। ਸੰਦੀਪ, ਵੱਡਾ ਸਵਾਲ ਹੈ ਇਸ ਮੁੱਦੇ ਤੇ। ਦੇਖੋ ਜਦੋਂ ਦਿੱਲੀ ਦੇ ਮੋਰਚੇ ਤੋਂ ਕਿਸਾਨ ਆਗੂ ਵਾਪਸ ਆਏ ਤਾਂ ਅਕਸਰ ਇਹ ਕਿਹਾ ਗਿਆ ਕਿ ਕਿਸਾਨ ਜਥੇਬੰਦੀਆਂ ਖਿੰਡਗੀਆਂ ਹੁਣ ਇਕੱਠੀਆਂ ਨਹੀਂ ਹੋ ਸਕਦੀਆਂ। ਕੀ ਜਿਹੜਾ ਜ਼ੀਰੇ ਦਾ ਮੋਰਚਾ ਹੈਗਾ ਉਹ ਇੱਕ ਸੁਨੇਹਾ ਦਿੰਦਾ ਕਿ ਕਿਸਾਨ ਜਥੇਬੰਦੀਆਂ ਮੁੜ ਕੇ ਸਾਰੀਆਂ ਇਕੱਠੀਆਂ ਇੱਕ ਮੁੱਠਾ ਇਸ ਅੰਦੋਲਨ ਦੇ 'ਚ ਲੜਾਈ ਲੜਨੀਆਂ ਜਦ ਤੱਕ ਫੈਸਲਾ ਨਹੀਂ ਹੋਏਗਾ? ਬਿਲਕੁਲ ਸਰ, ਜਿੰਨੀਆਂ ਵੀ ਕਿਸਾਨ ਜਥੇ, ਮੈਂ ਤਾਂ ਤੁਹਾਨੂੰ ਇਹ ਗੱਲ ਕਹਿਣਾ ਚਾਹੂੰਗਾ ਕਿ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ, ਜਿਹੜਾ ਵਿਰੋਧੀ ਧਿਰ ਦਾ ਜਿਹੜਾ ਰੋਲ ਅਦਾ ਪਾਰਟੀਆਂ ਨੇ ਕਰਨਾ ਹੁੰਦਾ, ਉਹ ਰੋਲ ਜਿਹੜਾ ਉਹ ਕਿਸਾਨ ਜਥੇਬੰਦੀਆਂ ਕਰ ਰਹੀਆਂ ਨੇ। ਕਿਸੇ ਵੀ ਜਿਹੜਾ ਸਾਡੇ ਲੋਕਲ ਜੀਰੇ ਦੇ ਲੀਡਰ ਨੇ, ਉਹ ਕਿਸੇ ਵੀ ਪਾਰਟੀ ਨਾਲ ਸੰਬੰਧ, ਮੈਨੂੰ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਕਿ ਕਿਸੇ ਨੇ ਵੀ, ਮੈਂ ਪਹਿਲਾਂ ਵੀ ਇਹ ਗੱਲ ਕੀਤੀ ਸੀ, ਕਿਸੇ ਨੇ ਕੋਈ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਵੀ ਇਹਨੂੰ ਕੰਡੈਮ ਨਹੀਂ ਕੀਤਾ। ਸ਼ਾਇਦ ਸੁਖਬੀਰ ਬਾਦਲ ਜੀ ਦਾ ਕੱਲ ਕੋਈ ਸ਼ਾਇਦ ਵਿਊ ਆ ਗਿਆ ਸੀਗਾ ਇਹਦੇ ਉੱਪਰ, ਪਰ ਮੈਨੂੰ ਬਹੁਤ ਦੁੱਖ ਨਾਲ ਦੇਖਣਾ ਵੀ ਇਹ ਜਿਹੜਾ ਮਤਲਬ ਵਿਰੋਧੀ ਧਿਰ ਦਾ ਰੋਲ ਆ, ਜਿਹੜਾ ਕਿਤੇ ਵੀ ਜੇ ਕਿਤੇ ਕੋਈ ਮੁਲਾਜ਼ਮਾਂ ਨਾਲ ਧੱਕਾ ਹੁੰਦਾ ਜਾਂ ਕਿਤੇ ਵੀ ਉੱਥੇ ਹੀ ਕਿਸਾਨ ਜਥੇਬੰਦੀਆਂ ਜਾ ਕੇ ਖੜਦੀਆਂ ਨੇ। ਤੇ ਇੱਥੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇੱਥੇ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ, ਹੋਰ ਉਸ ਤੋਂ ਇਲਾਵਾ ਕੁਝ ਧਾਰਮਿਕ ਸਮਾਜਿਕ ਜਿੰਨੀਆਂ ਵੀ ਜਥੇਬੰਦੀਆਂ ਨੇ ਧਾਰਮਿਕ, ਉਹਨਾਂ ਦਾ ਬਹੁਤ ਵੱਡਾ ਸਹਿਯੋਗ ਪੰਜਾਬ ਤੋਂ ਮਤਲਬ ਵੱਖ-ਵੱਖ ਹਿੱਸਿਆਂ ਤੋਂ ਇੱਥੇ ਜਿਹੜੀ ਸੰਗਤ ਆ ਉਹ ਪਹੁੰਚ ਰਹੀ ਆ। ਤੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਲੜ ਕੇ ਇਹ ਮੋਰਚਾ ਜਿਹੜਾ ਲੜ ਰਹੀਆਂ। ਤੇ ਖਾਸ ਕਰਕੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ, ਜਿੰਨੀਆਂ ਵੀ ਜਥੇਬੰਦੀਆਂ ਸਾਡੇ ਕੋਲੇ ਆਈਆਂ ਨੇ, ਜਿਹੜਾ ਸਾਡਾ ਇੱਥੇ ਸਾਂਝਾ ਮੋਰਚਾ ਲੋਕਲ ਜਿਹੜਾ ਲੋਕਾਂ ਦਾ ਬਣਿਆ ਹੋਇਆ ਸੀਗਾ, ਜਿਹੜੇ ਲੋਕਲ ਪਿੰਡਾਂ ਦੇ ਵਿੱਚ ਲੋਕੀ ਸੀਗੇ, ਉਹ ਸਾਰੀਆਂ ਜਥੇਬੰਦੀਆਂ ਨੇ ਇਹ ਕਿਹਾ ਹੈਗਾ ਕਿ ਜਿਹੜੀ ਅਗਵਾਈ ਆ ਉਹ ਸਾਂਝਾ ਮੋਰਚਾ ਕਰੂਗਾ ਤੇ ਅਸੀਂ ਤੁਹਾਨੂੰ ਸਹਿਯੋਗ ਕਰਾਂਗੇ ਪਿਛਲੇ ਪਾਸੇ ਤੋਂ। ਜੀ ਬਲਟੋਆ ਜੀ, ਇਸ ਮਾਮਲੇ ਗੱਲ ਭੁੱਲਣਾ ਜਾਵਾਂ ਸਰ, ਇੱਕ ਮੈਂ ਗੱਲ ਭੁੱਲਣਾ ਜਾਵਾਂ, ਜਿੱਦਾਂ ਸਤਿਕਾਰਯੋਗ ਚੰਨੀ ਜੀ ਨੇ ਕਿਹਾ ਕਿ ਮੈਨੂੰ ਇਹਨਾਂ ਤੋਂ ਅੱਜ ਪਤਾ ਲੱਗਾ ਕਿ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਆ ਜਿਹੜਾ, ਉਹਨਾਂ ਨੇ ਜੇ ਕੋਈ ਨੋਟਸ ਲਿਆ ਹੈਗਾ, ਤੇ ਮੈਂ ਚੰਨੀ ਜੀ ਨੂੰ ਕਹੂੰਗਾ ਕਿ ਜੇ ਇਹ ਕੋਈ ਸਬੂਤ ਚਾਹੀਦੇ ਨੇ ਸਾਡੇ ਇਲਾਕੇ ਦੇ ਵਿੱਚੋਂ ਤਾਂ ਅਸੀਂ ਇਹਨਾਂ ਦੀ ਮਦਦ ਕਰ ਸਕਦੇ ਹਾਂ। ਤੇ ਉਮੀਦ ਆ ਸਾਨੂੰ ਵੀ ਤੁਸੀਂ ਮਤਲਬ ਇਹਦੇ ਤੇ ਧਿਆਨ ਦਿਓਗੇ। ਜੀ ਬਲਟੋਆ ਜੀ, ਦੇਖੋ ਸੰਦੀਪ ਉਹਨਾਂ ਨੇ ਫਿਰ ਪੋਲੀਟੀਕਲ ਪਾਰਟੀਆਂ ਦੇ ਸਵਾਲ ਲਿਆ ਕਿ ਜਿਸ ਤਰੀਕੇ ਨਾਲ ਅਸੀਂ ਲੜਾਈ ਲੜ ਰਹੇ ਹਾਂ, ਪੋਲੀਟੀਕਲ ਪਾਰਟੀਆਂ ਨੇ ਅਕਾਲੀ ਦਲ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਸਮੁੱਚੇ ਤੌਰ ਤੇ ਗੱਲ ਕੀਤੀ ਹੈ ਕਿ ਜੋ ਹੁੰਗਾਰਾ ਜਾਂ ਮਦਦ ਮਿਲਣੀ ਚਾਹੀਦੀ ਸੀ ਉਸ ਤਰ੍ਹਾਂ ਖੁੱਲ੍ਹ ਕੇ ਬਿਆਨਬਾਜ਼ੀ ਤੋਂ ਇਲਾਵਾ ਉਹ ਮਦਦ ਕਿਧਰੇ ਨਜ਼ਰ ਨਹੀਂ ਆ ਰਹੀ, ਕਿਉਂਕਿ ਅਸੀਂ ਪੰਜਾਬ ਦੀ ਲੜਾਈ ਲੜ ਰਹੇ ਹਾਂ। ਉਹ ਤਵੱਕੋਂ ਕਰਦੇ ਆ ਕਿ ਰਾਜਸੀ ਧਿਰਾਂ ਸਾਡੇ ਨਾਲ ਆ ਕੇ ਖੜੀਆਂ ਹੋਣ ਜਾਂ ਮਦਦ ਤੇ ਆਉਣ। ਕੀ ਕਹੋਗੇ ਜੀ ਬਲਟੋਆ ਜੀ? ਨਹੀਂ, ਇਹ 'ਚ ਕੋਈ ਦੁਰਾਵਾ ਨਹੀਂ, ਇਹਦੇ ਵਿੱਚ ਕੋਈ ਦੁਰਾਵਾ ਨਹੀਂ ਗਿਆ। ਜਿਹੜੇ ਵੀ ਪੰਜਾਬ ਦੇ ਮੁੱਦੇ ਨੇ, ਪੰਜਾਬ ਦੇ ਗੰਭੀਰ ਵਿਸ਼ੇ ਨੇ,
ਉਹਦੇ ਵਿੱਚ ਰਾਜਨੀਤਿਕ ਪਾਰਟੀਆਂ ਨੂੰ ਆਪਣਾ ਰੋਲ ਅਦਾ ਕਰਨਾ ਚਾਹੀਦਾ ਹੈ ਔਰ ਲੋਕਾਂ ਦੇ ਜਿਹੜੇ ਮਸਲੇ ਨੇ ਉਹਦੇ ਵਿੱਚ ਨਾਲ ਖੜਨਾ ਚਾਹੀਦਾ ਹੈ। ਪਰ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਕਿਉਂਕਿ ਪਹਿਲੋਂ ਇਹ ਸ਼ੁਰੂਆਤੀ ਦੌਰ ਦੇ ਵਿੱਚ ਲੋਕਲ ਜਿਹੜੇ ਮੇਰਾ ਖਿਆਲ ਕਿ 50 ਕੇ 52 ਪਿੰਡ ਨੇ ਉਹਨਾਂ ਨੇ ਇੱਕ ਫੈਸਲਾ ਕਰਕੇ ਇਹਦੀ ਸ਼ੁਰੂਆਤ ਕੀਤੀ ਸੀਗੀ ਜੀ ਔਰ ਬਿਲਕੁਲ ਇਹਨੂੰ ਰਾਜਨੀਤੀ ਤੋਂ ਇੱਕ ਤਰ੍ਹਾਂ ਦੂਰ ਰੱਖਿਆ, ਇਹ ਰਾਜਨੀਤੀ ਤੋਂ ਦੂਰ ਰੱਖਿਆ ਸੀਗਾ। ਸ਼ਾਇਦ ਰਾਜਨੀਤੀ ਤੋਂ ਦੂਰ ਰੱਖਣ ਕਰਕੇ ਹੀ ਜਿਹੜੀ ਅੱਜ ਇਹ ਜਿਹੜਾ ਆ ਭਾਰੀ ਦਬਾਅ ਬਣਿਆ ਹੋਇਆ ਸਰਕਾਰਾਂ ਦੇ ਉੱਤੇ ਤੇ ਐਡਾ ਵੱਡਾ ਹੰਗਾਰਾ ਮਿਲ ਰਿਹਾ ਹੈ, ਉਹਦਾ ਵੀ ਇੱਕ ਕਾਰਨ ਹੋ ਸਕਦਾ ਹੈ। ਬਾਕੀ ਕਿਉਂਕਿ ਹੁਣ ਐਜੀਟੇਸ਼ਨ ਸਮੁੱਚੇ ਪੰਜਾਬੀਆਂ ਦੀ ਬਣ ਗਈ, ਪਰ ਜੇ ਉੱਥੇ ਕੋਈ ਵਰਕਰ ਆਉਂਦੇ ਨੇ, ਕਿਸੇ ਵੀ ਜਿਹੜੀ ਜਿੰਨੀ ਵੀ ਜਨਤਾ ਆਉਂਦੀ ਹੈ ਉਹ ਵੱਖ-ਵੱਖ ਪਾਰਟੀਆਂ ਨਾਲ ਜੁੜੀ ਹੋਈ ਹੈ, ਉਹਨੂੰ ਕਿਸੇ ਤਰ੍ਹਾਂ ਦੀ ਪੋਲੀਟੀਕਲ ਰੰਗਤ ਦੇਣਾ ਮੈਂ ਨਹੀਂ ਮੁਨਾਸਿਬ ਸਮਝਦਾ। ਹਾਂ, ਪਾਰਟੀ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਉਹਨਾਂ ਦੇ ਆਗੂਆਂ ਨੇ ਇਹਦੇ ਵਾਸਤੇ ਮੌਜੂਦਾ ਸਰਕਾਰ ਦੇ ਉੱਤੇ ਦਬਾਅ ਬਣਾਉਣਾ ਚਾਹੀਦਾ ਹੈ ਔਰ ਇਹਦੇ ਵਿੱਚ ਜੋ ਵੀ ਰੋਲ ਅਦਾ ਕਰ ਸਕਦੇ ਨੇ ਉਹ ਕਰਨਾ ਚਾਹੀਦਾ। ਹੁਣ ਮੈਨੂੰ ਇਸ ਗੱਲ ਦਾ ਜਿਹੜਾ ਦੁੱਖ ਹੈ, ਜਿਹੜੀ ਆਪਾਂ ਗੱਲ ਛੱਡ ਰਹੇ ਹਾਂ ਸਿੱਧੂ ਸਾਹਿਬ ਜੀ, ਕਿ ਇਹ ਪਹਿਲੀ ਵਾਰ ਸੁਣਿਆ ਹੈ ਕਿ ਕੋਈ ਧਰਨਾ ਦਿੱਤਾ ਜਾ ਰਿਹਾ ਤੇ ਕਿਹਾ ਜਾ ਰਿਹਾ ਹੈ ਪੰਜਾਬ ਦੇ ਮੰਤਰੀਆਂ ਵੱਲੋਂ, ਜਿਹੜੇ ਸੰਵਿਧਾਨਕ ਅਹੁਦਿਆਂ ਤੇ ਬੈਠੇ, ਕਹਿੰਦੇ ਕਿ ਇਹ ਗੈਰ ਸੰਵਿਧਾਨਕ ਇਹ ਜਿਹੜਾ ਧਰਨਾ ਹੈ। ਹੁਣ ਪਤਾ ਨਹੀਂ ਸੰਵਿਧਾਨਕ ਧਰਨਾ ਕਿਹੜਾ ਹੁੰਦਾ ਤੇ ਗੈਰ ਸੰਵਿਧਾਨਕ ਕਿਹੜਾ ਹੁੰਦਾ ਹੈ। ਫਿਰ ਇਹ ਕਹਿੰਦੇ ਕਿ ਕਿਉਂਕਿ ਇਹ ਗੈਰ ਸੰਵਿਧਾਨਕ ਹੈ ਤੇ ਜਿਹੜੇ ਲੋਕ ਇਹ ਚ ਪਾਰਟਿਸਿਪੇਸ਼ਨ ਕਰਨਗੇ ਉਹਨਾਂ ਦੀਆਂ ਪ੍ਰਾਪਰਟੀ ਜਿਹੜੀਆਂ ਨੇ ਅਟੈਚ ਹੋਣਗੀਆਂ, ਉਹਨਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹ ਬਲਟੋਆ ਜੀ, ਮੈਂ ਤੁਹਾਡੀ ਬਲਟੋਆ ਜੀ ਤੁਹਾਨੂੰ ਟੋਕਣ ਲੱਗਿਆ। ਸੰਦੀਪ ਜੀ ਬੈਠੇ ਆ ਇੱਥੇ, ਸ਼ਾਇਦ ਕੁਝ ਇਦਾਂ ਦੇ ਵੇਰਵੇ ਦਿੱਤੇ ਵੀ ਗਏ ਅਦਾਲਤ ਨੂੰ ਕਿ ਫਲਾਂ ਆਗੂ ਫਲਾਂ ਕਿਸਾਨ ਜਿਹੜੇ ਹੈਗੇ ਆ। ਸੰਦੀਪ ਜੀ ਜਰਾ ਇਸ ਮੁੱਦੇ ਤੇ ਮੈਂ ਤੁਹਾਡੇ ਤੋਂ ਜਾਣਕਾਰੀ ਲੈਣਾ ਚਾਹਾਂਗਾ। ਜਿਹੜੀ ਗੱਲ ਬਲਟੋਆ ਜੀ ਕਹਿ ਰਿਹਾ ਕਿ ਇਦਾਂ ਦੀ ਰਿਪੋਰਟ ਵਗੈਰਾ ਪ੍ਰਾਪਰਟੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਸੰਦੀਪ ਜੀ ਬਿਲਕੁਲ ਬਕਾਇਦਾ ਹਾਈ ਕੋਰਟ ਚ ਗੱਲ ਦਿੱਤੀ ਗਈ ਹੈ ਜੀ। ਬਲਟੋਆ ਜੀ ਇੱਕ ਸੈਕਿੰਡ ਆਪਾਂ ਜਵਾਬ ਲੈ ਲਈਏ ਜੀ। ਮੈਨੂੰ ਬੜੇ ਦੁੱਖ ਨਾਲ ਦੱਸਣਾ ਪੈ ਰਿਹਾ ਕਿ ਜਿਹੜੀ ਪੰਜਾਬ ਸਰਕਾਰ ਸੀ ਜਾਂ ਜਿਹੜੀ ਪੰਜਾਬ ਸਰਕਾਰ ਲੋਕਾਂ ਵਾਸਤੇ ਬਣੀ ਹੁੰਦੀ ਆ, ਐਡਵੋਕੇਟ ਜਨਰਲ ਸਾਹਿਬ ਨੇ ਉਹ ਜੇ ਕੋਈ 5 ਕਰੋੜ ਦਾ ਜੁਰਮਾਨਾ ਲੱਗਦਾ, 15 ਕਰੋੜ ਦਾ ਜੁਰਮਾਨਾ ਲੱਗਦਾ ਤਾਂ ਉਹ ਜਦ ਹੀ ਪੈਸੇ ਜਿਹੜੇ ਜਮ੍ਹਾਂ ਕਰਾ ਦਿੱਤੇ ਜਾਂਦੇ ਨੇ। ਸਰ ਜਿਹੜੀ ਆ ਤੁਸੀਂ ਪ੍ਰਾਪਰਟੀਆਂ ਦੀ ਗੱਲ ਕੀਤੀ ਆ ਤੇ ਸਾਰੀ ਸਾਡੀ ਡਿਟੇਲ ਆ ਜਿਹੜੀ ਜਿੰਨੇ ਵੀ ਆਗੂਆਂ ਦੀ ਆ ਉਹ ਜਿਹੜੀ ਉੱਥੇ ਪਹੁੰਚ ਕੇ ਇੱਥੋਂ ਤੱਕ ਕਿ ਮੈਂ ਤੁਹਾਨੂੰ ਮਤਲਬ ਦੱਸ ਦੇਵਾਂ ਕਿ ਜਿਹੜੀ ਉਹਨਾਂ ਨੇ ਵਿੱਚ ਇਹ ਵੀ ਡਿਟੇਲ ਦਿੱਤੀ ਆ ਕਿ ਇੱਥੇ ਜਿਹੜੀ ਫਸਲ ਕ੍ਰੌਪ ਜਿਹੜੀ ਕਣਕ ਦੀ ਹੈਗੀ ਆ ਉਹ ਜਿਹੜੀ ਵਧੀਆ ਤਰੀਕੇ ਦੇ ਨਾਲ ਖੜੀ ਹੈ ਤੇ ਉਹਨੂੰ ਵੀ ਵਿੱਚ ਅਟੈਚ ਕੀਤਾ ਗਿਆ ਹੈਗਾ। ਜੀ ਬਟੂਆ ਜੀ, ਸੰਖੇਪ ਦੇ ਵਿੱਚ ਆਪਣੇ ਕੋਲ ਸਮਾਂ ਨਹੀਂ, ਮੈਂ ਬਾਕੀ ਮਹਿਮਾਨਾਂ ਤੋਂ ਵੀ ਜਵਾਬ ਲੈਣਾ, ਪਰ ਇੱਕ ਜਵਾਬ ਜ਼ਰੂਰ ਜੋ ਗੱਲ ਸੰਦੀਪ ਉਹਨਾਂ ਨੇ ਕਹੀ ਹੈ, ਅਗਰ ਪ੍ਰਾਪਰਟੀਆਂ ਇਦਾਂ ਜਿਹੜੀਆਂ ਨਾਲ ਅਟੈਚ ਕਰਨ ਦੀ ਗੱਲ ਹੁੰਦੀ ਹੈ, ਇਦਾਂ ਦੇ ਕੇਸ ਬਣਾਏ ਜਾਂਦੇ ਹੈ, ਫਿਰ ਤਾਂ ਪੋਲੀਟੀਕਲ ਪਾਰਟੀਆਂ ਤੋਂ ਤੋਕੋਂ ਕੀਤੀ ਜਾਂਦੀ ਹੈ ਨਾ ਕਿ ਉਸ ਮਾਮਲੇ ਦੀ ਆਵਾਜ਼ ਉਠਾਉਣ ਕੇ ਕਿਉਂ ਜ਼ਾਤੀ ਹੋ ਰਹੀ ਹੈ। ਜੀ ਬਟੂਆ ਜੀ, ਇਹ 'ਚ ਕੋਈ ਦੁਰਾਵਾ ਨਹੀਂ ਗਿਆ। ਮੈਂ ਤਾਂ ਪਹਿਲੋਂ ਗੱਲ ਜਿਹੜੀ ਸਿੱਧੂ ਸਾਹਿਬ ਨੇ ਵੇੜਤੀ ਕਿ ਪੋਲੀਟੀਕਲ ਪਾਰਟੀਆਂ ਨੂੰ ਇਹਦਾ ਬਕਾਇਦਾ ਜਿਹੜਾ ਆ ਅੱਗੇ ਹੋ ਕੇ ਲੜਾਈ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਹੈ। ਲੜਾਈ ਤੇ ਚੱਲ ਰਹੀ ਹੈ, ਲੜਾਈ ਤੇ ਲੋਕ ਲੜ ਰਹੇ ਨੇ, ਪਰ ਜਿਹੜਾ ਉਹਦੇ ਵਿੱਚ ਜਿਹੜਾ ਉਹਨਾਂ ਦੀ ਪਾਰਟਿਸਿਪੇਸ਼ਨ ਹੋਣੀ ਚਾਹੀਦੀ ਹੈ। ਹੁਣ ਇੱਕ ਦੂਸਰੀ ਗੱਲ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਲਤੀਫਪੁਰਾ ਦੇ ਵਿੱਚ ਜੋ ਕੁਝ ਵਾਪਰਿਆ, ਉੱਥੇ ਲੋਕਾਂ ਨੂੰ ਬੇਘਰ ਕਰ ਦਿੱਤਾ ਗਿਆ। ਇੱਕ ਕੇਵਲ ਤੇ ਕੇਵਲ ਕੋਰਟ ਦਾ ਆਰਡਰ ਸੀਗਾ, ਜੇ ਕੋਰਟ ਦਾ ਆਰਡਰ ਵੀ ਆ ਗਿਆ ਸੀ ਉਹਨੂੰ ਰੋਕਿਆ ਵੀ ਜਾ ਸਕਦਾ ਸੀਗਾ। ਔਰ ਇੱਥੋਂ ਤੱਕ ਵੀ ਹੋ ਸਕਦਾ ਕਿ ਉੱਥੋਂ ਦੇ ਲੋਕਾਂ ਨੂੰ ਜਿਹੜੀ ਉਹ ਜ਼ਮੀਨ ਸੀ ਜਿਹਦੇ ਮਾਲਕ ਨਹੀਂ ਸੀ, ਕਹਿੰਦੇ ਮਾਲਕ ਨਹੀਂ ਸੀਗੇ, ਤੇ ਉਹਨਾਂ ਨੂੰ ਜਿਹੜੀ ਅਲਾਟ ਕੀਤੀ ਜਾ ਸਕਦੀ ਸੀ, ਅਲਟਰਨੇਟ ਕੱਢਿਆ ਜਾ ਸਕਦਾ ਹੈ ਬਿਨਾਂ ਕਿਸੇ ਸੂਚਨਾ ਤੋਂ, ਬਿਨਾਂ ਕਿਸੇ ਨੋਟ ਤੋਂ ਜਾ ਕੇ ਲੋਕਾਂ ਦੇ ਘਰ ਢਾਹ ਦਿੱਤੇ ਗਏ। ਥੈਂਕ ਯੂ ਜੀ। ਤੇ ਹੁਣ ਗੱਲ ਵਿੱਚੋਂ ਨਿਕਲ ਕੇ ਇੱਕ ਮਿੰਟ ਸਿੱਧੂ ਸਾਹਿਬ, ਹੁਣ ਗੱਲ ਵਿੱਚੋਂ ਨਿਕਲ ਕੇ ਕੀ ਆ ਰਹੀ ਹੈ? ਗੱਲ ਵਿੱਚੋਂ ਨਿਕਲ ਕੇ ਇਹ ਆ ਰਹੀ ਹੈ ਕਿ ਜਿਹੜੀ ਉਹ ਜ਼ਮੀਨ ਸੀਗੀ, ਉਹ ਜਿਹੜੇ ਆਮ ਆਦਮੀ ਪਾਰਟੀ ਦੇ ਦਿੱਲੀ ਬੈਠੇ ਹੋਏ ਆਗੂ, ਉਹਨਾਂ ਦੀ ਨਜ਼ਰ ਸੀਗੀ। ਇਸ ਕਰਕੇ ਜਿਹੜਾ ਹੈ ਉਹਨੂੰ ਕੋਰਟ ਦੇ ਤੌਰ ਤੇ ਰੋਕਣ ਦੀ ਜਾਂ ਉਹਦਾ ਕੋਈ ਹੱਲ ਕੱਢਣ ਦੀ ਥਾਂ ਤੇ ਜਾਂ ਉਹਨਾਂ ਲੋਕਾਂ ਕੋਲੇ ਰਹਿਣ ਦੀ ਥਾਂ ਤੇ ਇਹ ਜਿਹੜਾ ਹੈ ਕਦਮ ਸਖਤੀ ਨਾਲ ਚੁੱਕਿਆ ਗਿਆ। ਹੁਣ ਕੀ ਹੋ ਰਿਹਾ ਹੈ? ਅੱਜ ਜਿਹੜਾ ਬੁੱਢੇ ਨਾਲੇ ਦੇ ਲੁਧਿਆਣੇ ਦੇ ਵਿੱਚ ਜਿੰਨੇ ਘਰ ਨੇ ਨਾਲ ਉਹ ਸਾਰੇ ਅੱਜ ਢਾਏ ਗਏ ਨੇ। ਉੱਥੇ ਜਿਹੜਾ ਡਾਂਗ ਸੋਟਾ ਵੀ ਖੜਕਿਆ ਆ। ਵੱਡਾ ਮੁੱਦਾ ਆਪਣੇ ਕੋਲ ਸਮੇਂ ਦੀ ਮਜਬੂਰੀ ਹੈ, ਵੱਡਾ ਮੁੱਦਾ। ਇਸ ਮੁੱਦੇ ਤੇ ਆਪਾਂ ਫਿਰ ਜ਼ਰੂਰ ਡੈਫੀਨਿਟਲੀ ਤੁਹਾਡਾ ਵਿਊ ਪੁਆਇੰਟ ਜ਼ਰੂਰ ਦਰਜ ਹੋਇਆ, ਆਪਾਂ ਇਸ ਮੁੱਦੇ ਤੇ ਫਿਰ ਵੀ ਚਰਚਾ ਚਾਹਾਂਗੇ। ਇਕਬਾਲ ਜੀ, ਸੰਖੇਪ ਦੇ ਵਿੱਚ ਇਸ ਮੁੱਦੇ ਤੇ ਜੋ ਗੱਲ ਸੰਦੀਪ ਹੋਣਾ ਨੇ ਉਠਾਈ ਹੈ ਕਿ ਕਿਸਾਨਾਂ ਦੀਆਂ ਜਾਇਦਾਦਾਂ ਦੇ ਮਾਮਲੇ 'ਚ ਉਹਨਾਂ ਨਾਲ ਜ਼ਾਤੀ ਹੁੰਦੀ ਹੈ, ਫਿਰ ਤਾਂ ਇਹ ਆਸ ਕੀਤੀ ਜਾਂਦੀ ਹੈ ਕਿ ਪੋਲੀਟੀਕਲ ਪਾਰਟੀਆਂ ਆਪਣੇ ਤੌਰ ਤੇ ਖੜੀਆਂ ਹੋਣ ਇਸ ਜ਼ਾਤੀ ਦੇ ਖਿਲਾਫ। ਬਿਲਕੁਲ, ਜੋ ਆਪ ਸਰਕਾਰ ਕਰ ਰਹੀ ਹੈ ਪ੍ਰਾਪਰਟੀ ਅਟੈਚ ਕਰਨ ਦਾ ਮਸਲਾ, ਇਹ ਬਹੁਤ ਹੀ ਗਲਤ ਹੈ, ਨਿੰਦਣਯੋਗ ਹੈ। ਇਹਦੇ ਖਿਲਾਫ ਅਸੀਂ ਹਰ ਤਰ੍ਹਾਂ ਕਿਸਾਨ ਜਥੇਬੰਦੀਆਂ ਦਾ ਸਾਥ ਦੇਵਾਂਗੇ। ਅਸੀਂ ਆਪਣੀ ਪਾਰਟੀ ਨੂੰ ਕਹਾਂਗੇ ਕਿ ਇਸ ਚੀਜ਼ ਨੂੰ ਇਹਨਾਂ ਦੀ ਹਮਾਇਤ ਕੀਤੀ ਜਾਵੇ। ਮਿਹਰਬਾਨੀ। ਹਰਪ੍ਰੀਤ ਜੀ, ਲਾਸਟ ਕਮੈਂਟ ਬਹਿਸ ਨੂੰ ਸਮੇਟਣ ਤੋਂ ਪਹਿਲਾਂ ਇਸੇ ਮੁੱਦੇ ਤੇ ਕਿਸਾਨਾਂ ਨਾਲ ਜਿਹੜੀ ਧੱਕੇਸ਼ਾਹੀ ਹੋ ਰਹੀ ਹੈ, ਪੋਲੀਟੀਕਲ ਪਾਰਟੀਆਂ ਬਾਰੇ ਜ਼ਰੂਰ ਸੰਦੀਪ ਨੇ ਇਹ ਗੱਲ ਕੀਤੀ ਹੈ ਕਿ ਉਹਨਾਂ ਨੂੰ ਆਵਾਜ਼ ਉਠਾਉਣੀ ਬਣਦੀ ਹੈ ਜੇ ਉਹਨਾਂ ਨਾਲ ਜ਼ਾਤੀਆਂ ਹੁੰਦੀਆਂ।
ਬਿਲਕੁਲ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਨਾਲ ਕਿਸਾਨ ਵਰਗ ਦੇ ਨਾਲ ਖੜੀ ਹੈ। ਇਹ ਜਿਹੜੀ ਵੀ ਜਥੇਬੰਦੀਆਂ ਜਿਹੜਾ ਵੀ ਸੰਘਰਸ਼ ਕਰਨਗੀਆਂ, ਕਿਉਂਕਿ ਦੇਖੋ ਇਹ ਤਾਂ ਆਪਾਂ ਨੂੰ ਵੀ ਪਤਾ ਹੈ ਕਿ ਪਿਛਲੇ ਸਮੇਂ ਦੇ ਵਿੱਚ ਇਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਅੱਜ ਸਰਕਾਰ ਬਣਾ ਕੇ ਬੈਠੇ ਨੇ, ਇਹ ਧਰਨਿਆਂ ਵਿੱਚ ਜਾ ਕੇ ਬਹਿੰਦੇ ਸੀ ਜਦੋਂ ਕਿਸੇ ਵੀ ਸਰਕਾਰ ਦੇ ਖਿਲਾਫ ਕਿਸੇ ਤਰ੍ਹਾਂ ਦਾ ਕੋਈ ਵੀ ਧਰਨਾ ਲੱਗਦਾ ਸੀ। ਤਾਂ ਮੈਂ ਕੇਵਲ ਉਸ ਤਰ੍ਹਾਂ ਦੀ ਮੈਂ ਨਹੀਂ ਗੱਲ ਕਰ ਰਿਹਾ, ਅਸੀਂ ਤਾਂ ਹਰ ਤਰ੍ਹਾਂ ਨਾਲ ਇਸ ਗੱਲ ਦਾ ਸਪੋਰਟ ਕਰਦੇ ਹਾਂ ਇਸ ਗੱਲ ਦੀ। ਔਰ ਇਹ ਜਿਹੜੇ ਕਿਸਾਨ ਵਰਗ ਹੈ, ਇਹ ਜੇਕਰ ਚਾਹਣ ਤਾਂ ਹਰ ਤਰ੍ਹਾਂ ਨਾਲ ਅਸੀਂ ਇਹਨਾਂ ਦੇ ਨਾਲ ਖੜਨ ਨੂੰ ਤਿਆਰ। ਬਹੁਤ ਬਹੁਤ ਮਿਹਰਬਾਨੀ, ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬ 'ਚ ਬਹੁਤ ਵੱਡੇ ਮੁੱਦੇ ਤੇ ਲੜਾਈ ਲੜੀ ਜਾ ਰਹੀ ਹੈ, ਲੜਾਈ ਲੜ ਰਹੇ ਕਿਸਾਨ। ਧਰਤੀ ਹੇਠਲੇ ਪਾਣੀ ਨੂੰ ਜ਼ਹਿਰੀਲਾ ਹੋਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ, ਔਰ ਕਿਸਾਨਾਂ ਨੇ ਹੋਕਾ ਦਿੱਤਾ ਕਿ ਇਸ ਲੜਾਈ 'ਚ ਸਮੁੱਚੇ ਪੰਜਾਬੀਆਂ ਨੂੰ ਸਾਡਾ ਸਾਥ ਦੇਣਾ ਚਾਹੀਦਾ ਹੈ। ਬਹੁਤ ਵੱਡੇ ਸਵਾਲ ਹੈ, ਆਉਣ ਵਾਲੇ ਦਿਨਾਂ 'ਚ ਇਹਨਾਂ ਮੁੱਦਿਆਂ 'ਤੇ ਆਪਾਂ ਕਰਾਂਗੇ ਚਰਚਾ। ਪਰ ਜਿਹੜੇ ਮਹਿਮਾਨ ਮੇਰੀ ਬੇਨਤੀ ਪ੍ਰਵਾਨ ਕਰਕੇ ਇਹਨਾਂ ਮੁੱਦਿਆਂ 'ਤੇ ਆਏ, ਸਾਰਿਆਂ ਦਾ ਧੰਨਵਾਦ। ਤੇ ਇਸ ਦੇ ਨਾਲ ਹੀ ਆਪਾਂ ਤੁਹਾਡੇ ਕੋਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।